ਵੈਲਕਮ ਬੈਕ ਸਟੂਡੈਂਟਸ। ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪੋਇਮ ਦ ਵਰਲਡ ਟੁਡੇ ਇਜ਼ ਵਾਈਲਡ ਵਿਦ ਦ ਡਿਲੀਰੀਅਮ ਆਫ ਹੇਟਰੇਡ, ਜਿਸ ਨੂੰ ਕਿ ਰਵਿੰਦਰਨਾਥ ਟੈਗੋਰ ਨੇ ਲਿਖਿਆ ਹੋਇਆ ਹੈ। ਇਸ ਪੋਇਮ ਦੀ ਅਸੀਂ ਕੰਪਰੀਹੈਂਸਿਵ ਪੈਰਾਫਰੇਜ਼ ਅਤੇ ਐਨਾਲਿਸਿਸ ਕਵਰ ਕਰਾਂਗੇ। ਇਹ ਵੀਡੀਓ ਇਸ ਪੋਇਮ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। Love learning to lead at Deepak Notes. ਸਟੂਡੈਂਟ, ਸਾਡੀ ਇੰਗਲਿਸ਼ ਇਲੈਕਟਿਵ ਦੀ ਬੁੱਕ ਦ ਲਿਟਰੇਰੀ ਪਿਟਲਸ ਦਾ ਜਿਹੜਾ 12th ਚੈਪਟਰ ਇੱਕ ਪੋਇਮ ਹੈ। ਪੋਇਮ ਦਾ ਨਾਮ ਹੈ ਜੀ ਦ ਵਰਲਡ ਟੁਡੇ ਇਜ਼ ਵਾਈਲਡ ਵਿਦ ਦ ਡਿਲੀਰੀਅਮ ਆਫ ਹੇਟਰੇਡ। ਥੋੜਾ ਜਿਹਾ ਨਾਮ ਲੰਬਾ ਹੈ, ਆਪਾਂ ਇਸ ਨੂੰ ਬਾਅਦ ਚੰਗੀ ਤਰ੍ਹਾਂ ਸਮਝਾਂਗੇ। ਇਸ ਪੋਇਮ ਨੂੰ ਸਾਡੇ ਭਾਰਤ ਦੇ ਮਹਾਨ ਕਵੀ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਹੋਇਆ ਹੈ। ਰਵਿੰਦਰਨਾਥ ਟੈਗੋਰ ਜੀ ਦੇ ਨਾਮ ਤੋਂ ਤੁਸੀਂ ਚੰਗੀ ਤਰ੍ਹਾਂ ਬੱਚਿਓ ਵਾਕਿਫ ਹੋ। ਸਾਡੀ ਜਿਹੜੀ ਪਹਿਲੀ ਬੁੱਕ ਹੈ ਡੀਅਰ ਟੂ ਆਲ ਦ ਮਿਊਜ਼ਿਸ, ਉਸ ਦਾ ਜਿਹੜਾ ਸਿਰਲੇਖ ਹੈ ਉਹ ਵੀ ਸਿਰਲੇਖ ਯਾਨੀ ਕਿ ਡੀਅਰ ਟੂ ਆਲ ਦ ਮਿਊਜ਼ਿਸ ਕਿਹਨੂੰ ਕਿਹਾ ਗਿਆ ਹੈ? ਰਵਿੰਦਰਨਾਥ ਟੈਗੋਰ ਜੀ ਨੂੰ ਹੀ ਕਿਹਾ ਗਿਆ ਹੈ। ਇਹਨਾਂ ਦੇ ਬਾਰੇ ਪੂਰਾ ਚੈਪਟਰ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ। ਉਸ ਚੈਪਟਰ ਦੇ ਵਿੱਚ ਰਵਿੰਦਰਨਾਥ ਟੈਗੋਰ ਜੀ ਦੇ ਬਾਰੇ ਬਹੁਤ ਕੁਝ ਸਾਨੂੰ ਜਾਣਨ ਨੂੰ ਮਿਲਿਆ ਸੀ। ਮੈਨੂੰ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਚੈਪਟਰ ਜੋ ਕਿ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਹੈ ਤੁਸੀਂ ਚੰਗੀ ਤਰ੍ਹਾਂ ਪੜ੍ਹਿਆ ਹੋਣਾ, ਮੇਰੇ ਸਾਰੇ ਵੀਡੀਓਜ਼ ਦੇਖੇ ਹੋਣੇ। ਮੈਂ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਇਸ ਦੇ ਸਾਰੇ ਕੁਐਸਚਨ ਆਨਸਰਸ ਜੋ ਕਿ ਟੈਕਸਟ ਦੇ ਵਿੱਚ ਸ਼ਾਮਿਲ ਨੇ ਉਹ ਮੈਂ ਕਵਰ ਕਰੇ ਨੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਚੈਪਟਰ ਦਾ ਵੀ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰਾ ਚੈਪਟਰ ਸਮਝ ਸਕਦੇ ਹੋ। ਤਾਂ ਥੋੜਾ ਜਿਹਾ ਅਸੀਂ ਪਹਿਲਾਂ ਇੰਟਰੋਡਕਟਰੀ ਪੈਰਾਗ੍ਰਾਫ ਜੋ ਦਿੱਤਾ ਹੋਇਆ ਪੜ੍ਹ ਲੈਂਦੇ ਹਾਂ ਕਿ ਰਵਿੰਦਰਨਾਥ ਟੈਗੋਰ 1861 to 1941 the author of Gitanjali that won him the Nobel Prize and made him famous all over the world overnight was a versatile genius। ਰਵਿੰਦਰਨਾਥ ਟੈਗੋਰ ਜੀ ਦਾ ਜਿਹੜਾ ਟਾਈਮ ਸਪੈਨ ਰਿਹਾ ਜੀ ਉਹ 1861 ਤੋਂ ਲੈ ਕੇ 1941 ਈਸਵੀ ਤੱਕ ਦਾ ਰਿਹਾ। ਇਹ ਗੀਤਾਂਜਲੀ ਦੇ ਲੇਖਕ ਨੇ। ਗੀਤਾਂਜਲੀ ਇਹਨਾਂ ਦੀ ਰਚਨਾ ਹੈ ਜੀ, ਜਿਸ ਦੇ ਵਿੱਚ ਬਹੁਤ ਸਾਰੀਆਂ ਖੂਬਸੂਰਤ ਪੋਇਮਸ ਸ਼ਾਮਿਲ ਨੇ। ਇਸ ਗੀਤਾਂਜਲੀ ਕਰਕੇ ਹੀ ਰਵਿੰਦਰਨਾਥ ਟੈਗੋਰ ਜੀ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਅਤੇ ਇਸ ਦੇ ਕਰਕੇ ਇਹ ਪੂਰੇ ਸੰਸਾਰ ਦੇ ਵਿੱਚ ਰਾਤੋਂ ਰਾਤ ਪ੍ਰਸਿੱਧ ਹੋ ਗਏ ਸੀ। ਅਤੇ ਰਵਿੰਦਰਨਾਥ ਟੈਗੋਰ ਜੀ ਕੀ ਸੀਗੇ ਜੀ? ਇੱਕ ਵਰਸੇਟਾਈਲ ਜੀਨੀਅਸ। ਜੀਨੀਅਸ ਮਹਾਨ ਇਨਸਾਨ, ਵਰਸੇਟਾਈਲ ਦਾ ਮਤਲਬ ਹੁੰਦਾ ਹੈ ਜੀ ਇੱਕ ਅਜਿਹਾ ਇਨਸਾਨ ਜੋ ਕਿ ਬਹੁਤ ਸਾਰੇ ਕੰਮ ਕਰ ਸਕਦਾ। ਅ ਪਰਸਨ ਹੂ ਇਜ਼ ਏਬਲ ਟੂ ਡੂ ਮੈਨੀ ਥਿੰਗਸ, ਜੋ ਕਿ ਬਹੁਤ ਸਾਰੇ ਕੰਮ ਕਰ ਸਕਦਾ, ਅਸੀਂ ਉਸ ਨੂੰ ਵਰਸੇਟਾਈਲ ਕਹਿੰਦੇ ਹਾਂ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਬੱਚਿਓ ਕਿ ਇੱਕ ਸਿੰਗਰ ਦੇ ਬਾਰੇ ਵੀ ਬੱਚਿਓ ਇਹ ਵਾਲਾ ਵਰਡ ਯੂਜ਼ ਹੋ ਜਾਂਦਾ ਹੈ ਕਿ ਸਿੰਗਰ ਬੜਾ ਵਰਸੇਟਾਈਲ ਹੈ, ਮਤਲਬ ਕਿ ਹਰ ਤਰ੍ਹਾਂ ਦੇ ਉਹ ਗਾਣੇ ਗਾ ਲੈਂਦਾ, ਸੈਡ ਸੌਂਗਸ, ਰੋਮਾਂਟਿਕ ਸੌਂਗਸ, ਫਾਸਟ ਸੌਂਗਸ, ਸਲੋ ਸੌਂਗਸ। ਤਾਂ ਇਸੇ ਤਰ੍ਹਾਂ ਰਵਿੰਦਰਨਾਥ ਟੈਗੋਰ ਜੀ ਵੀ ਵਰਸੇਟਾਈਲ ਜੀਨੀਅਸ ਸੀਗੇ ਜੀ, ਮਹਾਨ ਇਨਸਾਨ ਸੀ। ਕਿਉਂ ਸੀ? He was a gifted musician and composer, a painter, an actor, a dramatist, a powerful speaker, a novelist, a short story writer, a philosopher, a social reformer, all rolled into one। ਹੁਣ ਇਹਨਾਂ ਨੂੰ ਵਰਸੇਟਾਈਲ ਬੱਚਿਓ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਇਹ ਇੱਕ ਗਿਫਟਿਡ ਮਿਊਜ਼ੀਸ਼ੀਅਨ ਸੀ। ਗਿਫਟਿਡ ਮਤਲਬ ਜਿਨ੍ਹਾਂ ਨੂੰ ਰੱਬ ਵੱਲੋਂ ਹੀ ਕੋਈ ਦਾਤ ਬਖਸ਼ੀ ਗਈ ਹੋਵੇ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਬੱਚਾ ਬੜਾ ਗਿਫਟਿਡ ਹੈ, ਆਪਾਂ ਗਿਫਟਿਡ ਚਾਈਲਡ ਵੀ ਕਹਿ ਦਿੰਦੇ ਹਾਂ ਕਿਉਂਕਿ ਉਸ ਦੇ ਉੱਪਰ ਬਸ ਪਰਮਾਤਮਾ ਦਾ ਹੀ ਹੱਥ ਹੁੰਦਾ, ਉਹ ਕੋਈ ਆਪਣੇ ਅੰਦਰ ਹੁਨਰ ਲੈ ਕੇ ਪੈਦਾ ਹੋਇਆ ਹੁੰਦਾ। ਤਾਂ ਇਹ ਗਿਫਟਿਡ ਮਿਊਜ਼ੀਸ਼ੀਅਨ ਸੀ ਜੀ, ਸੰਗੀਤਕਾਰ ਸੀ। ਕੰਪੋਜ਼ਰ ਵੀ ਜੋ ਕਵਿਤਾਵਾਂ ਵਗੈਰਾ ਲਿਖ ਕੇ ਉਹਨਾਂ ਦੀ ਕੰਪੋਜੀਸ਼ਨਸ ਆਪ ਤਿਆਰ ਕਰਦੇ ਆ, ਮਿਊਜ਼ਿਕ ਵਗੈਰਾ ਦਿੰਦੇ, ਉਹਨੂੰ ਕਿਹਾ ਜਾਂਦਾ ਹੈ। ਪੇਂਟਰ ਸੀਗੇ ਜੀ, ਪੇਂਟ ਕਰਦੇ ਸੀ। ਐਕਟਰ ਵੀ ਸੀ, ਡਰਾਮਾਟਿਸਟ ਵੀ ਸੀਗੇ ਜੀ। ਬਹੁਤ ਹੀ ਪਾਵਰਫੁਲ ਸਪੀਕਰ ਸੀਗੇ, ਜਦੋਂ ਬੋਲਦੇ ਸੀ ਤਾਂ ਸਾਰੇ ਜਣੇ ਉਹਨਾਂ ਨੂੰ ਸੁਣਦੇ ਸੀ। ਨੋਵਲਿਸਟ, ਨੋਵਲ ਵੀ ਲਿਖੇ ਇਹਨਾਂ ਨੇ, ਸ਼ਾਰਟ ਸਟੋਰੀਜ਼ ਵੀ ਲਿਖੀਆਂ ਨੇ, ਲਘੂ ਕਹਾਣੀਆਂ ਵੀ ਲਿਖੀਆਂ ਨੇ। ਫਿਲੋਸਫਰ ਵੀ ਹੋਏ ਨੇ ਜੀ। ਫਿਲੋਸਫਰ ਮਤਲਬ ਦਾਰਸ਼ਨਿਕ, ਜੋ ਦਰਸ਼ਨ ਸ਼ਾਸਤਰ ਦਾ ਗਿਆਨ ਰੱਖਦੇ ਹੈ। ਅਤੇ ਇੱਕ ਸਮਾਜ ਸੁਧਾਰਕ ਵੀ ਸੀ, ਸੋਸ਼ਲ ਰਿਫਾਰਮਰ ਵੀ ਸੀ। ਆਲ ਰੋਲਡ ਇਨਟੂ ਵਨ। ਰੋਲਡ ਇਨਟੂ ਵਨ ਦਾ ਮਤਲਬ ਹੁੰਦਾ ਬੱਚਿਓ ਕੰਬਾਈਨ ਇਨ ਵਨ। ਜਦੋਂ ਇੱਕ ਚੀਜ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਣ ਜਾਂ ਇੱਕ ਪਰਸਨ ਦੇ ਅੰਦਰ ਬਹੁਤ ਸਾਰੀਆਂ ਖੂਬੀਆਂ ਇਕੱਠੀਆਂ ਹੋ ਜਾਣ ਤਾਂ ਅਸੀਂ ਇਹ ਵਾਲਾ ਫਰੇਜ਼ ਰੋਲਡ ਇਨਟੂ ਵਨ ਯੂਜ਼ ਕਰਦੇ। His poems and short stories have been translated into several languages of the world। ਉਹਨਾਂ ਦੀ ਜਿਹੜੀਆਂ ਪੋਇਮਸ ਨੇ ਜੀ, ਕਵਿਤਾਵਾਂ ਨੇ ਜਾਂ ਕਹਾਣੀਆਂ ਨੇ, ਜੋ ਲਘੂ ਕਹਾਣੀਆਂ ਨੇ, ਉਹ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਦੀ ਟ੍ਰਾਂਸਲੇਸ਼ਨ ਹੋਈ ਹੈ। His contribution to Indian culture and his influence on Indian thought and Indian poetry have been remarkable। ਤੇ ਇਹਨਾਂ ਦਾ ਜਿਹੜਾ ਯੋਗਦਾਨ ਹੈ ਜੀ ਸਾਡੇ ਭਾਰਤ ਦੇ ਕਲਚਰ ਦੇ ਵਿੱਚ, ਸਾਡੇ ਭਾਰਤ ਦੇ ਸੱਭਿਆਚਾਰ ਦੇ ਵਿੱਚ ਅਤੇ ਸਾਡੇ ਭਾਰਤੀ ਵਿਚਾਰਾਂ ਦੇ ਉੱਪਰ ਜਿਹੜਾ ਇਹਨਾਂ ਦਾ ਇਨਫਲੂਐਂਸ ਹੈ, ਜੋ ਅਸਰ ਹੈ, ਅਤੇ ਇੰਡੀਅਨ ਪੋਇਟਰੀ ਦੇ ਉੱਪਰ ਜਿਹੜਾ ਇਹਨਾਂ ਦਾ ਅਸਰ ਹੈ, ਸਾਡੀਆਂ ਭਾਰਤੀ ਕਵਿਤਾਵਾਂ ਦੇ ਵਿੱਚ ਜੋ ਵੀ ਇਹਨਾਂ ਦਾ ਅਸਰ ਹੈ ਉਹ ਬਹੁਤ ਜ਼ਿਆਦਾ ਰਿਮਾਰਕੇਬਲ ਹੈ, ਸ਼ਾਨਦਾਰ ਹੈ। ਤਾਂ ਬੱਚਿਓ ਅਸੀਂ +1 ਕਲਾਸ ਦੇ ਵਿੱਚ ਇਹਨਾਂ ਦੀ ਇੱਕ ਪੋਇਮ ਪੜ੍ਹੀ ਹੈ ਉਪਾਗੁਪਤ।
ਤੇ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਪੋਇਮ ਕਰਵਾਈ ਵੀ ਸੀ। ਉੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਇਹਨਾਂ ਦੇ ਸਾਰੇ ਜਿਹੜੀਆਂ ਪੋਇਮਸ ਦੇ ਥੀਮ ਸੀਗੇ ਉਹ ਸਾਡੇ ਭਾਰਤੀ ਕਲਚਰ ਦੇ ਨਾਲ ਹੀ ਜੁੜੇ ਹੋਏ ਸੀ। ਇਹੀ ਗੱਲ ਇੱਥੇ ਲਿਖੀ ਗਈ ਹੈ ਕਿ ਇਹਨਾਂ ਦੀਆਂ ਕਵਿਤਾਵਾਂ ਨੇ ਸਾਡੀ ਭਾਰਤੀ ਪੋਇਟਰੀ ਦੇ ਉੱਪਰ ਅਤੇ ਸਾਡੇ ਭਾਰਤੀ ਵਿਚਾਰਾਂ ਦੇ ਉੱਪਰ ਬਹੁਤ ਜ਼ਿਆਦਾ ਅਸਰ ਪਾਇਆ। He is the author of India's national anthem ਜਨ ਗਣ ਮਨ। ਸਾਨੂੰ ਪਤਾ ਹੈ ਜੀ, ਅਸੀਂ ਸਵੇਰੇ ਰੋਜ਼ ਪ੍ਰੇਅਰ ਦੇ ਵਿੱਚ ਜੋ ਸਾਡਾ ਅਸੀਂ ਰਾਸ਼ਟਰੀ ਗਾਨ ਗਾਉਂਦੇ ਹਾਂ ਜਨ ਗਣ ਮਨ, ਉਹ ਵੀ ਇਹਨਾਂ ਦਾ ਹੀ ਲਿਖਿਆ ਹੋਇਆ ਹੈ। And a very popular anthology piece where the mind is without fear। ਅਤੇ ਇੱਕ ਬਹੁਤ ਹੀ ਵਧੀਆ ਉਹਨਾਂ ਦੀ ਐਂਥੋਲੋਜੀ ਦਾ ਇੱਕ ਪੀਸ ਹੈ ਨਾ। ਐਂਥੋਲੋਜੀ ਦਾ ਮਤਲਬ ਹੁੰਦਾ ਬੱਚਿਓ ਕਲੈਕਸ਼ਨ। ਨਾ ਉਹ ਕਲੈਕਸ਼ਨ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ, ਇਹ ਪੋਇਮਸ ਦੀ ਹੋ ਸਕਦੀ ਹੈ, ਪ੍ਰੋਜ਼ ਦੀ ਵੀ ਹੋ ਸਕਦੀ ਹੈ। ਤਾਂ ਇਹ ਐਂਥੋਲੋਜੀ ਦਾ ਇੱਕ ਪੀਸ ਹੈ। ਐਂਥੋਲੋਜੀ ਪੀਸ ਦਾ ਮਤਲਬ ਇੱਥੇ ਹੋ ਗਿਆ ਕਿ ਇਸ ਐਂਥੋਲੋਜੀ ਇਸ ਕਲੈਕਸ਼ਨ ਦੇ ਵਿੱਚ ਇੱਕ ਪੋਇਮ ਹੈ ਜਿਸ ਦਾ ਨਾਮ ਹੈ ਵੇਅਰ ਦਾ ਮਾਈਂਡ ਇਜ਼ ਵਿਦਆਊਟ ਫੀਅਰ, ਜੋ ਕਿ ਬਹੁਤ ਹੀ ਜ਼ਿਆਦਾ ਪਪੂਲਰ ਪੋਇਮ ਹੈ। ਤੇ ਬੱਚੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਡੇ ਪੁਰਾਣੇ +2 ਕਲਾਸ ਦੇ ਸਿਲੇਬਸ ਦੇ ਵਿੱਚ ਇਹ ਪੋਇਮ ਸ਼ਾਮਿਲ ਸੀ। ਬਹੁਤ ਹੀ ਵਧੀਆ ਪੋਇਮ ਮੈਂ ਆਪਣੇ ਬੱਚਿਆਂ ਨੂੰ ਵੀ ਕਰਵਾਈ ਹੋਈ ਹੈ ਆਪਣੀ ਕਲਾਸ ਦੇ ਵਿੱਚ, ਤੇ ਮੇਰੀ ਵਨ ਆਫ ਦਾ ਫੇਵਰੇਟ ਪੋਇਮਸ ਵੀ ਹੈ ਇਹ। ਇਨ ਦਾ ਵਰਲਡ ਟੂਡੇ ਇਜ਼ ਵਾਈਲਡ ਵਿਦ ਦਾ ਡਿਲੀਰੀਅਮ ਆਫ ਹੇਟਰੇਡ, Tagore appears as a thorough humanist who raises his voice of protest against the atmosphere of distrust and hatred prevailing in the contemporary world। ਇਸ ਪੋਇਮ ਬਾਰੇ ਕੁਝ ਲਿਖਿਆ ਗਿਆ ਹੈ ਜੀ ਕਿ ਜਿਹੜੀ ਪੋਇਮ ਹੈ The World Today is Wild with Delirium of Hatred, ਇਸ ਦੇ ਵਿੱਚ ਸਾਨੂੰ ਟੈਗੋਰ ਪੂਰੀ ਤਰ੍ਹਾਂ ਇੱਕ ਹਿਊਮਨਿਸਟ ਨਜ਼ਰ ਆਉਂਦੇ ਨੇ। ਹਿਊਮਨਿਸਟ ਦਾ ਮਤਲਬ ਹੁੰਦਾ ਹੈ ਜੀ ਇੱਕ ਅਜਿਹਾ ਪਰਸਨ ਜੋ ਕਿ ਧਰਮਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਜੋ ਕਿ ਜ਼ਿਆਦਾ ਮਾਨਵਤਾ ਦੇ ਵਿੱਚ ਵਿਸ਼ਵਾਸ ਕਰਦਾ ਹੈ। ਮਾਨਵਵਾਦੀ ਆਪਾਂ ਕਹਿ ਸਕਦੇ ਹਾਂ ਪੰਜਾਬੀ 'ਚ। ਅਤੇ ਇਹਨਾਂ ਨੇ ਆਪਣੀ ਆਵਾਜ਼ ਉਠਾਈ ਹੈ, ਟੈਗੋਰ ਜੀ ਨੇ ਆਪਣੀ ਆਵਾਜ਼ ਉਠਾਈ ਹੈ ਕਿਹਦੇ ਖਿਲਾਫ? ਉਹਨਾਂ ਨੇ ਆਪਣੇ ਸਮਕਾਲੀ ਵਰਡ, ਕੰਟੈਂਪਰੇਰੀ ਵਰਲਡ ਦਾ ਮਤਲਬ ਹੁੰਦਾ ਬੱਚਿਓ ਉਹਨਾਂ ਦੇ ਟਾਈਮ ਵਾਲਾ ਵਰਡ, ਜਿਸ ਸਮੇਂ ਦੇ ਵਿੱਚ ਉਹ ਇਸ ਦੁਨੀਆ 'ਚ ਰਹੇ ਨੇ, ਉਸ ਸਮੇਂ ਦੇ ਦੌਰਾਨ ਜੋ ਕਿ ਡਿਸਟਰਸਟ, ਅਵਿਸ਼ਵਾਸ ਐਂਡ ਹੇਟਰੇਡ ਅਤੇ ਨਫ਼ਰਤ ਫੈਲੀ ਹੋਈ ਸੀ। ਪ੍ਰੀਵੇਲਿੰਗ ਦਾ ਮਤਲਬ ਹੁੰਦਾ ਬੱਚਿਓ ਫੈਲਿਆ ਹੋਣਾ। ਤਾਂ ਉਹਨਾਂ ਦੇ ਸਮੇਂ ਦੇ ਵਿੱਚ ਡਿਸਟਰਸਟ ਅਤੇ ਹੇਟਰੇਡ ਫੈਲਿਆ ਹੋਇਆ ਸੀ, ਹੁਣ ਵੀ ਹੈ, ਉਦੋਂ ਵੀ ਸੀ। ਤਾਂ ਇਹਨਾਂ ਦੋਨਾਂ ਦੇ ਐਟਮੋਸਫੀਅਰ ਦੇ ਖਿਲਾਫ, ਜੋ ਵਾਤਾਵਰਨ ਬਣਿਆ ਹੋਇਆ ਸੀ, ਉਸ ਦੇ ਖਿਲਾਫ ਉਹਨਾਂ ਨੇ ਆਪਣੀ ਆਵਾਜ਼ ਉਠਾਈ ਹੈ ਕਿਉਂਕਿ ਇਹ ਮਾਨਵਤਾ ਦੇ ਵਿੱਚ ਵਿਸ਼ਵਾਸ ਰੱਖਦੇ ਸੀ। This poem appears in the form of a song sung by some Buddhist bhikshus in the play Natir Puja written by the poet। ਇਹ ਬੜਾ ਜ਼ਰੂਰੀ ਹੈ ਜੀ ਕਿ ਸਾਨੂੰ ਜਾਣਨਾ ਕਿ ਇਹ ਜਿਹੜੀ ਪੋਇਮ ਹੈ ਇਹ ਇਹਨਾਂ ਦਾ ਇੱਕ ਪਲੇ ਹੈ। ਅਸੀਂ ਪਹਿਲਾਂ ਦੱਸਿਆ ਨਾ ਕਿ ਇਹ ਡਰਾਮੈਟਿਸਟ ਵੀ ਸੀਗੇ, ਪਲੇ ਰਾਈਟਰ ਸੀਗੇ, ਇਹ ਡਰਾਮਾਜ਼ ਵਗੈਰਾ ਲਿਖਦੇ ਸੀ। ਤਾਂ ਇਹਨਾਂ ਨੇ ਇੱਕ ਪਲੇ ਲਿਖਿਆ ਸੀ ਨਾਟਿਰ ਪੂਜਾ। ਤਾਂ ਨਾਟਿਰ ਪੂਜਾ ਦੇ ਵਿੱਚ ਕੁਝ ਭਿਕਸ਼ੂ ਲੋਕ ਜੋ ਕਿ ਗੌਤਮ ਬੁੱਧ ਦੇ ਅਨੁਯਾਈ ਫੋਲੋਅਰਸ ਮੰਨੇ ਜਾਂਦੇ ਨੇ, ਕੁਝ ਭਿਕਸ਼ੂਆਂ ਨੇ ਇਸ ਪੋਇਮ ਨੂੰ ਸੌਂਗ ਦੇ ਤੌਰ ਤੇ ਗਾਇਆ ਸੀ। ਤਾਂ ਉਹ ਵਾਲਾ ਜਿਹੜਾ ਸੌਂਗ ਹੈ ਇਹ ਤੁਹਾਡੇ ਚੈਪਟਰ ਦੇ ਵਿੱਚ ਸ਼ਾਮਿਲ ਹੈ, ਜਿਸ ਨੂੰ ਕਿ The World Today is Wild with the Delirium of Hatred ਦੇ ਕੈਪਸ਼ਨ ਦੇ ਹੇਠ ਅਸੀਂ ਅੱਜ ਪੜ੍ਹਨਾ ਹੈ। ਤਾਂ ਇਹ ਵਾਲੀ ਜਿਹੜੀ ਪੋਇਮ ਹੈ ਐਕਚੁਅਲੀ ਇੱਕ ਸੌਂਗ ਹੈ ਜੋ ਕਿ ਇਹਨਾਂ ਦੇ ਪਲੇ ਨਾਟਿਰ ਪੂਜਾ ਦੇ ਵਿੱਚੋਂ ਵੀ ਲਿਆ ਗਿਆ ਹੈ, ਜਿਨ੍ਹਾਂ ਨੂੰ ਕਿ ਭਿਕਸ਼ੂਜ਼ ਨੇ ਇਸ ਪਲੇ ਦੇ ਵਿੱਚ ਗਾਇਆ ਸੀ। Against a background of the clouds of war hovering in the sky and power bleaks being crazy in their preparations for war, the agonized soul of the poet finds no hope except in a prayer to the Almighty to wipe away all dark stains from the heart of this earth। ਹੁਣ ਸਾਨੂੰ ਪਤਾ ਬੱਚਿਓ ਕਿ ਮਾਨਵਵਾਦੀ ਸੀਗੇ ਜੀ ਟੈਗੋਰ, ਮਾਨਵਤਾ ਦੇ ਵਿੱਚ ਵਿਸ਼ਵਾਸ ਕਰਦੇ ਸੀ। ਤਾਂ ਉਸ ਸਮੇਂ ਡਿਸਟਰਸਟ ਅਤੇ ਹੇਟਰੇਡ ਚਾਰੇ ਪਾਸੇ ਫੈਲੀ ਹੋਈ ਸੀ, ਜਿਵੇਂ ਕਿ ਅਸੀਂ ਪਹਿਲਾਂ ਵੀ ਪੜ੍ਹੇ ਹੈ। ਤਾਂ ਉਸ ਸਮੇਂ ਵਿਸ਼ਵ ਯੁੱਧ ਵੀ ਹੋਏ ਨੇ ਉਹਨਾਂ ਦੇ ਟਾਈਮ ਦੇ ਵਿੱਚ। ਤਾਂ ਕਲਾਊਡਸ ਆਫ ਵਾਰ ਮਤਲਬ ਲੜਾਈਆਂ ਦੇ ਬੱਦਲ ਹਮੇਸ਼ਾ ਹੋਵਰਿੰਗ ਇਨ ਦਾ ਸਕਾਈ ਛਾਏ ਰਹਿੰਦੇ ਸੀਗੇ। ਇਸ ਤਰ੍ਹਾਂ ਦਾ ਬੈਕਗਰਾਉਂਡ ਸੀ ਉਹਨਾਂ ਦਾ। ਬੈਕਗਰਾਉਂਡ ਮਤਲਬ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਸਮਾਂ ਸੀ ਉਹ ਇਸ ਤਰ੍ਹਾਂ ਦਾ ਸੀ। ਅਤੇ ਉਸ ਸਮੇਂ ਦੇ ਵਿੱਚ ਜਿਹੜੇ ਪਾਵਰ ਬਲੀਕਸ ਸੀਗੇ, ਪਾਵਰ ਬਲੀਕਸ ਦਾ ਮਤਲਬ ਜਿਨ੍ਹਾਂ ਕੋਲੇ ਸ਼ਕਤੀ ਸੀਗੀ, ਜਿਨ੍ਹਾਂ ਕੋਲੇ ਪੈਸਾ ਸੀ, ਲੜ ਸਕਦੇ ਸੀ, ਲੜਾਈਆਂ ਦੇ ਵਿੱਚ ਸ਼ਾਮਿਲ ਸੀ, ਉਹ ਬਹੁਤ ਹੀ ਜ਼ਿਆਦਾ ਕ੍ਰੇਜ਼ੀ ਸੀ। ਕ੍ਰੇਜ਼ੀ ਦਾ ਮਤਲਬ ਜਿਹੜੇ ਪਾਗਲ ਹੋਏ ਵੇ ਹੋਣ। ਕਾਹਦੇ ਲਈ? ਇਨ ਦੇਅਰ ਪ੍ਰੈਪਰੇਸ਼ਨ ਫॉर ਵਾਰ, ਕਿਉਂਕਿ ਉਹ ਹਮੇਸ਼ਾ ਲੜਨ ਲਈ ਆਤੁਰ ਰਹਿੰਦੇ ਸੀ। ਜਿਸ ਬੰਦੇ ਕੋਲੇ ਪਾਵਰ ਹੋਊਗੀ ਬੱਚਿਓ, ਉਹੀ ਆਪਣੀ ਪਾਵਰ ਸ਼ੋ ਆਫ ਕਰੂਗਾ, ਤੇ ਉਹਨੂੰ ਸ਼ੋ ਆਫ ਕਰਨ ਦਾ ਮੌਕਾ ਕਿੱਥੇ ਮਿਲੂਗਾ? ਜਦੋਂ ਲੜਾਈ ਹੋਊਗੀ। ਤਾਂ ਹਮੇਸ਼ਾ ਲੜਾਈ ਦੇ ਲਈ ਅਜਿਹੇ ਦੇਸ਼ ਤਿਆਰ ਰਹਿੰਦੇ ਸੀ। ਤਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ, ਇਸ ਤਰ੍ਹਾਂ ਦੇ ਬੈਕਗਰਾਉਂਡ ਦੇ ਵਿੱਚ ਦਾ ਐਗੋਨਾਈਜ਼ ਸੋਲ, ਪੋਇਟ ਦੀ ਜਿਹੜੀ ਦੁਖੀ ਆਤਮਾ ਹੈ। ਐਗੋਨਾਈਜ਼ ਦਾ ਮਤਲਬ ਦੁਖੀ। ਇੱਕ ਤਾਂ ਬੱਚੇ ਹੁੰਦਾ ਦੁੱਖ, ਇੱਕ ਹੁੰਦੀ ਹੈ ਪੀੜ। ਜਿਹੜੀ ਪੀੜ ਹੁੰਦੀ ਹੈ ਨਾ ਉਹ ਸਹੀ ਨਹੀਂ ਜਾਂਦੀ, ਦੁੱਖ ਬੰਦਾ ਬਰਦਾਸ਼ਤ ਕਰ ਲੈਂਦਾ। ਤਾਂ ਐਗੋਨਾਈਜ਼ ਸੋਲ ਦਾ ਮਤਲਬ ਇਹੀ ਪੀੜ ਤੋਂ ਹੈ ਜੋ ਕਿ ਉਸ ਸਮੇਂ ਟੈਗੋਰ ਫੀਲ ਕਰ ਰਹੇ ਸੀ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕਵੀ ਨੂੰ ਕਿਸੇ ਤਰ੍ਹਾਂ ਦੀ ਹੋਪ ਨਜ਼ਰ ਨਹੀਂ ਸੀ ਆ ਰਹੀ, ਕੋਈ ਵੀ ਆਸ ਨਜ਼ਰ ਨਹੀਂ ਸੀ ਆ ਰਹੀ, ਬਜਾਏ ਇਸ ਦੇ ਕਿ ਉਹ ਪ੍ਰੇਅਰ ਕਰਨ, ਉਹ ਪ੍ਰੇ ਕਰਨ, ਪ੍ਰਾਰਥਨਾ ਕਰਨ। ਕਿਹਨੂੰ? ਟੂ ਦਾ ਅਲਮਾਈਟੀ,
ਅਲਮਾਈਟੀ ਦਾ ਮਤਲਬ ਬੱਚੇ ਹੁੰਦਾ ਹੈ ਗੋਡ, ਕਿ ਉਸ ਪਰਮ ਪਿਤਾ ਪਰਮੇਸ਼ਰ ਨੂੰ ਉਹ ਪ੍ਰੇ ਕਰਨ ਤਾਂ ਕਿ ਉਹ ਇਸ ਧਰਤੀ ਦੇ ਉੱਪਰ ਸਾਰੇ ਦਿਲਾਂ ਦੇ ਵਿੱਚ ਜਿੰਨੇ ਡਾਰਕ ਸਟੇਨਸ ਨੇ, ਜੋ ਕਾਲਾਪਨ ਘਿਰਿਆ ਹੋਇਆ ਹੈ, ਉਸ ਨੂੰ ਉਹ ਪਰਮਾਤਮਾ ਦੂਰ ਕਰ ਦੇਵੇ, ਮਤਲਬ ਸਾਰਿਆਂ ਦੇ ਮਨ ਸਾਫ਼ ਕਰ ਦੇਵੇ, ਸਾਰੇ ਕਿਤੇ ਪਿਆਰ ਮੁਹੱਬਤ ਦਾ ਸੰਚਾਰ ਕਰੇ। ਤਾਂ he prays for a utopia of his own, a world totally free from evil, hatred and war। ਤਾਂ ਉਹ ਕੀ ਚਾਹੁੰਦੇ ਸੀ ਕਿ ਇਹ ਸੰਸਾਰ ਇੱਕ ਤਰ੍ਹਾਂ ਦਾ ਯੂਟੋਪੀਆ ਬਣ ਜਾਏ ਨਾ। ਯੂਟੋਪੀਆ ਬੱਚਿਓ ਕੀ ਹੁੰਦਾ ਹੈ, ਇਹ ਨਾ ਇੱਕ ਇਮੇਜਿਨਰੀ ਪਲੇਸ ਹੈ, ਇੱਕ ਕਲਪਨਾ ਦੇ ਵਿੱਚ ਸ਼ਾਮਲ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਕਿ ਕਿਸੇ ਤਰ੍ਹਾਂ ਦੀ ਕੋਈ ਈਵਲ ਨਹੀਂ ਹੈ, ਬੁਰਾਈ ਨਹੀਂ ਹੈ, ਹੇਟਰਡ ਨਫ਼ਰਤ ਨਹੀਂ ਹੈ ਅਤੇ ਵਾਰ ਲੜਾਈ ਨਹੀਂ ਹੈ। ਮਤਲਬ ਸਾਰੇ ਲੋਕ ਆਪਸ ਮਿਲ ਜੁਲ ਕੇ ਰਹਿੰਦੇ ਨੇ। ਅਜਿਹੀ ਜਗ੍ਹਾ ਪਰਫੈਕਟ ਹੁੰਦੀ ਹੈ, ਉਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਹੋ ਨਹੀਂ, ਸਾਰੇ ਪਿਆਰ ਮੁਹੱਬਤ ਨਾਲ ਮਿਲ ਜੁਲ ਕੇ ਰਹਿੰਦੇ ਨੇ, ਕਦੇ ਲੜਦੇ ਨਹੀਂ, ਕਿਸੇ ਦੇ ਮਨ 'ਚ ਪਾਪ ਨਹੀਂ। ਇਸ ਤਰ੍ਹਾਂ ਦਾ ਜਿਹੜਾ ਸੰਸਾਰ ਹੈ ਇਸ ਨੂੰ ਯੂਟੋਪੀਆ ਕਿਹਾ ਜਾਂਦਾ ਹੈ। ਆਮ ਤੌਰ ਤੇ ਅਸੀਂ ਕਈ ਵਾਰੀ ਰਾਮ ਰਾਜ ਦਾ ਬੱਚਿਓ ਜ਼ਿਕਰ ਕਰਦੇ ਹਾਂ, ਤਾਂ ਰਾਮ ਰਾਜ ਵੀ ਇੱਕ ਤਰ੍ਹਾਂ ਦਾ ਯੂਟੋਪੀਆ ਹੀ ਹੈ, ਕਿਉਂਕਿ ਰਾਮ ਰਾਜ ਦਾ ਮਤਲਬ ਇਹੀ ਹੈ, ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਾਰੇ ਇਨਸਾਨ ਬਹੁਤ ਹੀ ਖੁਸ਼ ਨੇ, ਕੋਈ ਵੀ ਦੁਖੀ ਨਹੀਂ ਹੈ ਤੇ ਕੋਈ ਵੀ ਲੜਨ ਨੂੰ ਤਿਆਰ ਨਹੀਂ ਹੈ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਇੰਗਲਿਸ਼ ਇਲੈਕਟਿਵ ਕਲਾਸ +2 ਦਾ ਬਹੁਤ ਸਾਰਾ ਸਿਲੇਬਸ ਆਲਰੇਡੀ ਕਵਰ ਕਰ ਚੁੱਕੇ ਹਾਂ। ਸਾਡੇ ਕੋਲੇ ਟੋਟਲ 2 ਬੁੱਕਸ ਹੈ ਜੀ। ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਕ ਵਿੱਚ ਬੱਚਿਓ ਐਸੇ ਨੇ, ਜਿਨ੍ਹਾਂ ਦੇ ਵਿੱਚੋਂ ਅਸੀਂ ਸਾਰੇ ਐਸੇ ਕਵਰ ਕਰ ਲਏ, ਜਿਵੇਂ ਕਿ ਪਹਿਲਾ ਹੈ ਵਾਰੀਅਰ ਅਗੇਂਸਟ ਵੀਡਸ, ਸੈਕਿੰਡ ਅ ਮੋਸਟ ਫੋਰਗਿਵਿੰਗ ਏਪ, ਥਰਡ ਅ ਯੰਗ ਟਰਕਿਸ਼ ਕੈਟਾਸਟ੍ਰੋਫੀ, ਫੋਰਥ ਅ ਟਾਈਨੀ ਸੈਂਚੁਰੀ, ਫਿਫਥ ਮਨੋ ਮਾਜਰਾ, ਸਿਕਸਥ ਜਮਾਈਕਨ ਫ੍ਰੈਗਮੈਂਟ, ਸੈਵਨਥ ਦ ਹੈਰੀਟੇਜ ਆਫ ਇੰਡੀਆ, ਏਟਥ ਗੋਲਡ ਇਨ ਦ ਨਾਰਥ, ਨਾਈਨਥ ਮਾਈ ਗ੍ਰੇਟੈਸਟ ਓਲੰਪਿਕ ਪ੍ਰਾਈਜ਼, 10th ਦ ਗ੍ਰੀਨ ਰੈਵੋਲੂਸ਼ਨ, 11th ਦ ਸਨੋਬ, 12th ਮੋਸਟ ਡੀਅਰ ਟੂ ਆਲ ਦਾ ਮਿਊਜ਼ਿਕ ਅਤੇ ਲਾਸਟ ਦਾ ਕੇਸ ਫॉर ਦ ਡਿਫੈਂਸ ਅਸੀਂ ਸਾਰੇ ਕਵਰ ਕਰ ਚੁੱਕੇ ਹਾਂ। ਸਾਡੀ ਸੈਕਿੰਡ ਬੁੱਕ ਹੈ ਜੀ ਦਾ ਲਿਟਰੇਰੀ ਪੈਟਲਸ, ਜਿਸ ਵਿੱਚ ਸਟੋਰੀਜ਼ ਨੇ ਅਤੇ ਪੋਇਮਸ ਨੇ। ਅਸੀਂ ਸਾਰੀਆਂ ਸਟੋਰੀਜ਼ ਕਵਰ ਕਰ ਚੁੱਕੇ। ਪਹਿਲੀ ਸਟੋਰੀ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਦੂਸਰੀ ਸਟੋਰੀ ਦਾ ਗੈਂਬਲਿੰਗ ਮੈਚ, ਤੀਸਰੀ ਸਟੋਰੀ ਦਾ ਇਟਰਨਲ ਵਾਈ, ਫੋਰਥ ਆਫਟਰ 20 years, ਫਿਫਥ ਦਾ ਬॉय ਹੂ ਬ੍ਰੋਕ ਦਾ ਬੈਂਕ ਅਤੇ ਸਾਡੀ ਲਾਸਟ ਸਟੋਰੀ ਦਾ ਕੰਜਰਰਸ ਰਿਵੈਂਜ ਅਸੀਂ ਸਾਰੀਆਂ ਕਵਰ ਕਰ ਚੁੱਕੇ। ਬਹੁਤ ਸਾਰੀਆਂ ਪੋਇਮਸ ਅਸੀਂ ਆਲਰੇਡੀ ਬੱਚਿਓ ਕਵਰ ਕਰ ਲਈਆਂ ਨੇ। ਪਹਿਲੀ ਪੋਇਮ ਸਾਡੀ ਬਾਰਡਰ ਗਾਰਡ, ਸੈਕਿੰਡ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਦ ਕੁਆਲਿਟੀ ਆਫ ਮਰਸੀ, ਦ ਫੈਂਸੀ ਡੈਸ਼ ਸ਼ੋ, ਦ ਸੌਂਗ ਆਫ ਇੰਡੀਆ, ਦ ਟਰੀ ਫੈਲ ਡਾਊਨ ਅਸੀਂ ਕਵਰ ਕਰ ਚੁੱਕੇ ਹਾਂ। ਇਸ ਟਾਈਮ ਅਸੀਂ ਦ ਵਰਲਡ ਟੂਡੇ ਇਜ਼ ਵਾਈਲਡ ਵਿਦ ਡਿਲੀਰੀਅਮ ਆਫ ਹੇਟਰੇਡ ਰਿਟਨ ਬਾਏ ਰਵਿੰਦਰਨਾਥ ਟੈਗੋਰ, ਇਹ ਵਾਲੀ ਪੋਇਮ ਦੀ ਸਟੱਡੀ ਜਾਰੀ ਕੀਤੀ ਹੋਈ ਹੈ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਫੁੱਲ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਟੂਡੈਂਟਸ, ਪੋਇਮ ਦਾ ਟੈਕਸਟ ਸ਼ੁਰੂ ਕਰਦੇ ਹਾਂ। ਤਾਂ ਸਾਡਾ ਪਹਿਲਾ ਸਟੈਂਜ਼ਾ ਹੈ ਜੀ, ਜੋ ਕਿ ਸਟਾਰਟ ਸਾਡੀ ਪੋਇਮ ਦੇ ਕੈਪਸ਼ਨ ਨਾਲ ਹੀ ਹੁੰਦਾ ਹੈ, ਦ ਵਰਲਡ ਟੂਡੇ ਇਜ਼ ਵਾਈਲਡ ਵਿਦ ਦ ਡਿਲੀਰੀਅਮ ਆਫ ਹੇਟਰੇਡ। ਹੁਣ ਅਸੀਂ ਸਾਡੀ ਪੋਇਮ ਦੇ ਕੈਪਸ਼ਨ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨ ਵੀ ਸਮਝੀ ਜਾਏਗੀ। ਤਾਂ ਸਾਡਾ ਅਜੋਕਾ ਸੰਸਾਰ, ਦ ਵਰਲਡ ਟੂਡੇ, ਇੱਥੇ ਵਰਲਡ ਟੂਡੇ ਰਵਿੰਦਰਨਾਥ ਟੈਗੋਰ ਜੀ ਨੇ ਆਪਣੇ ਕੰਟੈਂਪਰੇਰੀ ਵਰਲਡ ਨੂੰ ਹੀ ਕਿਹਾ। ਹਾਲਾਂਕਿ ਜਿੱਦਾਂ ਦਾ ਵਰਲਡ ਰਵਿੰਦਰਨਾਥ ਟੈਗੋਰ ਜੀ ਨੇ ਦੇਖਿਆ ਸੀ, ਅੱਜ ਵੀ ਲਗਭਗ ਉਹ ਜਿਹਾ ਹੀ ਵਰਲਡ ਹੈ। ਤਾਂ ਅਸੀਂ ਅਜੋਕੇ ਸੰਸਾਰ ਦੀ ਵੀ ਗੱਲ ਕਰ ਸਕਦੇ ਹਾਂ ਕਿ ਜਿਹੜਾ ਸਾਡਾ ਅਜੋਕਾ ਸੰਸਾਰ ਹੈ ਇਹ ਵਾਈਲਡ ਹੋਇਆ ਹੈ। ਨਾ ਵਾਈਲਡ ਦਾ ਮਤਲਬ ਹੁੰਦਾ ਬੱਚਿਓ ਕ੍ਰੇਜ਼ੀ। ਸਾਡੀ ਗਲੋਸਰੀ ਐਂਡ ਨੋਟਸ ਦੇ ਵਿੱਚ ਵੀ ਬੱਚਿਓ ਵਰਡ ਦਿੱਤੇ ਗਏ ਨੇ, ਅਸੀਂ ਉਹ ਵੀ ਦੇਖ ਲੈਂਦੇ ਹਾਂ। ਤਾਂ ਵਾਈਲਡ ਸ਼ਬਦ ਦਾ ਮਤਲਬ ਹੁੰਦਾ ਹੈ ਜੀ ਮੈਡ, ਕ੍ਰੇਜ਼ੀ, ਅਨਸਿਵਲਾਈਜ਼ਡ, ਅਨਟੇਮਡ, ਸੈਵੇਜ, ਆਊਟ ਆਫ ਕੰਟਰੋਲ। ਇਹਨਾਂ ਸਾਰਿਆਂ ਦਾ ਮਤਲਬ ਹੈ ਪਾਗਲਪਨ। ਜਿਵੇਂ ਅਨਸਿਵਲਾਈਜ਼ਡ ਅਸੀਂ ਕਹਿ ਸਕਦੇ ਹਾਂ ਜਿਹੜਾ ਬੰਦਾ ਸਿਵਲਾਈਜ਼ ਨਹੀਂ ਹੁੰਦਾ, ਜਿਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਮਾਜ ਦੇ ਵਿੱਚ ਕਿਵੇਂ ਰਹਿਣਾ ਹੈ, ਜਾਂ ਫਿਰ ਇੱਕ ਅਜਿਹਾ ਬੰਦਾ ਜਿਸ ਤੇ ਕੋਈ ਕੰਟਰੋਲ ਹੀ ਨਹੀਂ ਹੈ, ਸੈਵੇਜ ਹੈ। ਸੈਵੇਜ ਦਾ ਮਤਲਬ ਜੰਗਲੀ। ਤਾਂ ਇਹ ਸਾਰੇ ਇਸ ਦੇ ਸਿਨੋਨਿਮਸ ਹੈ ਜੀ। ਵਾਈਲਡ ਦਾ ਮਤਲਬ ਜੰਗਲੀ ਕਹਿ ਲਓ, ਕ੍ਰੇਜ਼ੀ ਕਹਿ ਲਓ, ਪਾਗਲਪਨ ਕਹਿ ਲਓ, ਜੋ ਮਰਜ਼ੀ ਕਹਿ ਲਓ, ਵਹਿਸ਼ੀਪੁਣਾ ਕਹਿ ਲਓ। ਅਤੇ ਡੈਲੀਰੀਅਮ ਸ਼ਬਦ ਦਾ ਮਤਲਬ ਕੀ ਹੈ ਜੀ? ਡੈਲੀਰੀਅਮ ਦਾ ਮਤਲਬ ਹੈ ਜੀ ਰੈਸਟਲੈਸਨੈਸ, ਜਦੋਂ ਬੇਆਰਾਮੀ ਹੁੰਦੀ ਹੈ, ਮੈਂਟਲ ਅਪਹੀਵਲ ਔਰ ਡਿਸਟਰਬੈਂਸ, ਐਕਸਟ੍ਰੀਮ ਸਟੇਟ ਆਫ ਮੈਂਟਲ ਡਿਸਟਰਬੈਂਸ ਹੁੰਦੀ ਹੈ ਨਾ, ਤਾਂ ਅਸੀਂ ਉਸ ਨੂੰ ਡੈਲੀਰੀਅਮ ਕਹਿੰਦੇ ਹਾਂ। ਤੁਸੀਂ ਇਸ ਤਰੀਕੇ ਨਾਲ ਸਮਝੋ ਕਿ ਮੰਨ ਲਓ ਕਿ ਕੋਈ ਬੰਦਾ ਬਹੁਤ ਹੀ ਜ਼ਿਆਦਾ ਦੁਖੀ ਹੈ, ਮੈਂਟਲੀ ਤੌਰ ਤੇ ਡਿਸਟਰਬ ਹੈ, ਉਸ ਦੀ ਸੀਮਾ ਹੀ ਨਹੀਂ ਹੈ, ਤਾਂ ਅਸੀਂ ਉਸ ਨੂੰ ਡੈਲੀਰੀਅਮ ਕਹਿੰਦੇ ਹਾਂ। ਥੋੜਾ ਜਿਹਾ ਲਾਈਨ ਦੇ ਕੰਟੈਕਸਟ ਵਿੱਚ ਆਪਾਂ ਇਹਨਾਂ ਦੋਨੇ ਵਰਡਸ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਹਾਂ। ਤਾਂ ਇੱਥੇ ਮਤਲਬ ਇਹ ਹੋਇਆ ਬੱਚੋ ਕਿ ਜਿਹੜਾ ਸਾਡਾ ਅਜੋਕਾ ਸੰਸਾਰ ਹੈ ਨਾ, ਇਹ ਵਾਈਲਡ ਹੋਇਆ ਹੋਇਆ, ਇਹ ਕ੍ਰੇਜ਼ੀ ਹੋ ਗਿਆ, ਇਹ ਪਾਗਲਪਨੇ ਦਾ ਸ਼ਿਕਾਰ ਹੋ ਗਿਆ, ਕਿਉਂਕਿ ਇਹ ਇੱਕ ਡਿਲੀਰੀਅਮ ਦਾ ਸ਼ਿਕਾਰ ਹੋ ਗਿਆ। ਡਿਲੀਰੀਅਮ ਕੀ ਹੈ ਜੀ? ਜੋ ਕਿ ਹੇਟਰਡ ਤੋਂ ਬਣਿਆ ਹੈ। ਹੇਟਰਡ ਦਾ ਮਤਲਬ ਹੈ ਨਫ਼ਰਤ। ਕਿ ਨਫ਼ਰਤ ਦੀ ਅੱਗ ਦੇ ਵਿੱਚ ਸੰਸਾਰ ਦੇ ਲੋਕ ਇੰਨੇ ਜ਼ਿਆਦਾ ਜਲ ਚੁੱਕੇ, ਇੰਨੇ ਜ਼ਿਆਦਾ ਉਹ ਮੈਂਟਲੀ ਡਿਸਟਰਬ ਨੇ
ਕ੍ਰੇਜ਼ੀ ਹੋਏ ਹੋਏ ਨੇ, ਉਹਨਾਂ ਦੇ ਅੰਦਰ ਕੋਈ ਪਿਆਰ ਵਾਲੀ ਗੱਲ ਹੀ ਨਹੀਂ ਰਹੀ। ਉਹ ਇੱਕ ਦੂਜੇ ਨੂੰ ਨਫ਼ਰਤ ਦੀ ਨਿਗਾਹ ਨਾਲ ਹੀ ਦੇਖਦੇ ਨੇ ਤੇ ਉਹ ਨਫ਼ਰਤ ਦੇ ਵਿੱਚ ਪਾਗਲ ਹੋਏ ਹੋਏ ਨੇ, ਪਾਗਲਪਨ ਦੀ ਸੀਮਾ ਤੱਕ ਪਹੁੰਚੇ ਹੋਏ ਨੇ। ਤਾਂ ਅਸੀਂ ਇਸ ਤਰੀਕੇ ਨਾਲ ਇਸ ਲਾਈਨ ਨੂੰ ਸਮਝ ਸਕਦੇ ਹਾਂ। ਤਾਂ ਇਸ ਲਾਈਨ ਦੇ ਵਿੱਚ ਕਵੀ ਨੇ ਇੱਕ ਤਰੀਕੇ ਦਾ ਮੈਟਾਫੋਰ ਯੂਜ਼ ਕੀਤਾ ਹੈ। ਉਸਨੇ ਸੰਸਾਰ ਨੂੰ ਇੱਕ ਅਜਿਹੀ ਹੇਟਰਡ ਦੇ ਡਿਲੀਰੀਅਮ ਦੇ ਨਾਲ ਕੰਪੈਰੀਜ਼ਨ ਕੀਤਾ ਜਿਸ ਦੀ ਕੋਈ ਸੀਮਾ ਹੀ ਨਹੀਂ ਹੈ। ਇਹ ਨਫ਼ਰਤ ਦੇ ਪਾਗਲਪਨ ਦੇ ਨਾਲ ਸ਼ਿਕਾਰ ਹੋਇਆ ਹੈ ਜੀ ਸੰਸਾਰ। ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸੰਸਾਰ ਅਜਿਹੀ ਸਟੇਟ ਦੇ ਵਿੱਚ ਪਹੁੰਚ ਚੁੱਕਿਆ, ਅਜਿਹੀ ਹਾਲਤ 'ਚ ਪਹੁੰਚ ਚੁੱਕਿਆ ਜਿੱਥੇ ਸਿਵਾਏ ਨਫ਼ਰਤ ਤੋਂ ਸਾਨੂੰ ਕੁਝ ਦਿਖਦਾ ਹੀ ਨਹੀਂ ਹੈ। ਵੈਸੇ ਵੀ ਬੱਚਿਓ, ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਇਨਸਾਨ ਬਹੁਤ ਜ਼ਿਆਦਾ ਨਫ਼ਰਤ ਦੇ ਵਿੱਚ ਘਿਰ ਜਾਂਦਾ ਹੈ ਤਾਂ ਉਹ ਫਿਰ ਮੈਂਟਲੀ ਤੌਰ ਤੇ ਕਨਫਿਊਜ਼ ਹੋ ਜਾਂਦਾ, ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਸਹੀ ਕੀ ਹੈ ਗਲਤ ਕੀ ਹੈ। ਉਹ ਕੋਈ ਸਹੀ ਕੰਮ ਕਰਨ ਜੋਗਾ ਹੀ ਨਹੀਂ ਰਹਿੰਦਾ, ਬਿਕੋਜ਼ ਉਸਦਾ ਦਿਮਾਗ ਹੀ ਕੰਮ ਨਹੀਂ ਕਰ ਰਿਹਾ। ਸੰਸਾਰ ਇਸ ਹਾਲਤ 'ਚ ਪਹੁੰਚ ਚੁੱਕਿਆ। ਤੁਸੀਂ ਇਸ ਤਰੀਕੇ ਦੇ ਨਾਲ ਇਸ ਨੂੰ ਸਮਝ ਸਕਦੇ ਹੋ। The conflicts are cruel and unceasing in anguish। ਹੁਣ ਥੋੜਾ ਜਿਹਾ ਐਕਸਪਲੇਨ ਕਰਕੇ ਸਾਨੂੰ ਰਵਿੰਦਰਨਾਥ ਟੈਗੋਰ ਜੀ ਦੱਸਦੇ ਨੇ ਕਿ ਸੰਸਾਰ ਦੇ ਵਿੱਚ ਜਿਹੜੇ ਕਨਫਲਿਕਟਸ ਨੇ ਨਾ, ਉਹ ਕਨਫਲਿਕਟਸ ਦਾ ਮਤਲਬ ਇੱਥੇ ਬੱਚੇ ਉਹ ਝਗੜੇ ਕਹਿ ਸਕਦੇ ਹੋ, ਆਰਗੂਮੈਂਟਸ ਕਹਿ ਸਕਦੇ ਹੋ ਜਾਂ ਫਾਈਟਸ ਕਹਿ ਸਕਦੇ ਹੋ। ਜੋ ਲੜਾਈਆਂ ਹੋ ਰਹੀਆਂ ਨੇ ਜਾਂ ਵਾਰਸ ਹੋ ਰਹੀਆਂ ਨੇ ਉਹਨਾਂ ਨੂੰ ਵੀ ਤੁਸੀਂ ਕਨਫਲਿਕਟਸ ਕਹਿ ਸਕਦੇ ਹੋ। ਕਿ ਜਿਹੜੇ ਲੜਾਈ ਝਗੜੇ ਹੋ ਰਹੇ ਨੇ ਇਹ ਬਹੁਤ ਜ਼ਿਆਦਾ ਕਰੂਅਲ ਨੇ। ਕਰੂਅਲ ਦਾ ਮਤਲਬ ਬਹੁਤ ਜ਼ਿਆਦਾ ਹਾਰਸ਼ ਹੋ ਚੁੱਕੇ, ਬਹੁਤ ਜ਼ਿਆਦਾ ਜ਼ਾਲਿਮ ਹੋ ਚੁੱਕੇ ਅਤੇ ਇਹ ਬੰਦ ਨਹੀਂ ਹੋ ਰਹੇ। ਅਨਸੀਜ਼ਿੰਗ ਦਾ ਮਤਲਬ ਅਨਸਟਾਪਿੰਗ, ਕਿ ਇਹ ਬੰਦ ਨਹੀਂ ਹੋ ਰਹੇ ਅਤੇ ਬਹੁਤ ਜ਼ਿਆਦਾ ਪੇਨਫੁਲ ਨੇ। ਐਂਗੁਇਸ਼ ਦਾ ਮਤਲਬ ਮੈਂ ਤੁਹਾਨੂੰ ਬੱਚਿਓ ਪਹਿਲਾਂ ਵੀ ਜਿਵੇਂ ਦੱਸਿਆ ਸੀ ਕਿ ਇੱਕ ਤਾਂ ਹੁੰਦਾ ਦੁੱਖ ਜੋ ਆਪਾਂ ਸਹਾਰ ਸਕਦੇ ਹਾਂ, ਇੱਕ ਬਹੁਤ ਹੀ ਦਰਦਨਾਕ ਪੀੜ ਹੁੰਦੀ ਹੈ ਜੋ ਕਿ ਸਹਾਰੀ ਨਹੀਂ ਜਾਂਦੀ। ਐਂਗੁਇਸ਼ ਦਾ ਮਤਲਬ ਹੁੰਦਾ ਜੀ ਐਕਸਟ੍ਰੀਮ ਸਟੇਟ ਆਫ ਸਫਰਿੰਗ, ਬਹੁਤ ਜ਼ਿਆਦਾ ਪੇਨਫੁਲ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਜਿਸ ਦਾ ਦਰਦ ਸਹਿ ਹੀ ਨਹੀਂ ਜਾਂਦਾ, ਤਾਂ ਅਸੀਂ ਉਸ ਨੂੰ ਐਂਗੁਇਸ਼ ਕਹਿੰਦੇ ਹਾਂ। ਕਿ ਇਹ ਜਿਹੜੇ ਸੰਸਾਰ ਦੇ ਝਗੜੇ ਨੇ ਬਹੁਤ ਜ਼ਿਆਦਾ ਹਾਰਸ਼ ਹੋ ਚੁੱਕੇ ਅਤੇ ਖਤਮ ਨਹੀਂ ਹੋ ਰਹੇ। ਇਸ ਕਰਕੇ ਹੋ ਕੀ ਰਿਹਾ, ਸੰਸਾਰ ਦੇ ਸਾਰੇ ਲੋਕ ਇਨ ਐਂਗੁਇਸ਼ ਨੇ, ਮਤਲਬ ਕਿ ਬਹੁਤ ਜ਼ਿਆਦਾ ਪੀੜਾ 'ਚ ਨੇ। ਉਹਨਾਂ ਦੀ ਇਹ ਪੀੜਾ ਖਤਮ ਨਹੀਂ ਹੋ ਰਹੀ, ਉਹਨਾਂ ਦਾ ਦੁੱਖ ਦਰਦ ਖਤਮ ਨਹੀਂ ਹੋ ਰਹੇ, ਬਿਕੋਜ਼ ਝਗੜੇ ਵੱਧ ਹੀ ਜਾ ਰਹੇ ਨੇ, ਘਟਣ ਦਾ ਨਾਮ ਨਹੀਂ ਲੈ ਰਹੇ। ਇਸ ਲਾਈਨ ਦੇ ਵਿੱਚ ਬੱਚਿਓ ਕਨਫਲਿਕਟਸ ਤੇ ਕਰੂਅਲ 'ਚ ਜੇ ਤੁਸੀਂ ਦੇਖੋ ਤਾਂ ਜਿਹੜੀ ਸਾਊਂਡ ਹੈ ਕ ਦੀ, ਹਾਲਾਂਕਿ ਕਰੈਕਟਰ ਸੀ ਹੈ ਲੇਕਿਨ ਸਾਊਂਡ ਇਹ ਕ ਦੀ ਦੇ ਰਿਹਾ ਜੋ ਕਿ ਇੱਕ ਕੌਨਸੋਨੈਂਟ ਦੀ ਆਵਾਜ਼ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਐਲੀਟ੍ਰੇਸ਼ਨ ਯੂਜ਼ ਹੋਈ ਹੈ। ਜਿਸ ਤਰ੍ਹਾਂ ਕਿ ਪਹਿਲੀ ਲਾਈਨ ਦੇ ਵਿੱਚ ਦਾ ਵਰਲਡ ਟੂਡੇ ਨੂੰ ਡਿਲੀਰੀਅਮ ਆਫ ਹੇਟਰਡ ਦੇ ਨਾਲ ਕੰਪੈਰੀਜ਼ਨ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਇਹ ਮੈਟਾਫੋਰ ਦੇ ਤਰੀਕੇ ਨਾਲ ਯੂਜ਼ ਹੋਇਆ ਸੀ। ਤਾਂ ਦੂਸਰੀ ਲਾਈਨ ਦੇ ਵਿੱਚ ਐਲੀਟ੍ਰੇਸ਼ਨ ਯੂਜ਼ ਹੋਈ ਹੈ। ਕ੍ਰੂਕਡ ਆਰ ਇਟਸ ਪਾਥਸ, ਟੈਂਗਲਸ ਇਟਸ ਬੌਂਡਸ ਆਫ ਗ੍ਰੀਡ। ਕਹਿੰਦੇ ਇਸ ਸੰਸਾਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਜਿਹੜੇ ਰਸਤੇ ਨੇ, ਪਾਥਸ ਦਾ ਮਤਲਬ ਕਿ ਕਿਸ ਤਰੀਕੇ ਦੇ ਨਾਲ ਉਹ ਲਾਈਫ ਸਟਾਈਲ ਆਪਣਾ ਜਿੰਦੇ ਨੇ, ਆਪਣਾ ਜ਼ਿੰਦਗੀ ਬਤੀਤ ਕਰਦੇ ਨੇ, ਤਾਂ ਉਹ ਹੁਣ ਕ੍ਰੂਕਡ ਹੋ ਚੁੱਕੇ। ਕ੍ਰੂਕਡ ਦਾ ਮਤਲਬ ਹੁੰਦਾ ਬੱਚਿਓ ਜਿਹੜੀ ਚੀਜ਼ ਸਟ੍ਰੇਟ ਨਹੀਂ ਹੈ, ਨਾਟ ਸਟ੍ਰੇਟ, ਕਿ ਉਹ ਡਿਸਓਨੈਸਟ ਹੋ ਚੁੱਕੇ, ਇਮਾਨਦਾਰ ਨਹੀਂ ਰਹੇ। ਕ੍ਰੂਕਡ ਦਾ ਮਤਲਬ ਅਸੀਂ ਇੱਕ ਅਜਿਹੇ ਪਰਸਨ ਤੋਂ ਲੈਂਦੇ ਹਾਂ ਜੋ ਕਿ ਇਮਾਨਦਾਰ ਨਹੀਂ ਹੈ, ਬੇਈਮਾਨ ਹੈ। ਸੰਸਾਰ ਦੇ ਜਿਹੜੇ ਲੋਕ ਨੇ ਉਹ ਹੁਣ ਬੇਈਮਾਨ ਹੋ ਚੁੱਕੇ। ਉਹਨਾਂ ਨੇ ਜਿਹੜੇ ਰਸਤੇ ਅਪਣਾਏ ਹੋਏ ਨੇ ਉਹਨਾਂ ਨੇ ਉਹ ਬੇਈਮਾਨੀ ਵਾਲੇ ਰਸਤੇ ਅਪਣਾਏ ਹੋਏ ਨੇ। ਟੈਂਗਲਡ ਇਟਸ ਬੌਂਡਸ ਆਫ ਗ੍ਰੀਡ, ਅਤੇ ਉਹ ਟੈਂਗਲਡ ਹੋਏ ਹੋਏ ਨੇ। ਟੈਂਗਲਡ ਦਾ ਮਤਲਬ ਹੁੰਦਾ ਬੱਚਿਓ ਤੁਸੀਂ ਕਹਿ ਸਕਦੇ ਹੋ ਟਵਿਸਟਡ ਜਾਂ ਨੋਟਡ ਟੁਗੇਦਰ, ਕਿ ਕੋਈ ਚੀਜ਼ ਜਿਵੇਂ ਬੱਚਿਓ ਟਵਿਸਟ ਹੋ ਜਾਂਦੀ ਹੈ ਨਾ, ਕਿ ਉਲਝ ਜਾਂਦੀ ਹੈ, ਤਾਣਾ ਬਾਣਾ ਉਲਝ ਜਾਂਦਾ, ਤਾਂ ਉਸ ਨੂੰ ਟੈਂਗਲਡ ਕਿਹਾ ਜਾਂਦਾ ਹੈ। ਤਾਂ ਉਹ ਕਿਸ ਤਰ੍ਹਾਂ ਦੇ ਤਾਣੇ ਬਾਣੇ ਚ ਉਲਝੇ ਹੋਏ ਨੇ? ਬੌਂਡਸ ਆਫ ਗ੍ਰੀਡ। ਬੌਂਡਸ ਦਾ ਮਤਲਬ ਬੰਧਨਾਂ ਨੂੰ ਕਿਹਾ ਜਾਂਦਾ ਹੈ ਜਾਂ ਕਨੈਕਸ਼ਨਸ ਨੂੰ ਕਿਹਾ ਜਾਂਦਾ ਹੈ। ਹੁਣ ਉਹਨਾਂ ਦੇ ਜਿਹੜੇ ਬੰਧਨ ਨੇ ਉਹ ਪਿਆਰ ਵਾਲੇ ਤਾਂ ਰਹੇ ਹੀ ਨਹੀਂ। ਸੰਸਾਰ ਦੇ ਲੋਕਾਂ ਦੇ ਆਪਸੀ ਬੰਧਨ ਪਿਆਰ ਵਾਲੇ ਨਹੀਂ ਹੈਗੇ, ਉਹ ਕਾਹਦੇ ਨੇ? ਗ੍ਰੀਡ ਵਾਲੇ ਨੇ, ਲਾਲਚ ਵਾਲੇ ਨੇ। ਉਹ ਲਾਲਚਾਂ ਵਾਲੇ ਬੰਧਨਾਂ ਦੇ ਵਿੱਚ ਟੈਂਗਲਡ ਹੋਏ ਹੋਏ ਨੇ, ਉਹਨਾਂ ਦੇ ਵਿੱਚੋਂ ਜਕੜ ਚੁੱਕੇ। ਉਹ ਇਹਨਾਂ ਬੰਧਨਾਂ ਦੇ ਵਿੱਚੋਂ ਨਿਕਲ ਹੀ ਨਹੀਂ ਸਕਦੇ। ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਗ੍ਰੀਡ, ਉਹਨਾਂ ਦੇ ਅੰਦਰ ਇੰਨਾ ਜ਼ਿਆਦਾ ਲਾਲਚ ਘਿਰ ਚੁੱਕਿਆ ਹੈ ਕਿ ਹੁਣ ਉਹ ਟੈਂਗਲਡ ਹੋ ਗਏ। ਹੁਣ ਉਹ ਇੱਕ ਤਰੀਕੇ ਨਾਲ ਫਸ ਗਏ, ਉਸ ਦੇ ਵਿੱਚੋਂ ਜਕੜ ਗਏ ਤੇ ਉਹ ਨਿਕਲ ਨਹੀਂ ਸਕਦੇ। ਅਤੇ ਰਸਤੇ ਜਿਹੜੇ ਉਹਨਾਂ ਨੇ ਅਪਣਾਏ ਹੋਏ ਨੇ ਉਹ ਬੇਈਮਾਨੀ ਦੇ ਰਸਤੇ ਅਪਣਾਏ ਹੋਏ ਨੇ। ਤੀਸਰੀ ਲਾਈਨ ਦੇ ਵੀ ਕੁਝ ਵਰਡਸ ਗਲੋਸਰੀ ਚ ਆਏ ਨੇ। ਤਾਂ ਕ੍ਰੂਕਡ ਦਾ ਮਤਲਬ ਆਲਰੇਡੀ ਬੱਚੇ ਮੈਂ ਤੁਹਾਨੂੰ ਦੱਸਿਆ ਸੀ, ਨਾਟ ਸਟ੍ਰੇਟ, ਡਿਸਓਨੈਸਟ, ਇਲੀਗਲ, ਜੋ ਰਸਤਾ ਸਹੀ ਨਹੀਂ ਹੈ, ਇਮਾਨਦਾਰੀ ਵਾਲਾ ਨਹੀਂ ਹੈ, ਜੋ ਕਾਨੂੰਨਨ ਠੀਕ ਨਹੀਂ ਹੈ, ਤਾਂ ਅਸੀਂ ਉਸ ਨੂੰ ਕ੍ਰੂਕਡ ਕਹਿੰਦੇ ਹਾਂ। ਟੈਂਗਲ ਦਾ ਮਤਲਬ ਬੈਡਲੀ ਇੰਟਰਵੀਨ, ਬਹੁਤ ਜ਼ਿਆਦਾ ਬੁਰੀ ਤਰ੍ਹਾਂ ਜਦੋਂ ਉਲਝਿਆ ਹੁੰਦਾ ਤਾਣਾ ਬਾਣਾ, ਅਸੀਂ ਉਸ ਨੂੰ ਟੈਂਗਲ ਕਹਿੰਦੇ ਹਾਂ। ਤਾਂ ਬੱਚਿਓ ਇਸ ਲਾਈਨ ਦੇ ਵਿੱਚ ਜਿਹੜਾ ਇਟਸ ਸ਼ਬਦ ਦੋ ਵਾਰੀ ਆਇਆ, ਦੇਖੋ ਇਟਸ ਇੱਥੇ ਵੀ ਆਇਆ ਤੇ ਫਿਰ ਇਟਸ ਇੱਥੇ ਵੀ ਆਇਆ, ਤੇ ਕਿਹਦੇ ਲਈ ਯੂਜ਼ ਹੋ ਰਿਹਾ? ਸੰਸਾਰ ਦੇ ਲੋਕਾਂ ਦੇ ਲਈ ਯੂਜ਼ ਹੋ ਰਿਹਾ। ਤਾਂ ਇਟਸ ਇੱਕ ਤਰ੍ਹਾਂ ਦਾ ਪੋਜੈਸਿਵ ਪ੍ਰੋਨਾਉਨ ਹੈ ਜੋ ਵਰਲਡ ਦੇ ਲਈ ਯੂਜ਼ ਹੋ ਰਿਹਾ, ਆਪਾਂ ਕਹਿ ਸਕਦੇ ਹਾਂ। ਤਾਂ ਇਸ ਸਟੈਂਜ਼ੇ ਦੀ ਲਾਸਟ ਲਾਈਨ ਹੈ, ਆਲ ਕ੍ਰੀਚਰਸ ਆਰ ਕ੍ਰਾਈਂਗ ਫॉर ਅ ਨਿਊ ਬਰਥ ਆਫ ਥਾਈਨ। ਜੇ ਤੁਸੀਂ ਥੋੜਾ ਜਿਹਾ ਦੇਖੋ ਤਾਂ ਕ੍ਰਾਈਂਗ ਤੇ ਥਾਈਨ ਦੇ ਵਿੱਚ ਥੋੜੀ ਜੀ ਸਾਨੂੰ ਬਲੈਕਾਰੀ ਮਿਲਦੀ ਹੈ, ਤਾਂ ਕਿਤੇ ਕਿਤੇ ਸਾਨੂੰ ਥੋੜੀ ਜੀ ਰਾਈਮਿੰਗ ਮਿਲਦੀ ਹੈ। ਕਹਿੰਦੇ ਸਾਡੇ ਸੰਸਾਰ ਦੇ ਸਾਰੇ ਜਿਹੜੇ ਕ੍ਰੀਚਰਸ ਨੇ, ਕ੍ਰੀਚਰਸ ਦਾ ਮਤਲਬ ਜੀਵ, ਹੁਣ ਉਹ ਜੀਵ ਦੇ ਵਿੱਚ ਸਾਡੇ ਸਾਰੇ ਸੰਸਾਰ ਦੇ ਲੋਕ ਆ ਗਏ ਜੀ, ਉਹਨਾਂ ਨੂੰ ਸਾਡੇ ਸੰਸਾਰ ਦੇ ਲੋਕਾਂ ਨੂੰ ਕ੍ਰੀਚਰਸ ਕਿਹਾ ਗਿਆ ਹੈ। ਉਹ ਰੌਲਾ ਪਾ ਰਹੇ ਨੇ, ਉਹ ਚੀਕਾਂ ਮਾਰ ਰਹੇ ਨੇ। ਤੇ ਕ੍ਰਾਈਂਗ ਦਾ ਮਤਲਬ ਕਿ ਉਹ
ਪ੍ਰੇ ਕਰ ਰਹੇ ਨੇ ਕਾਦੇ ਲਈ? ਫॉर ਅ ਨਿਊ ਬਰਥ ਆਫ ਥਾਈਨ। ਉਹ ਤੁਹਾਡੇ ਨਵੇਂ ਬਰਥ ਦੇ ਲਈ ਆਸ ਕਰ ਰਹੇ ਨੇ, ਤੁਹਾਡੇ ਨਵੇਂ ਜਨਮ ਦੇ ਬਾਰੇ ਆਸ ਲਗਾਈ ਬੈਠੇ ਨੇ। ਇੱਥੇ ਦੇਖੋ ਬੱਚਿਓ, ਦਾਈਨ ਸ਼ਬਦ ਆਇਆ ਹੈ। ਦਾਈਨ ਇੱਕ ਆਰਕਾਇਕ ਵਰਡ ਹੈ, ਇਹ ਪੁਰਾਣੀ ਇੰਗਲਿਸ਼ ਦੇ ਵਿੱਚ ਯੂਜ਼ ਹੁੰਦਾ ਸੀ। ਅੱਜ ਕੱਲ ਦਾਈਨ ਤੁਸੀਂ ਪ੍ਰੋਜ਼ ਜਾਂ ਪੋਇਟਰੀ ਵਿੱਚ ਦੇਖਣ 'ਚ ਨਹੀਂ ਦੇਖੋਗੇ। ਇਹਦੀ ਥਾਂ ਤੇ ਅਸੀਂ ਯੂਅਰ ਜਾਂ ਯੂਅਰਸ ਪਾਉਂਦੇ ਹਾਂ। ਤਾਂ ਇੱਥੇ ਤੁਸੀਂ ਇਸ ਲਾਈਨ ਨੂੰ ਇਸ ਤਰ੍ਹਾਂ ਵੀ ਪੜ੍ਹ ਸਕਦੇ ਹੋ, ਫॉर ਅ ਨਿਊ ਬਰਥ ਆਫ ਯੂਅਰਸ। ਤਾਂ ਫॉर ਅ ਨਿਊ ਬਰਥ ਆਫ ਯੂਅਰਸ ਦਾ ਮਤਲਬ ਇੱਥੇ ਕਿਸ ਨੂੰ ਕਿਹਾ ਗਿਆ? ਜਿਵੇਂ ਕਿ ਅਸੀਂ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਲਿਖਿਆ ਸੀ, ਉਹਨਾਂ ਨੇ ਇਹ ਜਿਹੜੀ ਪੋਇਮ ਇੱਕ ਪ੍ਰੇ ਦੇ ਤੌਰ ਤੇ ਲਿਖੀ ਹੈ ਉਸ ਪਰਮ ਪਿਤਾ ਪਰਮੇਸ਼ਵਰ ਨੂੰ, ਈਸ਼ਵਰ ਨੂੰ, ਕਿ ਉਹ ਇੱਕ ਨਵਾਂ ਬਰਥ ਲਵੇ ਸੰਸਾਰ ਦੇ ਵਿੱਚ ਅਤੇ ਸੰਸਾਰ ਦੇ ਲੋਕਾਂ ਨੂੰ ਰਾਹ ਦਿਖਾਵੇ। ਇਸ ਗੱਲ ਦੀ ਪ੍ਰਾਰਥਨਾ ਸੰਸਾਰ ਦੇ ਸਾਰੇ ਲੋਕ ਕਰ ਰਹੇ ਨੇ, ਬਿਕੋਜ਼ ਉਹ ਇੰਨੇ ਜ਼ਿਆਦਾ ਗਰੀਡ ਦੇ ਬੰਧਨਾਂ ਦੇ ਵਿੱਚ ਉਲਝ ਚੁੱਕੇ, ਬੇਈਮਾਨੀ ਦੇ ਰਸਤੇ 'ਚ ਉਹ ਇਸ ਹੱਦ ਤੱਕ ਜਾ ਚੁੱਕੇ ਅਤੇ ਨਫ਼ਰਤ ਦੇ ਨਾਲ ਇੰਨਾ ਜ਼ਿਆਦਾ ਭਰ ਚੁੱਕੇ ਕਿ ਹੁਣ ਉਹ ਤੁਹਾਡੀ ਰਾਹ ਦੇਖ ਰਹੇ ਨੇ ਕਿ ਤੁਸੀਂ ਆਓ ਤੇ ਸਾਨੂੰ ਇੱਕ ਨਵਾਂ ਰਾਹ ਦਿਖਾਓ ਤਾਂ ਕਿ ਅਸੀਂ ਇਹਨਾਂ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਸਕੀਏ ਅਤੇ ਅਸੀਂ ਸੱਚ ਦੇ ਰਾਹ ਤੇ ਚੱਲ ਸਕੀਏ। ਤਾਂ ਬੱਚੋ ਜਿਹੜੀ ਲਾਸਟ ਲਾਈਨ ਹੈ, all creatures are crying, ਤਾਂ ਇਸ ਦੇ ਵਿੱਚ ਪਰਸੋਨੀਫਿਕੇਸ਼ਨ ਯੂਜ਼ ਹੋਈ ਹੈ। ਹੁਣ ਸਾਨੂੰ ਪਤਾ ਹੈ ਬੱਚਿਓ ਕਿ ਪਰਸੋਨੀਫਿਕੇਸ਼ਨ ਕਿੱਥੇ ਯੂਜ਼ ਹੁੰਦੀ ਹੈ? ਜਦੋਂ ਅਣਮਨੁੱਖੀ ਚੀਜ਼ਾਂ ਦੇ ਲਈ ਮਨੁੱਖੀ ਫੀਲਿੰਗਸ ਯੂਜ਼ ਹੁੰਦੀਆਂ ਨੇ ਤਾਂ ਅਸੀਂ ਉੱਥੇ ਕਹਿੰਦੇ ਆ ਕਿ ਕਵੀ ਨੇ ਪਰਸੋਨੀਫਿਕੇਸ਼ਨ ਯੂਜ਼ ਕੀਤੀ ਹੈ। ਤਾਂ ਇੱਥੇ ਕ੍ਰੀਚਰਸ ਵੈਸੇ ਲੋਕਾਂ ਨੂੰ ਹੀ ਕਿਹਾ ਗਿਆ ਹੈ, ਤਾਂ ਆਮ ਤੌਰ ਤੇ ਇੱਕ ਇਨਸਾਨ ਹੀ ਰੌਲਾ ਪਾਉਂਦਾ ਨਾ, ਉਹੀ ਰੋਂਦਾ ਹੈ, ਉਹੀ ਚੀਕਦਾ ਹੈ। ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਪਰਸੋਨੀਫਿਕੇਸ਼ਨ ਯੂਜ਼ ਹੋਈ ਹੈ। ਸਟੂਡੈਂਟ, ਸਾਡੀ ਜਿਹੜੀ 4th ਲਾਈਨ ਹੈ ਉਹ ਵੀ ਗਲੋਸਰੀ 'ਚ ਸ਼ਾਮਿਲ ਹੈ, ਅਸੀਂ ਉਹ ਵੀ ਦੇਖ ਲੈਂਦੇ ਹਾਂ। ਨਿਊ ਬਰਥ ਆਫ ਥਾਈਨ। The poet is referring to Lord Krishna's promise to Arjuna in the Bhagavad Gita, the Pandav prince, that he would take birth in this world whenever he found evil prospering and virtue suffering a decline. ਤਾਂ ਸਾਨੇ ਬੱਚਿਓ ਗੀਤਾ ਪੜ੍ਹੀ ਹੈ। ਗੀਤਾ ਦੇ ਵਿੱਚ ਇਹੀ ਦੱਸਿਆ ਗਿਆ ਹੈ ਕਿ ਜਦੋਂ ਲਾਰਡ ਕ੍ਰਿਸ਼ਨ ਭਗਵਾਨ ਅਰਜੁਨ ਨੂੰ ਗੀਤਾ ਦੀ ਸਿੱਖਿਆ ਦਿੰਦੇ ਨੇ ਤੇ ਉਸ ਦੇ ਵਿੱਚ ਉਹ ਕਹਿੰਦੇ ਨੇ, ਤਾਂ ਜਦੋਂ ਵੀ ਸੰਸਾਰ ਦੇ ਵਿੱਚ ਧਰਮ ਦੀ ਹਾਨੀ ਹੁੰਦੀ ਹੈ ਤਾਂ ਮੈਂ ਸੰਸਾਰ ਦੇ ਵਿੱਚ ਅਵਤਾਰ ਲੈਣਾ ਤਾਂ ਕਿ ਲੋਕਾਂ ਨੂੰ ਮੈਂ ਸੱਚਾਈ ਦੇ ਰਾਹ ਤੇ ਪਾ ਸਕਾਂ। ਇੱਥੇ ਇਹੀ ਗੱਲ ਲਿਖੀ ਗਈ ਹੈ ਕਿ ਲਾਰਡ ਕ੍ਰਿਸ਼ਨ ਅਰਜੁਨ ਨੂੰ ਪ੍ਰੋਮਿਸ ਕਰਦੇ ਨੇ ਭਗਵਦ ਗੀਤਾ ਦੇ ਵਿੱਚ ਕਿ ਉਹ ਬਰਥ ਲੈਂਦੇ ਨੇ ਇਸ ਸੰਸਾਰ ਦੇ ਵਿੱਚ ਜਦੋਂ ਵੀ ਉਹ ਈਵਲ ਪ੍ਰੋਸਪਰਿੰਗ ਨੂੰ ਦੇਖਦੇ ਨੇ। ਈਵਲ ਦਾ ਮਤਲਬ ਬੁਰਾਈ ਨੂੰ ਵਧਦੇ ਹੋਏ ਦੇਖਦੇ ਨੇ ਅਤੇ ਜਿਹੜੀ ਚੰਗਿਆਈ ਹੈ, ਵਰਚੂ ਦਾ ਮਤਲਬ ਹੈ ਤੇ ਚੰਗਿਆਈ ਹੋਗੀ, ਉਹ ਜਦੋਂ ਡਿਕਲਾਈਨ ਤੇ ਹੁੰਦੀ ਹੈ, ਜਦੋਂ ਧਰਮ ਦੀ ਹਾਨੀ ਹੁੰਦੀ ਹੈ, ਜਦੋਂ ਸੱਚਾਈ ਘਟ ਜਾਂਦੀ ਹੈ ਸੰਸਾਰ ਦੇ ਵਿੱਚ ਅਤੇ ਬੁਰਾਈ ਵੱਧ ਜਾਂਦੀ ਹੈ, ਤਾਂ ਫਿਰ ਉਹ ਇਸ ਸੰਸਾਰ ਦੇ ਵਿੱਚ ਜਨਮ ਲੈਂਦੇ ਨੇ। ਇਹੀ ਗੱਲ ਰਵਿੰਦਰਨਾਥ ਟੈਗੋਰ ਜੀ ਆਪਣੀ ਪੋਇਮਸ ਕਰਦੇ ਨੇ ਕਿ ਹੁਣ ਸੰਸਾਰ ਦੇ ਵਿੱਚ ਨਫ਼ਰਤ ਇੰਨੀ ਜ਼ਿਆਦਾ ਫੈਲ ਗਈ, ਝੂਠ ਇੰਨਾ ਫੈਲ ਗਿਆ, ਲੜਾਈਆਂ ਇੰਨੀਆਂ ਹੋ ਰਹੀਆਂ ਨੇ, ਤਾਂ ਸਾਰੇ ਲੋਕ ਹੁਣ ਤੁਹਾਡੇ ਵੱਲ ਦੇਖ ਰਹੇ ਨੇ, ਪਰਮਾਤਮਾ ਵੱਲ ਦੇਖ ਰਹੇ ਨੇ ਕਿ ਉਹੀ ਆ ਕੇ ਸਾਨੂੰ ਇੱਕ ਸੱਚਾਈ ਦੇ ਰਾਹ ਤੇ ਚੱਲਣ ਦੀ ਅਗਵਾਈ ਦੇਣਗੇ। ਤਾਂ ਸਾਡਾ ਸੈਕਿੰਡ ਸਟੈਂਜ਼ਾ ਹੈ ਜੀ, ਓ ਥਾਊ ਆਫ ਬਾਉਂਡਲੈਸ ਲਾਈਫ ਸੇਵ them, raise thine eternal voice of hope, let love's lotus with its inexhaustible treasure of honey open its petals in the light. O thou of boundless life। ਤਾਂ ਹੁਣ ਸਟੂਡੈਂਟ ਤੁਸੀਂ ਦੇਖੋ ਕਿ ਜਿਹੜਾ ਸਟੈਂਜ਼ਾ ਹੈ ਸਾਡੇ O ਲੈਟਰ ਨਾਲ ਸਟਾਰਟ ਹੋ ਰਿਹਾ ਹੈ। ਇਹਦਾ ਮਤਲਬ ਕਿ ਪੋਇਟ ਕਿਸੇ ਨੂੰ ਐਡਰੈਸ ਕਰ ਰਿਹਾ ਹੈ। ਕਿਸ ਨੂੰ ਐਡਰੈਸ ਕਰ ਰਿਹਾ ਹੈ? ਉਹ ਪਰਮਾਤਮਾ ਨੂੰ ਐਡਰੈਸ ਕਰ ਰਿਹਾ ਹੈ, ਕਿਉਂਕਿ ਇਸ ਚੀਜ਼ ਦਾ ਪਤਾ ਸਾਨੂੰ ਸੈਕਿੰਡ ਵਰਡ ਤੋਂ ਪਤਾ ਲੱਗ ਜਾਂਦਾ ਹੈ ਜਿਸ ਦੀ ਕਿ ਟੀ ਵੱਡੀ ਹੈ। ਤਾਂ ਦਾਓ ਜਿਹੜਾ ਸ਼ਬਦ ਹੈ ਬੱਚਿਓ, ਇਹ ਇੱਕ ਆਰਕਾਇਕ ਵਰਡ ਹੈ। ਇਹ ਪਹਿਲਾਂ ਸਾਡੀ ਇੰਗਲਿਸ਼ ਦੇ ਵਿੱਚ ਚੱਲਦਾ ਸੀ। ਅੱਜ ਕੱਲ ਤੁਸੀਂ ਇਹ ਵਰਡ ਪੋਇਟਰੀ ਦੇ ਵਿੱਚ ਨਹੀਂ ਪਾਉਂਗੇ ਲਿਖਿਆ ਹੋਇਆ। ਇਸ ਦਾ ਮਤਲਬ ਹੈ ਜੀ ਯੂ। ਇਹ ਪ੍ਰਨਾਊਨ ਹੈ, ਤਾਂ ਯੂ ਨੂੰ ਆਰਕਾਇਕ ਇੰਗਲਿਸ਼ ਦੇ ਵਿੱਚ ਦਾਓ ਕਿਹਾ ਜਾਂਦਾ ਸੀ। ਹੁਣ ਅਸੀਂ ਇੱਥੇ ਯੂ ਕਿਸ ਨੂੰ ਕਹਿ ਰਹੇ ਹਾਂ ਜੀ? ਪਰਮਾਤਮਾ ਨੂੰ ਕਹਿ ਰਹੇ ਹਾਂ, ਕਿਉਂਕਿ ਅਸੀਂ ਉਸ ਦੇ ਲਈ ਵਾਈ ਵੱਡੀ ਪਾਵਾਂਗੇ। ਬਾਉਂਡਲੈਸ ਦਾ ਮਤਲਬ ਹੁੰਦਾ ਹੈ ਜੀ ਵਿਦਆਊਟ ਬਾਉਂਡਰੀਜ਼, ਜਿਸ ਦੀ ਕੋਈ ਸੀਮਾ ਨਾ ਹੋਵੇ, ਜਾਂ ਤੁਸੀਂ ਇਸ ਨੂੰ ਐਂਡਲੈਸ ਵੀ ਕਹਿ ਸਕਦੇ ਹੋ, ਜਿਸ ਦਾ ਕੋਈ ਅੰਤ ਨਹੀਂ ਹੈ। ਤਾਂ ਪਰਮਾਤਮਾ ਨੂੰ ਕਿਹਾ ਗਿਆ ਕਿ ਤੇਰੀ ਲਾਈਫ ਦੀ ਕੋਈ ਸੀਮਾ ਨਹੀਂ ਹੈ, ਸਰਵ ਸ਼ਕਤੀਮਾਨ ਹੈ ਤੂੰ ਵਾਸਟ ਹੈ, ਵਿਸ਼ਾਲ ਹੈ, ਅਨਲਿਮਿਟਿਡ ਨੇਚਰ ਹੈ ਤੇਰੀ, ਤੇ ਤੂੰ ਬਹੁਤ ਹੀ ਪਾਵਰਫੁਲ ਅਤੇ ਫੁੱਲ ਆਫ ਲਾਈਫ ਹੈ। ਤਾਂ ਅਸੀਂ ਇਹ ਪੂਰੀ ਲਾਈਨ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ, ਓ ਯੂ ਹੂ ਹੈਵ ਸੋ ਮਚ ਲਾਈਫ ਐਂਡ એનર્ਜੀ। ਫਿਰ ਪੋਇਟ ਉਸ ਨੂੰ ਕੀ ਕਹਿ ਰਿਹਾ ਜੀ? ਪਰਮਾਤਮਾ ਨੂੰ ਸੇਵ them, ਕਿ ਤੂੰ ਇਹਨਾਂ ਨੂੰ ਬਚਾ। ਇੱਥੇ them ਦਾ ਮਤਲਬ ਬੱਚਿਓ ਮੈਨਕਾਈਂਡ ਨੂੰ ਕਿਹਾ ਗਿਆ। ਇਹ ਤੁਹਾਡੀ ਗਲੋਸਰੀ ਦੇ ਵਿੱਚ ਵੀ ਲਿਖਿਆ ਹੋਇਆ, ਆਪਾਂ ਇੱਕ ਵਾਰੀ ਗਲੋਸਰੀ ਵੀ ਦੇਖ ਲੈਂਦੇ। ਤਾਂ 5ਵੀਂ ਲਾਈਨ ਦੇ ਵਿੱਚ ਸਾਡਾ ਫਰੇਜ਼ ਆਇਆ ਹੈ ਆਫ ਬਾਉਂਡਲੈਸ ਲਾਈਫ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ, ਇਮੋਰਟਲ, ਅਮਰ, ਹੈਵਿੰਗ ਨੀਦਰ ਅ ਬਿਗਨਿੰਗ ਨੋਰ ਐਨ ਐਂਡ, ਜਿਸ ਦਾ ਕੋਈ ਆਰੰਭ ਨਹੀਂ ਹੁੰਦਾ, ਜਿਸ ਦਾ ਕੋਈ ਅੰਤ ਨਹੀਂ ਹੁੰਦਾ, ਕਿਉਂਕਿ ਲਾਈਫ ਤੋਂ ਪਰੇ। ਅਸੀਂ ਕਹਿ ਸਕਦੇ ਹਾਂ ਕਿ ਉਹ ਕਿਸ ਨੂੰ
ਐਡਰੈਸ ਕਰ ਰਿਹਾ, ਪਰਮਾਤਮਾ ਨੂੰ ਐਡਰੈਸ ਕਰ ਰਿਹਾ ਹੈ। ਤੇ 6ਵੀਂ ਲਾਈਨ ਦੇ ਵਿੱਚ ਜਿਵੇਂ them ਆਇਆ ਤਾਂ them mankind ਨੂੰ ਕਿਹਾ ਗਿਆ ਜੀ, ਸਾਰੀ ਮਾਨਵਤਾ ਨੂੰ ਕਿਹਾ ਗਿਆ, ਲੋਕਾਂ ਨੂੰ ਕਿਹਾ ਗਿਆ ਹੈ, ਜੋ ਕਿ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਹੇ ਨੇ, ਉਸ ਨੂੰ ਰਿਕੁਐਸਟ ਕਰ ਰਹੇ ਨੇ ਕਿ ਉਹਨਾਂ ਨੂੰ ਰਾਹ ਦਿਖਾਵੇ। ਤਾਂ ਤੂੰ ਉਹਨਾਂ ਨੂੰ ਬਚਾ, ਕਿਉਂਕਿ ਉਹ ਅਗਿਆਨਤਾ ਦੇ ਰਸਤੇ ਤੇ ਤੁਰੇ ਹੋਏ ਨੇ, ਇੱਕ ਦੂਸਰੇ ਨਾਲ ਲੜਦੇ ਝਗੜਦੇ ਨੇ, ਪਿਆਰ ਮੁਹੱਬਤ ਉਹਨਾਂ 'ਚ ਨਹੀਂ ਰਿਹਾ, ਨਫ਼ਰਤ ਨਾਲ ਭਰੇ ਹੋਏ ਨੇ। ਤਾਂ ਤੂੰ ਉਹਨਾਂ ਨੂੰ ਰਸਤਾ ਦਿਖਾ, ਉਹਨਾਂ ਨੂੰ ਬਚਾ। ਰੇਜ਼ ਥਾਈਨ ਇਟਰਨਲ ਵੌਇਸ ਆਫ ਹੋਪ, ਤੇ ਉਹਨਾਂ ਦੀ ਜਿਹੜੀ ਹੋਪ ਹੈ ਉਸ ਨੂੰ ਜਗਾ, ਉਸ ਨੂੰ ਤੂੰ ਪਰ ਲਗਾ, ਉਸ ਨੂੰ ਤੂੰ ਆਪਣੀ ਆਵਾਜ਼ ਦੇ। ਇਹ ਥਾਈਨ ਵਰਡ ਉਹੀ ਵਰਡ ਹੈ ਬੱਚਿਓ ਜਿਹੜਾ ਪਹਿਲਾਂ ਵੀ ਆਇਆ ਸੀ। ਇਸ ਦਾ ਮਤਲਬ ਇੱਥੇ ਫੇਰ yours ਹੀ ਹੈ ਜਾਂ your ਹੈ, ਕਿ ਉਹਨਾਂ ਦੀ ਜਿਹੜੀ ਵੌਇਸ ਹੈ ਹੋਪ, ਉਹਨਾਂ ਦੀ ਜਿਹੜੀ ਹੋਪ ਹੈ ਉਸ ਨੂੰ ਤੂੰ ਜਗਾ, ਉਹਨਾਂ ਦੇ ਅੰਦਰ ਹੋਪ ਰੇਜ਼ ਕਰ। ਤੂੰ ਕਿਵੇਂ? ਥਾਈਨ ਇਟਰਨਲ ਵੌਇਸ, ਜਦੋਂ ਤੂੰ ਆਵਾਜ਼ ਲਗਾਏਗਾ, ਜਦੋਂ ਤੇਰੀ ਆਵਾਜ਼ ਸੁਣਨਗੇ ਤਾਂ ਉਹਨਾਂ ਦੇ ਅੰਦਰ ਇੱਕ ਹੋਪ ਆਏਗੀ ਜਿਹੜੀ ਕਿ ਐਵਰਲਾਸਟਿੰਗ ਹੋਏਗੀ। ਇਟਰਨਲ ਦਾ ਮਤਲਬ ਹੁੰਦਾ ਬੱਚਿਓ ਐਵਰਲਾਸਟਿੰਗ, ਹਮੇਸ਼ਾ, ਆਲਵੇਜ਼। ਹੁਣ ਉਹ ਤੈਨੂੰ ਪ੍ਰਾਰਥਨਾ ਕਰ ਰਹੇ ਨੇ, ਜਦੋਂ ਤੇਰੀ ਆਵਾਜ਼ ਸੁਣਨਗੇ ਤਾਂ ਉਹਨਾਂ ਦੇ ਅੰਦਰ ਇੱਕ ਹੋਪ ਜਾਗੇਗੀ ਜੋ ਕਿ ਹਮੇਸ਼ਾ ਜਾਗਦੀ ਰਹੇਗੀ, ਉਹ ਕਦੇ ਖਤਮ ਨਹੀਂ ਹੋਏਗੀ। ਤਾਂ ਬੱਚਿਓ ਤੁਸੀਂ ਇੱਕ ਗੱਲ ਇੱਥੇ ਨੋਟ ਕਰੋ ਕਿ ਕਵੀ ਨੇ ਇਸ ਲਾਈਨ ਦੇ ਵਿੱਚ ਪਰਸੋਨੀਫਿਕੇਸ਼ਨ ਯੂਜ਼ ਕੀਤੀ ਹੈ। ਕਿਸ ਤਰ੍ਹਾਂ ਕੀਤੀ ਹੈ? ਉਸ ਨੇ ਹੋਪ ਦੇ ਨਾਲ ਵੌਇਸ ਯੂਜ਼ ਕੀਤੀ ਹੈ, ਵੌਇਸ ਆਫ ਹੋਪ, ਆਸ ਦੀ ਆਵਾਜ਼। ਆਮ ਤੌਰ ਤੇ ਆਵਾਜ਼ ਕਿਸ ਦੀ ਹੁੰਦੀ ਹੈ ਬੱਚਿਓ? ਇਨਸਾਨ ਦੀ ਹੁੰਦੀ ਹੈ ਨਾ, ਪਰ ਇੱਥੇ ਹੋਪ ਇੱਕ ਐਬਸਟ੍ਰੈਕਟ ਨਾਉਨ ਹੈ, ਭਾਵਵਾਚਕ ਨਾਮ ਹੈ, ਉਸ ਦੇ ਲਈ ਕਵੀ ਨੇ ਵੌਇਸ ਯੂਜ਼ ਕੀਤੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਉਸਨੇ, ਕਿਉਂਕਿ ਮਨੁੱਖੀ ਫੀਲਿੰਗ ਯੂਜ਼ ਕੀਤੀਆਂ ਨੇ ਹੋਪ ਦੇ ਲਈ। ਲੈਟ ਲਵਸ ਲੋਟਸ ਵਿਦ ਇਟਸ ਇਨਐਗਜ਼ੌਸਟੀਬਲ ਟ੍ਰੈਜ਼ਰ ਆਫ ਹਨੀ ਓਪਨ ਇਟਸ ਪੈਟਲਸ ਇਨ ਦਾ ਲਾਈਟ। ਹੁਣ ਕਵੀ ਇੱਥੇ ਬਹੁਤ ਹੀ ਇੱਕ ਸੁੰਦਰ ਵਿਵਿਡ ਇਮੇਜਰੀ ਪੇਸ਼ ਕਰ ਰਿਹਾ ਹੈ। ਇਮੇਜਰੀ ਤੁਹਾਨੂੰ ਪਤਾ ਬੱਚਿਓ, ਜਦੋਂ ਲਾਈਨਾਂ ਪੜ੍ਹ ਕੇ ਸਾਡੇ ਧਿਆਨ ਦੇ ਵਿੱਚ ਕੋਈ ਦ੍ਰਿਸ਼ ਆਉਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਉੱਥੇ ਇਮੇਜਰੀ ਕਵੀ ਨੇ ਯੂਜ਼ ਕੀਤੀ ਹੈ। ਤਾਂ ਇੱਥੇ ਇਮੇਜਰੀ ਕਿਸ ਤਰ੍ਹਾਂ ਯੂਜ਼ ਕੀਤੀ ਹੈ ਕਵੀ ਨੇ? ਲੋਟਸ ਫਲਾਵਰ ਦੇ ਹਿਸਾਬ ਦੇ ਨਾਲ ਉਸਨੇ ਯੂਜ਼ ਕੀਤੀ ਹੈ। ਤਾਂ ਉਸਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਫੁੱਲ ਹੁੰਦਾ ਹੈ ਲੋਟਸ ਦਾ, ਤਾਂ ਉਹ ਆਪਣੀ ਇਨਐਗਜ਼ੌਸਟੀਬਲ ਦਾ ਮਤਲਬ ਹੁੰਦਾ ਹੈ that never ends, that never finished, ਜਿਹੜੀ ਚੀਜ਼ ਕਦੇ ਖਤਮ ਨਾ ਹੋਵੇ, ਉਸ ਲਈ ਅਸੀਂ ਵਰਡ ਯੂਜ਼ ਕਰਦੇ ਹਾਂ ਇਨਐਗਜ਼ੌਸਟੀਬਲ। ਉਸ ਦੇ ਅੰਦਰ ਕੀ ਚੀਜ਼ ਖਤਮ ਨਹੀਂ ਹੁੰਦੀ ਜੀ? ਟ੍ਰੈਜ਼ਰ ਆਫ ਹਨੀ। ਟ੍ਰੈਜ਼ਰ ਆਫ ਹਨੀ, ਹਨੀ ਦਾ ਮਤਲਬ ਵੈਸੇ ਸ਼ਹਿਦ ਹੁੰਦਾ ਹੈ, ਲੇਕਿਨ ਇੱਥੇ ਹਨੀ ਦਾ ਮਤਲਬ ਇੱਥੇ ਸਵੀਟਨੈਸ ਤੋਂ ਹੈ। ਜਿਵੇਂ ਲੋਟਸ ਫਲਾਵਰ ਹੈ ਜਿਹੜਾ ਜੀ, ਉਸ ਦੇ ਅੰਦਰ ਕਿੰਨੀ ਸਵੀਟਨੈਸ ਹੁੰਦੀ ਹੈ ਜੋ ਕਿ ਸਾਨੂੰ ਮਹਿਸੂਸ ਹੁੰਦੀ ਹੈ, ਤੇ ਉਹ ਅਥਾਹ ਹੁੰਦੀ ਹੈ, ਉਹ ਕਦੇ ਖਤਮ ਨਹੀਂ ਹੁੰਦੀ। ਅਤੇ ਜਿਸ ਤਰ੍ਹਾਂ ਇਹੀ ਲੋਟਸ ਫਲਾਵਰ ਇਨ ਦਾ ਲਾਈਟ, ਸਨਲਾਈਟ ਦੇ ਵਿੱਚ ਆਪਣੀਆਂ ਪੈਟਲਸ ਓਪਨ ਕਰਦਾ ਹੈ, ਜਿਵੇਂ ਹੀ ਸੂਰਜ ਦੀ ਰੋਸ਼ਨੀ ਉਸ ਨੂੰ ਮਿਲਦੀ ਹੈ ਤਾਂ ਇਸ ਦੀਆਂ ਪੰਖੜੀਆਂ ਖੁੱਲਦੀਆਂ ਨੇ। ਯਾਦ ਕਰੋ ਬੱਚਿਓ, ਤੁਹਾਡੀ ਬੁੱਕ ਦਾ ਨਾਮ ਵੀ ਦਾ ਲਿਟਰੇਰੀ ਪੈਟਲਸ ਹੈ। ਜਿਸ ਤਰ੍ਹਾਂ ਪੰਖੜੀਆਂ ਫਲਾਵਰ ਦੀਆਂ ਖਿੜ ਉੱਠਦੀਆਂ ਨੇ ਸੂਰਜ ਦੀ ਰੋਸ਼ਨੀ ਦੇ ਵਿੱਚ, ਅਤੇ ਫਿਰ ਉਹ ਆਪਣੀ ਸਵੀਟਨੈਸ ਸਾਰੇ ਸੰਸਾਰ ਨੂੰ ਦਿੰਦਾ ਹੈ, ਤੇ ਉਹ ਸਵੀਟਨੈਸ ਕਦੇ ਖਤਮ ਨਹੀਂ ਹੁੰਦੀ। ਉਹ ਇਸੇ ਤਰ੍ਹਾਂ ਤੇਰਾ ਜਿਹੜਾ ਪਿਆਰ ਹੈ, ਇੱਥੇ ਦੇਖੋ ਫਿਰ ਲੈਟ ਲਵ, ਉਹ ਫਿਰ ਸੰਬੋਧਿਤ ਕਰ ਰਿਹਾ ਹੈ ਪਰਮਾਤਮਾ ਨੂੰ ਕਿ ਤੇਰਾ ਜਿਹੜਾ ਪਿਆਰ ਹੈ ਇਹ ਨਾ ਖਤਮ ਹੋਣ ਵਾਲਾ ਹੈ, ਇਹ ਵੀ ਇਨਐਗਜ਼ੌਸਟੀਬਲ ਹੈ, ਇਹ ਸਾਰੇ ਸੰਸਾਰ ਦੇ ਲੋਕਾਂ ਨੂੰ ਮਿਲਣਾ ਚਾਹੀਦਾ। ਜਦੋਂ ਸਾਰੇ ਸੰਸਾਰ ਦੇ ਲੋਕਾਂ ਵਿੱਚ ਤੇਰਾ ਪਿਆਰ ਜਾਏਗਾ, ਸੰਦੇਸ਼ ਜਾਏਗਾ। ਇਸ ਜਗ੍ਹਾ ਦੇ ਵਿੱਚ ਕਵੀ ਨੇ ਮੈਟਾਫੋਰ ਯੂਜ਼ ਕੀਤਾ ਹੈ ਕਿ ਜਿਸ ਤਰ੍ਹਾਂ ਇੱਕ ਲੋਟਸ ਫਲਾਵਰ ਦੀ ਸਵੀਟਨੈਸ ਕਦੇ ਖਤਮ ਨਹੀਂ ਹੁੰਦੀ, ਉਹ ਆਪਣੀ ਸਵੀਟਨੈਸ ਹਰ ਇੱਕ ਇਨਸਾਨ ਨੂੰ ਵੰਡਦਾ ਹੈ, ਹਰ ਇੱਕ ਪ੍ਰਾਣੀ ਨੂੰ ਵੰਡਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਪਿਆਰ ਵੀ ਕਦੇ ਖਤਮ ਨਹੀਂ ਹੁੰਦਾ। ਜਦੋਂ ਉਹ ਸਾਰੇ ਇਨਸਾਨਾਂ ਨੂੰ ਮਿਲਦਾ ਹੈ ਤਾਂ ਉਹ ਹੋਰ ਵੱਧਦਾ ਹੈ। ਤੁਹਾਡੀ ਗਲੋਸਰੀ ਦੇ ਵਿੱਚ ਵੀ ਬੱਚਿਓ ਇਸ ਲਾਈਨ ਨੂੰ ਥੋੜਾ ਜਨਰੇਟ ਕੀਤਾ, ਆਪਾਂ ਪੜ੍ਹ ਲੈਂਦੇ ਹਾਂ। The poet calls upon God Almighty to inspire people to love one another and spread sweetness all around. ਕਵੀ God Almighty ਪਰਮਾਤਮਾ ਨੂੰ ਇਹ ਰਿਕੁਐਸਟ ਕਰ ਰਿਹਾ ਹੈ, ਪਰਮਾਤਮਾ ਤੋਂ ਇਹ ਦੁਆ ਮੰਗ ਰਿਹਾ ਹੈ ਕਿ ਪਰਮਾਤਮਾ ਲੋਕਾਂ ਨੂੰ ਇਨਸਪਾਇਰ ਕਰੇ, ਉਹਨਾਂ ਨੂੰ ਪ੍ਰੇਰਨਾ ਦੇਵੇ ਕਿ ਉਹ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣ ਅਤੇ ਆਪਣੀ ਪਿਆਰ ਮੁਹੱਬਤ ਸਾਰਿਆਂ ਨਾਲ ਵੰਡਣ। ਸਟੂਡੈਂਟਸ, ਇਹਨਾਂ ਲਾਈਨਾਂ ਦੇ ਵਿੱਚ ਐਲੀਟ੍ਰੇਸ਼ਨ ਵੀ ਯੂਜ਼ ਹੋਈ ਹੈ। ਤੁਸੀਂ ਦੇਖੋ ਲੈਟ ਲਵ ਲੋਟਸ, ਐਲ ਸਾਊਂਡ ਜੋ ਕਿ ਕੌਨਸੋਨੈਂਟ ਦੀ ਸਾਊਂਡ ਹੈ, ਇਹ ਵਾਰ-ਵਾਰ ਆ ਰਹੀ ਹੈ, ਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਐਲੀਟ੍ਰੇਸ਼ਨ ਵੀ ਯੂਜ਼ ਹੋਈ ਹੈ। ਤਾਂ ਇਸ ਪੂਰੇ ਸਟੈਂਜ਼ੇ ਦੇ ਵਿੱਚ ਬੱਚਿਓ ਤੁਸੀਂ ਇੱਕ ਗੱਲ ਨੋਟ ਕਰੋ ਕਿ ਇਸ ਪੂਰੇ ਸਟੈਂਜ਼ੇ ਦੇ ਵਿੱਚ ਪਰਸੋਨੀਫਿਕੇਸ਼ਨ ਵੀ ਯੂਜ਼ ਹੋਈ ਹੈ, ਮੈਟਾਫੋਰ ਵੀ ਯੂਜ਼ ਹੋਇਆ ਹੈ, ਐਲੀਟ੍ਰੇਸ਼ਨ ਵੀ ਯੂਜ਼ ਹੋਈ ਹੈ, ਤੇ ਵਿਵਿਡ ਇਮੇਜਰੀ ਵੀ ਯੂਜ਼ ਹੋਈ ਹੈ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂਗਾ, ਕਿਉਂਕਿ ਪਹਿਲੀ ਲਾਈਨ ਪਰਮਾਤਮਾ ਨੂੰ ਸੰਬੋਧਿਤ ਕੀਤੀ ਜਾ ਰਹੀ ਹੈ ਉਹ ਲਗਾ ਕੇ, ਤਾਂ ਇਹ ਵੀ ਇੱਕ ਲਿਟਰੇਰੀ ਡਿਵਾਈਸ ਹੈ ਬੱਚਿਓ ਜੋ ਕਿ ਕਵੀ ਯੂਜ਼ ਕਰਦੇ ਆ। ਇਸ ਨੂੰ ਅਸੀਂ ਐਪੋਸਟ੍ਰੋਫੀ ਕਹਿੰਦੇ ਹਾਂ। ਕਵਿਤਾ ਦੀ ਕਿਸੇ ਲਾਈਨ ਦੇ ਵਿੱਚ ਜਦੋਂ ਕਿਸੇ ਚੀਜ਼ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਕਵੀ ਨੇ ਇੱਥੇ ਐਪੋਸਟ੍ਰੋਫੀ ਯੂਜ਼ ਕੀਤੀ ਹੈ, ਜਿਹੜੀ ਕਿ ਇੱਕ ਲਿਟਰੇਰੀ ਡਿਵਾਈਸ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ।
ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਸਾਡਾ ਨੈਕਸਟ ਸਟੈਂਜ਼ਾ ਹੈ ਜੀ, ਓ ਸੀਰੀਨ ਓ ਫ੍ਰੀ ਇਨ ਥਾਈਨ ਇਮੈਜ਼ਰੇਬਲ ਮਰਸੀ ਐਂਡ ਗੁੱਡਨੈਸ ਵਾਈਪ ਅਵੇ ਆਲ ਡਾਰਕ ਸਟੇਨਸ ਫਰੋਮ ਦਾ ਹਾਰਟ ਆਫ ਦਿਸ ਅਰਥ। ਤੇ ਸਟਾਰਟ ਹੁੰਦਾ ਹੈ ਜੀ ਓ ਸੀਰੀਨ ਓ ਫ੍ਰੀ। ਤਾਂ ਫਿਰ ਇੱਕ ਵਾਰੀ ਕਵੀ ਪਰਮਾਤਮਾ ਦੇ ਅੱਗੇ ਅਰਜ਼ੋਈ ਕਰ ਰਿਹਾ ਹੈ ਜੀ, ਤੇ ਉਹ ਦੇ ਨਾਲ ਸੰਬੋਧਨ ਕਰ ਰਿਹਾ ਹੈ। ਇਹਦਾ ਮਤਲਬ ਇੱਥੇ ਫਿਰ ਉਹ ਐਡਰੈਸ ਕਰ ਰਿਹਾ ਜੀ ਪਰਮਾਤਮਾ ਨੂੰ। ਤਾਂ ਅਸੀਂ ਫਿਰ ਕਹਿ ਸਕਦੇ ਹਾਂ ਕਿ ਇੱਥੇ ਐਪੋਸਟ੍ਰੋਫੀ ਯੂਜ਼ ਕੀਤੀ ਗਈ ਹੈ, ਜਿਹੜੀ ਕਿ ਇੱਕ ਸਾਡੀ ਲਿਟਰੇਰੀ ਡਿਵਾਈਸ ਹੈ। ਤੁਸੀਂ ਇੱਕ ਗੱਲ ਹੋਰ ਦੇਖੋ ਕਿ ਇੱਥੇ ਜਿਹੜਾ ਉਹ ਸ਼ਬਦ ਹੈ ਇਹ ਵੀ 2 ਵਾਰ ਆ ਰਿਹਾ ਹੈ। ਇਸ ਦਾ ਮਤਲਬ ਇੱਥੇ ਸਾਊਂਡ ਦੀ ਰੈਪੀਟੇਸ਼ਨ ਵੀ ਕੀਤੀ ਗਈ ਹੈ। ਤਾਂ ਉਹ ਪਰਮਾਤਮਾ ਨੂੰ ਕਹਿ ਰਿਹਾ ਜੀ, ਕਿਉਂਕਿ ਸਾਨੂੰ ਦੂਸਰੇ ਵਰਡ ਦੇ ਪਹਿਲੇ ਕਰੈਕਟਰ ਤੋਂ ਪਤਾ ਲੱਗਦਾ ਇਸ ਵੱਡਾ ਹੈ ਜੀ, ਤਾਂ ਇਹ ਗੋਡ ਅਲਮਾਈਟੀ ਨੂੰ ਹੀ ਗੱਲ ਕਹੀ ਜਾ ਰਹੀ ਹੈ ਕਿ ਉਹ ਸੀਰੀਨ ਉਹ ਫ੍ਰੀ। ਕਿਉਂਕਿ ਇਹ ਪੁਰਾਣੇ ਸਟਾਈਲ ਨਾਲ ਲਿਖਿਆ ਗਿਆ ਬੱਚਿਓ। ਜੇਕਰ ਅੱਜ ਅਸੀਂ ਇਸ ਲਾਈਨ ਨੂੰ ਦੁਬਾਰਾ ਲਿਖਣੀ ਹੋਵੇ ਤਾਂ ਅਸੀਂ ਕਹਾਂਗੇ ਉਹ ਪੀਸਫੁਲ ਵਨ, ਉਹ ਲਿਬਰੇਟਿੰਗ ਵਨ। ਤਾਂ ਨਵੇਂ ਸਟਾਈਲ ਨਾਲ ਲਿਖ ਕੇ ਅਸੀਂ ਇਸ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਪਾਵਾਂਗੇ। ਉਹ ਸੀਰੀਨ ਦਾ ਮਤਲਬ ਇੱਥੇ ਪੀਸਫੁਲ ਨੂੰ ਕਿਹਾ ਗਿਆ ਹੈ, ਕਿਉਂਕਿ ਪਰਮਾਤਮਾ ਪੀਸਫੁਲ ਹੈ, ਉਹ ਸ਼ਾਂਤੀ ਦੇਣ ਵਾਲਾ ਹੈ, ਸ਼ਾਂਤ ਸੁਭਾਅ ਦਾ ਮਾਲਕ ਹੈ। ਇਸੇ ਤਰ੍ਹਾਂ ਪਰਮਾਤਮਾ ਫ੍ਰੀ ਹੈ, ਲਿਬਰੇਟਿੰਗ ਕਰਨ ਵਾਲਾ ਹੈ, ਸਾਰਿਆਂ ਨੂੰ ਆਜ਼ਾਦ ਕਰਨ ਵਾਲਾ ਹੈ। ਉਹ ਫ੍ਰੀ ਫਰੋਮ ਆਲ ਕੰਸਟ੍ਰੇਂਟਸ ਹੈ, ਸਾਰੇ ਬੰਧਨਾਂ ਤੋਂ ਮੁਕਤ ਹੈ। ਤਾਂ ਉਸ ਨੂੰ ਐਡਰੈਸ ਕਰਦੇ ਹੋਏ ਕਵੀ ਕਹਿੰਦਾ ਹੈ ਕਿ ਤੂੰ ਸਾਰਿਆਂ ਨੂੰ ਆਜ਼ਾਦ ਕਰਨ ਵਾਲਾ ਹੈ, ਤੂੰ ਸਾਰਿਆਂ ਤੋਂ ਸ਼ਾਂਤ ਹੈ। ਇਨ ਥਾਈਨ ਇਮੈਜ਼ਰੇਬਲ ਮਰਸੀ ਐਂਡ ਗੁੱਡਨੈਸ, ਤੇਰੇ ਅੰਦਰ ਇਮੈਜ਼ਰੇਬਲ ਮਰਸੀ ਹੈ ਅਤੇ ਗੁੱਡਨੈਸ ਹੈ। ਇਮੈਜ਼ਰੇਬਲ ਦਾ ਮਤਲਬ ਹੁੰਦਾ ਹੈ ਜੀ ਜਿਹੜੀ ਕਿ ਮਾਪੀ ਨਹੀਂ ਜਾ ਸਕਦੀ, ਜਿਸ ਦਾ ਅਸੀਂ ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕਦੇ। ਇਮੈਜ਼ਰੇਬਲ ਦਾ ਇੱਥੇ ਮਤਲਬ ਹੋ ਗਿਆ ਜੀ ਐਂਡਲੈਸ ਜਾਂ ਲਿਮਿਟਲੈਸ, ਕਿਉਂਕਿ ਉਸ ਦੀ ਕੋਈ ਸੀਮਾ ਹੀ ਨਹੀਂ ਹੈ। ਕਾਹਦੀ ਸੀਮਾ ਨਹੀਂ ਹੈ? ਮਰਸੀ ਦੀ। ਤੇਰੇ ਅੰਦਰ ਮਰਸੀ ਹੈ, ਕਾਈਂਡਨੈਸ ਹੈ ਤੇਰੇ ਅੰਦਰ, ਤੂੰ ਲੋਕਾਂ ਦੇ ਪ੍ਰਤੀ ਦਿਆਲੂ ਹੈ, ਅਤੇ ਤੇਰੇ ਅੰਦਰ ਗੁੱਡਨੈਸ ਹੈ, ਤੇਰੇ ਅੰਦਰ ਚੰਗਿਆਈ ਹੈ। ਤਾਂ ਤੇਰੇ ਅੰਦਰ ਮਰਸੀ ਤੇ ਗੁੱਡਨੈਸ ਦੀ ਕੋਈ ਸੀਮਾ ਹੀ ਨਹੀਂ ਹੈ। ਤੇ ਫਿਰ ਤੂੰ ਇਸ ਚੀਜ਼ ਦੇ ਨਾਲ ਕੀ ਕਰ? ਵਾਈਪ ਅਵੇ ਆਲ ਡਾਰਕ ਸਟੇਨਸ ਫਰੋਮ ਦਾ ਹਾਰਟ ਆਫ ਦਿਸ ਅਰਥ। ਵਾਈਪ ਅਵੇ, ਵਾਈਪ ਅਵੇ ਬੱਚਿਓ ਇੱਕ ਫਰੇਜ਼ਲ ਵਰਬ ਹੈ। ਇਸ ਦਾ ਮਤਲਬ ਹੁੰਦਾ ਹੈ ਰਿਮੂਵ। ਵੈਸੇ ਤਾਂ ਜਿਸ ਤਰ੍ਹਾਂ ਕਿ ਕੱਪੜਿਆਂ ਦੇ ਉੱਪਰ ਕੋਈ ਦਾਗ ਲੱਗ ਜਾਂਦਾ ਤਾਂ ਆਪਾਂ ਉਸ ਨੂੰ ਰਬ ਕਰਕੇ ਉਸ ਦਾਗ ਨੂੰ ਰਿਮੂਵ ਕਰ ਦਿੰਦੇ ਹਾਂ, ਥੋੜਾ ਜਿਹਾ ਸਾਬਣ ਲਗਾ ਕੇ। ਇਸੇ ਤਰੀਕੇ ਨਾਲ ਕਵੀ ਨੇ ਕਿਹਾ ਕਿ ਤੂੰ ਆਪਣੀ ਚੰਗਿਆਈ ਦੇ ਨਾਲ, ਆਪਣੀ ਮਰਸੀ ਦੇ ਨਾਲ ਅਤੇ ਗੁੱਡਨੈਸ ਦੇ ਨਾਲ ਸਾਰੀ ਦੁਨੀਆ ਤੋਂ ਤੂੰ ਡਾਰਕ ਸਟੇਨਸ ਦੂਰ ਕਰ ਦੇ। ਹੁਣ ਇਹ ਡਾਰਕ ਸਟੇਨਸ ਕਿੱਥੋਂ ਦੂਰ ਕਰਨੇ ਆ? ਫਰੋਮ ਦਾ ਹਾਰਟ ਆਫ ਦਿਸ ਅਰਥ। ਇਸ ਅਰਥ ਦੇ ਹਾਰਟ ਦੇ ਅੰਦਰੋਂ ਡਾਰਕ ਸਟੇਨਸ ਦੂਰ ਕਰ ਦੇ। ਲੇਕਿਨ ਡਾਰਕ ਸਟੇਨਸ ਕਿਸ ਨੂੰ ਕਿਹਾ ਗਿਆ? ਡਾਰਕ ਸਟੇਨਸ ਮਤਲਬ ਕਾਲੇ ਧੱਬੇ, ਜਿਵੇਂ ਕੱਪੜਿਆਂ ਦੇ ਉੱਪਰ ਧੱਬੇ ਪੈ ਜਾਂਦੇ ਆ ਤਾਂ ਅਸੀਂ ਉਸ ਨੂੰ ਰਬ ਕਰਕੇ ਦੂਰ ਕਰ ਦਿੰਦੇ ਆ। ਤਾਂ ਡਾਰਕ ਸਟੇਨਸ ਇੱਥੇ ਕਿਹਾ ਗਿਆ ਬੱਚਿਓ ਈਵਿਲਸ ਨੂੰ। ਈਵਿਲਸ ਦਾ ਮਤਲਬ ਹੋ ਗਿਆ ਬੁਰਾਈ, ਹੇਟਰੇਡ ਨੂੰ, ਜਿਸ ਦੀ ਕਿ ਗੱਲ ਪਹਿਲਾਂ ਆਈ ਹੈ। ਨਫ਼ਰਤ ਛਾਈ ਹੋਈ ਹੈ ਲੋਕਾਂ ਦੇ ਅੰਦਰ, ਜਾਂ ਨੈਗੇਟਿਵਿਟੀ ਨੂੰ। ਲੋਕਾਂ ਦੇ ਅੰਦਰ ਨੈਗੇਟਿਵਿਟੀ ਛਾਈ ਹੋਈ ਹੈ, ਉਹਨਾਂ 'ਚ ਪੋਜ਼ਿਟਿਵਿਟੀ ਨਹੀਂ ਹੈ। ਉਹਨਾਂ ਦਾ ਇੱਕ ਦੂਜੇ ਪ੍ਰਤੀ ਨਾ ਪੱਖੀ ਵਤੀਰਾ ਹੈ, ਉਹ ਕਿਸੇ ਨੂੰ ਪਿਆਰ ਕਰਦੇ ਹੀ ਨਹੀਂ ਹੈਗੇ। ਉਹਨਾਂ ਦੇ ਅੰਦਰ ਪਿਆਰ ਮੁਹੱਬਤ ਦੀ ਗੱਲ ਹੀ ਨਹੀਂ। ਉਹ ਇੱਕ ਦੂਜੇ ਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਦੇ ਨੇ, ਇੱਕ ਦੂਜੇ ਨੂੰ ਈਰਖਾ ਦੇ ਨਾਲ ਦੇਖਦੇ ਨੇ। ਤਾਂ ਇਹ ਜਿਹੜੀ ਨੈਗੇਟਿਵਿਟੀ ਹੈ, ਹੇਟਰੇਡ ਹੈ, ਈਵਿਲਸ ਹੈ, ਇਹ ਜਿਹੜੀਆਂ ਬੈਡ ਥਿੰਗਸ ਹੈ ਸਾਰੀਆਂ, ਇਹਨਾਂ ਨੂੰ ਤੂੰ ਵਾਈਪ ਅਵੇ ਕਰ ਦੇ, ਦੂਰ ਕਰ ਦੇ। ਕਿੱਥੋਂ? ਫਰੋਮ ਦਾ ਹਾਰਟ ਆਫ ਦਿਸ ਅਰਥ, ਇਸ ਅਰਥ ਦੇ ਦਿਲ ਤੋਂ। ਹੁਣ ਇੱਥੇ ਹਾਰਟ ਦਾ ਮਤਲਬ ਕੀ ਹੋ ਗਿਆ ਬੱਚਿਓ? ਕੋਰ। ਸਾਡੀ ਬੋਡੀ ਦਾ ਜਿਵੇਂ ਹਾਰਟ ਹੁੰਦਾ ਹੈ, ਬਿਲਕੁਲ ਜਿਹੜਾ ਸਾਡਾ ਕੇਂਦਰ ਹੈ। ਕੋਰ ਦਾ ਮਤਲਬ ਹੋ ਗਿਆ ਕੇਂਦਰ। ਇਸ ਅਰਥ ਦੇ ਕੇਂਦਰ ਤੋਂ, ਅਰਥ ਦਾ ਕੇਂਦਰ ਕੀ ਹੈ? ਵਰਲਡ ਹੈ ਜੀ। ਤਾਂ ਇੱਥੇ ਹਾਰਟ ਆਫ ਦਿਸ ਅਰਥ ਇਹ ਕਿਸ ਨੂੰ ਕਿਹਾ ਗਿਆ? ਇੱਥੇ ਕਿਹਾ ਗਿਆ ਜੀ ਵਰਲਡ ਨੂੰ ਕਿਹਾ ਗਿਆ। ਇਹ ਪੂਰਾ ਫਰੇਜ਼ ਵਰਲਡ ਦੇ ਲਈ ਯੂਜ਼ ਕੀਤਾ ਗਿਆ ਕਿ ਸੰਸਾਰ ਦੇ ਵਿੱਚ ਜਿੰਨੀ ਨੈਗੇਟਿਵਿਟੀ ਹੈ, ਹੇਟਰੇਡ ਹੈ, ਈਵਲਸ ਹੈ, ਜੋ ਲੋਕਾਂ 'ਚ ਛਾਈ ਹੋਈ ਹੈ, ਜਿਸ ਕਰਕੇ ਉਹ ਗਲਤ ਰਸਤੇ ਤੇ, ਕ੍ਰੂਕਡ ਆਪਾਂ ਪੜ੍ਹਿਆ ਸੀ ਨਾ, ਮਤਲਬ ਮਿਸਡਾਇਰੈਕਟ ਹੋਏ ਹੋਏ ਨੇ, ਗਲਤ ਰਸਤੇ ਤੇ ਜਾ ਰਹੇ ਨੇ। ਤੂੰ ਇਹ ਸਾਰੀਆਂ ਚੀਜ਼ਾਂ ਜੋ ਕਿ ਡਾਰਕ ਸਟੇਨਸ ਨੇ, ਇਹਨਾਂ ਨੂੰ ਤੂੰ ਵਾਈਪ ਅਵੇ ਕਰ ਦੇ। ਕਿਵੇਂ? ਆਪਣੀ ਇਮੈਜ਼ਰੇਬਲ ਮਰਸੀ ਅਤੇ ਗੁੱਡਨੈਸ ਦੇ ਨਾਲ।
ਤਾਂ ਬੱਚਿਓ ਇਹਨਾਂ ਲਾਈਨਾਂ ਦੇ ਵਿੱਚ ਨਾ ਲਿਟਰੇਰੀ ਡਿਵਾਈਸਿਸ ਵੀ ਯੂਜ਼ ਹੋਈਆਂ ਨੇ, ਜਿਵੇਂ ਓ ਸੀਰੀਨ ਓ ਫਰੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਐਪੋਸਟ੍ਰੋਫੀ ਯੂਜ਼ ਹੋਈ ਹੈ, ਰੈਪੀਟੇਸ਼ਨ ਆਫ ਵਰਡਸ ਯੂਜ਼ ਹੋਇਆ ਹੈ। ਤਾਂ ਇਸੇ ਤਰ੍ਹਾਂ ਡਾਰਕ ਸਟੇਨ ਜਿਹੜਾ ਸ਼ਬਦ ਹੈ ਇਹ ਇੱਕ ਤਰੀਕੇ ਦੇ ਨਾਲ ਮੈਟਾਫੋਰ ਹੈ। ਮੈਟਾਫੋਰ ਹੈ ਕਾਹਦਾ ਜੀ? ਇਹਨਾਂ ਸਾਰੀਆਂ ਚੀਜ਼ਾਂ ਦਾ, ਈਵਲਸ ਦਾ, ਹੇਟਰੇਡ ਦਾ, ਨੈਗੇਟਿਵਿਟੀ ਦਾ। ਇਸੇ ਤਰ੍ਹਾਂ ਜਿਹੜਾ ਦ ਹਾਰਟ ਆਫ ਦਿਸ ਅਰਥ ਹੈ, ਇਹ ਮੈਟਾਫੋਰ ਕਿਸ ਦਾ ਹੈ ਜੀ? ਵਰਲਡ ਦਾ। ਸਟੂਡੈਂਟ, ਸਾਡਾ ਨੈਕਸਟ ਸਟੈਂਜ਼ਾ ਹੈ, Thou giver of immortal gifts, give us the power of renunciation and claim for us our pride। ਇਹ ਪੂਰੀ ਇੱਕ ਲਾਈਨ ਹੈ ਜੀ। Thou word ਬੱਚਿਓ ਪਹਿਲਾਂ ਵੀ ਆ ਚੁੱਕਿਆ। Thou archaic word ਹੈ ਜਿਸ ਦਾ ਮਤਲਬ ਹੈ you। ਪੁਰਾਣੀ ਇੰਗਲਿਸ਼ ਦੇ ਵਿੱਚ ਕਵੀ ਅਕਸਰ ਇਹ ਵਰਡ ਯੂਜ਼ ਕਰਦੇ ਆ, ਅੱਜ ਕੱਲ੍ਹ ਨਹੀਂ ਯੂਜ਼ ਹੁੰਦਾ। ਗਿਵਰ ਦਾ ਮਤਲਬ ਹੈ ਕੋਈ ਚੀਜ਼ ਦੇਣ ਵਾਲਾ। ਹੁਣ ਪਰਮਾਤਮਾ ਤਾਂ ਦੇਣ ਵਾਲਾ ਹੈ ਨਾ, ਪਰਮਾਤਮਾ ਤਾਂ ਹਮੇਸ਼ਾ ਆਪਣੇ ਭਗਤਾਂ ਨੂੰ ਕੋਈ ਨਾ ਕੋਈ ਚੀਜ਼ ਦਿੰਦਾ ਹੈ। ਦਾਓ ਵੀ ਇੱਕ ਤਰੀਕੇ ਨਾਲ ਐਡਰੈਸ ਕੀਤਾ ਗਿਆ ਹੈ ਉਸੇ ਪਰਮ ਪਿਤਾ ਪਰਮੇਸ਼ਵਰ ਨੂੰ, ਗੋਡ ਅਲਮਾਈਟੀ ਨੂੰ, ਉਸ ਡਿਵਾਈਨ ਬੀਇੰਗ ਨੂੰ। ਤਾਂ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਵੀ ਐਪੋਸਟ੍ਰੋਫੀ ਯੂਜ਼ ਕੀਤੀ ਗਈ ਹੈ, ਬਿਕੋਜ਼ ਇੱਥੇ ਵੀ ਸੰਬੋਧਨ ਕੀਤਾ ਗਿਆ ਹੈ ਪਰਮਾਤਮਾ ਨੂੰ ਕਵੀ ਵੱਲੋਂ। ਤਾਂ ਕਵੀ ਕਹਿੰਦਾ ਹੈ ਕਿ ਤੂੰ ਤਾਂ ਇਮੋਰਟਲ ਗਿਫਟਸ ਦਾ ਗਿਵਰ ਹੈ। ਨਾ ਇਮੋਰਟਲ ਦਾ ਮਤਲਬ ਹੁੰਦਾ ਹੈ ਜੀ ਐਵਰਲਾਸਟਿੰਗ, ਇਟਰਨਲ, ਜਿਹੜੀ ਚੀਜ਼ ਹਮੇਸ਼ਾ ਕਾਇਮ ਰਹਿੰਦੀ ਹੈ, ਜੋ ਚੀਜ਼ ਕਦੇ ਖਤਮ ਨਹੀਂ ਹੁੰਦੀ, ਉਸ ਨੂੰ ਅਸੀਂ ਇਮੋਰਟਲ ਕਹਿੰਦੇ ਹਾਂ। ਗਿਫਟਸ ਦਾ ਮਤਲਬ ਉਹ ਸਾਰੀ ਕਿਰਪਾ ਜੋ ਪਰਮਾਤਮਾ ਆਪਣੇ ਭਗਤਾਂ ਦੇ ਉੱਪਰ ਨਿਛਾਵਰ ਕਰਦਾ ਹੈ। ਭਗਤ ਹਮੇਸ਼ਾ ਕਿਰਪਾ ਮੰਗਦੇ ਆ ਪਰਮਾਤਮਾ ਤੋਂ। ਤਾਂ ਇੱਥੇ ਇਮੋਰਟਲ ਗਿਫਟਸ ਨੂੰ ਅਸੀਂ ਕਹਿ ਸਕਦੇ ਹਾਂ ਗਿਫਟਸ ਦੈਟ ਲਾਸਟ ਫੋਰਐਵਰ। ਉਹ ਗਿਫਟ ਜੋ ਪਰਮਾਤਮਾ ਵੱਲੋਂ ਦਿੱਤੇ ਜਾਂਦੇ ਨੇ ਅਤੇ ਕਦੇ ਖਤਮ ਨਹੀਂ ਹੁੰਦੇ, ਹਮੇਸ਼ਾ ਕਾਇਮ ਰਹਿੰਦੇ ਨੇ, ਉਹਨਾਂ ਨੂੰ ਇਮੋਰਟਲ ਗਿਫਟਸ ਕਿਹਾ ਗਿਆ। ਇਸ ਪੂਰੀ ਲਾਈਨ ਦੇ ਵਿੱਚ ਕਵੀ ਇਹ ਕਹਿ ਰਹੇ ਨੇ ਕਿ ਤੂੰ ਤਾਂ ਅਥਾਹ ਕਿਰਪਾਵਾਂ ਕਰਨ ਵਾਲਾ ਸਾਡਾ ਮਾਲਿਕ ਹੈ। ਅਗਲੀ ਲਾਈਨ ਦੇ ਵਿੱਚ ਉਹ ਕੋਈ ਚੀਜ਼ ਦੀ ਕਾਮਨਾ ਕਰ ਰਹੇ ਨੇ ਪਰਮਾਤਮਾ ਤੋਂ। ਕੀ ਕਹਿ ਰਹੇ ਨੇ ਕਿ ਗਿਵ ਅਸ ਦਾ ਪਾਵਰ ਆਫ ਰਿਨੰਸੀਏਸ਼ਨ, ਕਿ ਸਾਨੂੰ ਤੂੰ ਦੇ। ਗਿਵ ਅਸ ਦਾ ਮਤਲਬ ਇੱਥੇ ਹੈ ਗ੍ਰਾਂਟ ਅਸ, ਕਿ ਸਾਨੂੰ ਤੂੰ ਦੇ। ਕੀ ਦੇ? ਦੀ ਪਾਵਰ ਆਫ ਰਿਨੰਸੀਏਸ਼ਨ। ਪਾਵਰ ਦਾ ਮਤਲਬ ਹੋ ਗਿਆ ਸਟਰੈਂਥ, ਕਿ ਸਾਨੂੰ ਸ਼ਕਤੀ ਦੇ। ਕਾਦੀ ਸ਼ਕਤੀ? ਆਫ ਰਿਨੰਸੀਏਸ਼ਨ। ਰਿਨੰਸੀਏਸ਼ਨ ਦਾ ਮਤਲਬ ਪੰਜਾਬੀ 'ਚ ਅਸੀਂ ਕਹਾਂਗੇ ਤਿਆਗ, ਤੇ ਰਿਨੰਸੀਏਸ਼ਨ ਨੂੰ ਅਸੀਂ ਇੰਗਲਿਸ਼ 'ਚ ਕਹਾਂਗੇ ਗਿਵ ਅਪ। ਜਦ ਆਪਾਂ ਕੋਈ ਚੀਜ਼ ਛੱਡ ਦਿੰਦੇ ਹਾਂ, ਜਾਂ ਕਈ ਵਾਰੀ ਆਪਾਂ ਉਸ ਨੂੰ ਲੈਟ ਗੋ ਵੀ ਕਹਿੰਦੇ ਹਾਂ, ਕਿ ਅਸੀਂ ਗਿਵ ਅਪ ਕਰ ਸਕੀਏ। ਕੀ ਚੀਜ਼ ਗਿਵ ਅਪ ਕਰ ਸਕੀਏ? ਤਾਂ ਇਹ ਸਾਰੀਆਂ ਚੀਜ਼ਾਂ ਨੇ ਜੀ, ਵਰਲਡਲੀ ਅਟੈਚਮੈਂਟਸ, ਡਿਜ਼ਾਇਰਸ ਜਾਂ ਮਟੀਰੀਅਲ ਪੋਜੈਸ਼ਨਸ। ਪਦਾਰਥਵਾਦੀ ਸਾਰੀਆਂ ਚੀਜ਼ਾਂ ਬੱਚਿਓ, ਜਿਹਦੇ ਵਿੱਚ ਧਨ ਦੌਲਤ, ਸਾਡੀਆਂ ਕੋਠੀਆਂ ਕਾਰਾਂ, ਜ਼ਮੀਨ ਜਾਇਦਾਦਾਂ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵਰਲਡਲੀ ਅਟੈਚਮੈਂਟ ਕਹਿ ਸਕਦੇ ਹਾਂ। ਸਾਡੀਆਂ ਇੱਛਾਵਾਂ, ਕਿ ਸਾਡੇ ਕੋਲ ਇੰਨਾ ਪੈਸਾ ਹੋਵੇ, ਸਾਡਾ ਨਾਮ ਹੋਵੇ, ਸਾਡਾ ਰੁਤਬਾ ਹੋਵੇ, ਸਾਡੀ ਸ਼ੋਹਰਤ ਹੋਵੇ, ਇਹ ਸਾਰੀਆਂ ਡਿਜ਼ਾਇਰਸ ਆ ਗਈਆਂ। ਮਟੀਰੀਅਲ ਪੋਜੈਸ਼ਨਸ ਉਹੀ ਜੋ ਸਾਡੇ ਕੋਲੇ ਨੇ ਜੀ, ਧਨ ਦੌਲਤ, ਇਹ ਸਾਰੀਆਂ ਚੀਜ਼ਾਂ ਅਸੀਂ ਤਿਆਗ ਕਰ ਸਕੀਏ। ਸਾਨੂੰ ਇੰਨੀ ਸਟਰੈਂਥ ਤੂੰ ਬਖਸ਼, ਕਿਉਂਕਿ ਤੂੰ ਅਥਾਹ ਕਿਰਪਾਵਾਂ ਕਰਨ ਵਾਲਾ ਦਾਤਾ ਹੈ, ਤਾਂ ਸਾਨੂੰ ਤੂੰ ਅਜਿਹੀ ਸ਼ਕਤੀ ਦੇ ਕਿ ਅਸੀਂ ਤਿਆਗ ਕਰ ਸਕੀਏ। ਰਿਨੰਸੀਏਸ਼ਨ ਸ਼ਬਦ ਬੱਚਿਓ ਤੁਹਾਡੀ ਗਲੋਸਰੀ 'ਚ ਵੀ ਆਇਆ ਹੈ। 13ਵੀਂ ਲਾਈਨ ਦੇ ਵਿੱਚ ਰਿਨੰਸੀਏਸ਼ਨ ਆਇਆ ਜੀ, ਸੈਲਫ ਡਿਨਾਇਲ, ਹੈਬਿਟ ਆਫ ਗਿਵਿੰਗ ਅਪ ਥਿੰਗਸ ਵਿਦਆਊਟ ਐਨੀ ਅਟੈਚਮੈਂਟ ਟੂ them। ਕਿ ਜਦੋਂ ਸਾਡੀ ਕੋਈ ਅਟੈਚਮੈਂਟ ਨਾ ਰਹੇ ਕਿਸੇ ਚੀਜ਼ ਦੇ ਨਾਲ, ਸਾਡੀ ਧਨ ਦੌਲਤ ਵੱਲ, ਜ਼ਮੀਨ ਜਾਇਦਾਦਾਂ ਵੱਲ, ਨਾਮ ਰੁਤਬੇ ਵੱਲ ਸਾਡੀ ਅਟੈਚਮੈਂਟ ਨਾ ਹੋਵੇ, ਅਸੀਂ ਫਿਰ ਉਹਨਾਂ ਦਾ ਤਿਆਗ ਕਰ ਸਕੀਏ, ਗਿਵ ਅਪ ਕਰ ਸਕੀਏ। ਤਾਂ ਐਦਾਂ ਦੀ ਆਦਤ ਨੂੰ ਸੈਲਫ ਡਿਨਾਇਲ, ਕਿ ਅਸੀਂ ਠੁਕਰਾ ਸਕੀਏ, ਅਸੀਂ ਉਹਨਾਂ ਤੋਂ ਨਿਜਾਤ ਪਾ ਸਕੀਏ। ਤਾਂ ਐਦਾਂ ਦੀ ਸਾਨੂੰ ਤੂੰ ਸਟਰੈਂਥ ਪ੍ਰਦਾਨ ਕਰ। ਇਹ ਮਤਲਬ ਹੈ ਜੀ ਰਿਨੰਸੀਏਸ਼ਨ ਦਾ। ਹੁਣ ਇਸ ਲਾਈਨ ਦੇ ਵਿੱਚ ਕਵੀ ਪਰਮਾਤਮਾ ਤੋਂ ਮੰਗ ਰਿਹਾ ਹੈ ਕਿ ਸਾਨੂੰ ਤੂੰ ਸ਼ਕਤੀ ਦੇ ਇਹ ਸਾਰੀਆਂ ਚੀਜ਼ਾਂ ਨੂੰ ਗਿਵ ਅਪ ਕਰਨ ਦੀ, ਛੱਡਣ ਦੀ, ਤਿਆਗ ਕਰਨ ਦੀ, ਰਿਨੰਸੀਏਸ਼ਨ ਦੀ ਸ਼ਕਤੀ ਦੇ। ਲੇਕਿਨ ਇਸ ਤੋਂ ਅਗਲੀ ਲਾਈਨ ਦੇ ਵਿੱਚ ਕਵੀ ਚਾਹੁੰਦਾ ਹੈ ਕਿ ਪਰਮਾਤਮਾ ਇੱਕ ਚੀਜ਼ ਸਾਡੇ ਤੋਂ ਵਾਪਸ ਲੈ ਲਵੇ। ਉਹ ਕੀ ਹੈ? ਐਂਡ ਕਲੇਮ ਫॉर ਅਸ ਆਵਰ ਪ੍ਰਾਈਡ। ਕਲੇਮ ਦਾ ਮਤਲਬ ਇੱਥੇ ਹੈ ਬੱਚਿਓ ਟੇਕ ਅਵੇ, ਦੀ ਐਕਟ ਆਫ ਟੇਕਿੰਗ ਸਮਥਿੰਗ। ਤਾਂ ਸਾਡੇ ਤੋਂ ਕੀ ਵਾਪਸ ਲੈ ਲਵੇ? ਕੀ ਟੇਕ ਅਵੇ ਕਰ ਲੇ ਜੀ? ਆਵਰ ਪ੍ਰਾਈਡ। ਪ੍ਰਾਈਡ ਦਾ ਮਤਲਬ ਇੱਥੇ ਬੱਚਿਓ ਹੰਕਾਰ ਤੋਂ ਹੈ। ਪ੍ਰਾਈਡ ਨੂੰ ਆਪਾਂ ਕਈ ਵਾਰੀ ਦੋਨੇ ਅਰਥਾਂ ਦੇ ਵਿੱਚ ਦੇਖ ਲੈਂਦੇ ਹਾਂ। ਇਸ ਨੂੰ ਪੋਜ਼ਿਟਿਵ ਸੈਂਸ 'ਚ ਵੀ ਦੇਖਦੇ ਹਾਂ ਤੇ ਨੈਗੇਟਿਵ ਸੈਂਸ 'ਚ ਵੀ ਦੇਖਦੇ ਹਾਂ। ਪੋਜ਼ਿਟਿਵ ਸੈਂਸ ਦੇ ਵਿੱਚ ਇਸ ਦਾ ਮਤਲਬ ਮਾਣ ਹੁੰਦਾ ਹੈ, ਲੇਕਿਨ ਨੈਗੇਟਿਵ ਸੈਂਸ ਦੇ ਵਿੱਚ ਹੰਕਾਰ ਹੁੰਦਾ ਹੈ। ਤੇ ਹੰਕਾਰ ਦੀ ਗੱਲ ਆ ਰਹੀ ਹੈ ਕਿ ਸਾਡੇ ਅੰਦਰ ਜੋ ਹੰਕਾਰ ਭਰਿਆ ਹੋਇਆ ਹੈ, ਸਾਡੇ ਆਪਣੇ ਮਾਨ ਰੁਤਬੇ ਦਾ, ਧਨ ਦੌਲਤ ਦਾ, ਜ਼ਮੀਨ ਜਾਇਦਾਦ ਦਾ, ਇਹ ਸਾਰਾ ਹੰਕਾਰ ਸਾਡੇ ਤੋਂ ਵਾਪਸ ਲੈ ਲੈ। ਬਦਲੇ ਸਾਨੂੰ ਕੀ ਦੇ ਦੇ? ਸਾਨੂੰ ਸਟਰੈਂਥ ਦੇ ਦੇ ਆਫ ਰਿਨੰਸੀਏਸ਼ਨ ਦੀ, ਗਿਵ ਅਪ ਕਰਨ ਦੀ। ਇਸ ਗੱਲ ਦਾ ਜ਼ਿਕਰ ਤਾਂ ਬਾਣੀ 'ਚ ਵੀ ਆਉਂਦਾ ਹੈ ਕਿ ਹਿਊਮੇ ਨੂੰ ਸਾਨੂੰ ਖਤਮ ਕਰਨਾ ਚਾਹੀਦਾ ਹੈ। ਇਹ ਹਿਊਮੇ ਵਾਲੀ ਗੱਲ ਹੈ ਕਿ ਸਾਡੇ ਅੰਦਰ ਜੋ ਹਿਊਮੇ ਭਰਿਆ ਹੋਇਆ ਹੈ ਤੂੰ ਵਾਪਸ ਲੈ ਲੈ। ਜਦੋਂ ਹਿਊਮੇ ਚਲਾ ਜਾਏਗਾ ਤਾਂ ਅਸੀਂ ਨਿਮਾਣੇ ਬਣ ਜਾਵਾਂਗੇ, ਸਾਡੇ ਅੰਦਰ ਨਿਮਰਤਾ ਆ ਜਾਏਗੀ, ਜਿਸ ਨੂੰ ਅਸੀਂ ਹਿਊਮਿਲਿਟੀ ਕਹਿੰਦੇ ਹਾਂ। ਤੇ ਜਦੋਂ ਸਾਡੇ ਅੰਦਰ ਹਿਊਮਿਲਿਟੀ ਆਏਗੀ,
ਨਿਮਰਤਾ ਆਏਗੀ ਤਾਂ ਅਸੀਂ ਫਿਰ ਸਪਿਰਚੁਅਲ ਗਰੋਥ ਵੱਲ ਮੂਵ ਕਰਾਂਗੇ। ਸਪਿਰਚੁਅਲ ਗਰੋਥ ਮਤਲਬ ਕਿ ਆਤਮਿਕ ਤੌਰ ਤੇ ਅਸੀਂ ਮਜ਼ਬੂਤ ਹੋਵਾਂਗੇ। ਤਾਂ ਬੱਚਿਓ ਇਹ ਗੱਲ ਦਾ ਜ਼ਿਕਰ ਤਾਂ ਸਾਡੀ ਬਾਣੀ 'ਚ ਵੀ ਆਉਂਦਾ ਹੈ, ਸਾਡੇ ਭਜਨਾਂ 'ਚ ਵੀ ਆਉਂਦਾ ਹੈ। ਮੈਨੂੰ ਇੱਕ ਭਜਨ ਯਾਦ ਆਉਂਦਾ ਹੈ ਕਿ ਤੇਰਾ ਤੇਰੇ ਅਰਪਣ ਕਿਆ ਲਾਗੇ ਮੇਰਾ। ਉਹੀ ਗੱਲ ਇੱਥੇ ਕਵੀ ਪਰਮਾਤਮਾ ਨੂੰ ਕਹਿ ਰਿਹਾ ਹੈ ਕਿ ਜਦੋਂ ਸਾਡੇ ਅੰਦਰੋਂ ਹੰਕਾਰ ਖਤਮ ਹੋ ਜਾਏਗਾ, ਅਸੀਂ ਨਿਮਾਣੇ ਬਣ ਜਾਾਂਗੇ, ਤਾਂ ਫਿਰ ਅਸੀਂ ਸਾਰੇ ਲੋਕਾਂ ਨੂੰ ਆਪਣੇ ਵਰਗੇ ਸਮਝਾਂਗੇ, ਫਿਰ ਅਸੀਂ ਕਿਸੇ ਨਾਲ ਲੜਾਂਗੇ ਨਹੀਂ ਅਤੇ ਇਹ ਸੰਸਾਰ ਇੱਕ ਖੂਬਸੂਰਤ ਸੰਸਾਰ ਬਣ ਜਾਏਗਾ ਜੋ ਅੱਜ ਨਹੀਂ ਹੈ। ਤਾਂ ਬੱਚਿਓ ਇਸ ਪੂਰੀ ਲਾਈਨ ਦੇ ਵਿੱਚ ਤੁਸੀਂ ਇੱਕ ਗੱਲ ਨੋਟ ਕਰੋ ਕਿ ਕਵੀ ਇੱਕ ਚੀਜ਼ ਪਰਮਾਤਮਾ ਤੋਂ ਲੈਣੀ ਚਾਹੁੰਦਾ ਹੈ। ਕੀ ਲੈਣੀ ਚਾਹੁੰਦਾ ਹੈ? ਪਾਵਰ ਆਫ ਰਿਨੰਸੀਏਸ਼ਨ। ਤੇ ਇੱਕ ਚੀਜ਼ ਪਰਮਾਤਮਾ ਤੋਂ ਚਾਹੁੰਦਾ ਹੈ ਕਿ ਉਹ ਮੇਰੇ ਤੋਂ ਵਾਪਸ ਲੈ ਲੇ। ਉਹ ਕੀ ਲੈ ਲਵੇ? ਪ੍ਰਾਈਡ। ਤਾਂ ਜੇ ਤੁਸੀਂ ਆ ਦੋ ਫਰੇਜ਼ ਦੇਖੋ ਕਿ ਇੱਕ ਤਾਂ ਗਿਵ ਅਸ ਦੀ ਪਾਵਰ ਆਫ ਰਿਨੰਸੀਏਸ਼ਨ ਅਤੇ ਕਲੇਮ ਫॉर ਅਸ ਆਵਰ ਪ੍ਰਾਈਡ, ਤੇ ਬਿਲਕੁਲ ਇਹ ਦੋਨੇ ਜਿਹੜੇ ਫਰੇਜ਼ਿਸ ਹੈ ਇਹਨਾਂ ਦੀ ਗ੍ਰਾਮੈਟੀਕਲ ਸਟਰਕਚਰ ਬਿਲਕੁਲ ਸੇਮ ਹੈ ਤੇ ਕਵੀ ਨੇ ਇੱਕ ਆਈਡੀਆ ਇੱਥੇ ਦੱਸਿਆ ਹੈ। ਤਾਂ ਇਸ ਤਰੀਕੇ ਨਾਲ ਇਸ ਪੂਰੀ ਲਾਈਨ ਦੇ ਵਿੱਚ ਇੱਕ ਬੈਲੈਂਸ ਬਣਿਆ ਹੋਇਆ, ਕਿਉਂਕਿ ਕੋਈ ਚੀਜ਼ ਲਈ ਜਾ ਰਹੀ ਹੈ, ਕੋਈ ਚੀਜ਼ ਮੰਗੀ ਜਾ ਰਹੀ ਹੈ, ਤਾਂ ਇੱਕ ਹਾਰਮਨੀ ਬਣ ਜਾਂਦੀ ਹੈ ਜੀ ਸਟੈਂਜ਼ੇ ਦੇ ਵਿੱਚ। ਤਾਂ ਇੱਕ ਲਿਟਰੇਰੀ ਡਿਵਾਈਸ ਹੈ ਜੀ ਜੋ ਇੱਥੇ ਕਵੀ ਨੇ ਵਰਤੀ ਹੈ, ਤਾਂ ਉਹ ਡਿਵਾਈਸ ਹੈ ਜੀ ਪੈਰਲਲਿਜ਼ਮ। ਤਾਂ ਇਹ ਪੈਰਲਲਿਜ਼ਮ ਬਾਰੇ ਬੱਚਿਓ ਤੁਸੀਂ ਤੁਹਾਡੀਆਂ ਵੱਡੀਆਂ ਕਲਾਸਿਸ ਦੇ ਵਿੱਚ ਪੜ੍ਹੋਗੇ, ਹਜੇ ਮੈਂ ਸਿਰਫ ਤੁਹਾਨੂੰ ਇੱਕ ਹਿੰਟ ਪ੍ਰੋਵਾਈਡ ਕੀਤਾ। ਨੈਕਸਟ ਸਟੈਂਜ਼ਾ ਹੈ ਜੀ, ਇਨ ਦਾ ਸਪਲੈਂਡਰ ਆਫ ਆਰ ਨਿਊ ਸਨਰਾਈਜ਼ ਆਫ ਵਿਜ਼ਡਮ let the blind gain their sight and let life come to the souls that are dead। ਇਸ ਸਟੈਂਜ਼ੇ ਦੇ ਵਿੱਚ ਵੀ ਪੋਇਟ ਇੱਕ ਪ੍ਰਾਰਥਨਾ ਹੀ ਕਰ ਰਿਹਾ ਹੈ, ਪ੍ਰੇਅਰ ਹੀ ਕਰ ਰਿਹਾ ਹੈ। ਨਾ ਇੱਥੇ ਵਰਡ ਹੈ ਬੱਚਿਓ ਸਪਲੈਂਡਰ। ਸਪਲੈਂਡਰ ਸ਼ਬਦ ਤੁਸੀਂ ਕਈ ਵਾਰੀ ਸੁਣਿਆ ਹੋਏਗਾ, ਕਈ ਮੋਟਰ ਵਹੀਕਲਸ ਦਾ ਨਾਮ ਵੀ ਸਪਲੈਂਡਰ ਹੈ, ਲੇਕਿਨ ਇੱਥੇ ਸਪਲੈਂਡਰ ਦਾ ਮਤਲਬ ਹੈ ਜੀ ਬਿਊਟੀ, ਖੂਬਸੂਰਤੀ। ਕਹਿੰਦੇ ਇੱਕ ਗਿਆਨ ਦੀ ਨਵੀਂ ਸਵੇਰ, ਨਿਊ ਸਨਰਾਈਜ਼ ਆਫ ਵਿਜ਼ਡਮ। ਵਿਜ਼ਡਮ ਦਾ ਮਤਲਬ ਸਾਨੂੰ ਪਤਾ ਹੈ ਬੱਚਿਓ ਨੌਲੇਜ ਨੂੰ ਕਿਹਾ ਜਾਂਦਾ ਹੈ, ਤੇ ਇੱਥੇ ਜਿਹੜਾ ਨਿਊ ਸਨਰਾਈਜ਼ ਹੈ, ਨਵੀਂ ਸਵੇਰ। ਨਿਊ ਸਨਰਾਈਜ਼ ਦਾ ਮਤਲਬ ਇੱਥੇ ਹੈ ਬੱਚਿਓ ਬਿਗਨਿੰਗ ਔਰ ਅਵੇਕਨਿੰਗ। ਤਾਂ ਹੁਣ ਕਵੀ ਕਹਿ ਰਿਹਾ ਜਦੋਂ ਇੱਕ ਗਿਆਨ ਦੀ ਨਵੀਂ ਸਵੇਰ ਚੜ੍ਹੇਗੀ ਤਾਂ ਉਸ ਖੂਬਸੂਰਤੀ ਦੇ ਵਿੱਚ, ਉਸ ਬਿਊਟੀ ਦੇ ਵਿੱਚ ਕੀ ਹੋਏਗਾ। ਹੁਣ ਇਹ ਪ੍ਰਾਰਥਨਾ ਕਵੀ ਪਰਮਾਤਮਾ ਤੋਂ ਕਰ ਰਿਹਾ ਵੀ ਤੂੰ ਇੱਕ ਗਿਆਨ ਦਾ ਚਾਨਣ ਇਸ ਸੰਸਾਰ ਦੇ ਵਿੱਚ ਫੈਲਾ, ਤੇ ਫਿਰ ਕੀ ਹੋਏਗਾ? ਲੈਟ ਦਾ ਬਲਾਈਂਡ ਗੇਨ ਦੇਅਰ ਸਾਈਟ। ਫਿਰ ਜਿਹੜੇ ਅੰਨੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਨਜ਼ਰ ਮਿਲ ਜਾਏਗੀ। ਇੱਥੇ ਬੱਚਿਓ ਜੇ ਅਸੀਂ ਇੱਕ ਸਿੰਪਲ ਵਰਡ 'ਚ ਇਸ ਲਾਈਨ ਨੂੰ ਸਮਝੀਏ ਤਾਂ ਬੜਾ ਹੀ ਹਲਕਾ ਜਿਹਾ ਅਰਥ ਹੈ, ਲੇਕਿਨ ਇੱਥੇ ਕਵੀ ਕੀ ਕਹਿਣਾ ਚਾਹੁੰਦਾ ਹੈ? ਕਵੀ ਕਹਿੰਦਾ ਹੈ ਕਿ ਜਿਹੜੇ ਗਿਆਨ ਤੋਂ ਸੱਖਣੇ ਲੋਕ ਨੇ, ਇੱਥੇ ਬਲਾਈਂਡ ਦਾ ਮਤਲਬ ਅੰਨੇ ਲੋਕਾਂ ਤੋਂ ਨਹੀਂ ਹੈ, ਇਹ ਇੱਕ ਮੈਟਾਫੋਰ ਦੇ ਤੌਰ ਤੇ ਬੱਚਿਓ ਇੱਥੇ ਯੂਜ਼ ਹੋਇਆ ਹੈ ਬਲਾਈਂਡ ਸ਼ਬਦ। ਇੱਥੇ ਬਲਾਈਂਡ ਸ਼ਬਦ ਉਹਨਾਂ ਲੋਕਾਂ ਦੇ ਲਈ ਵਰਤਿਆ ਗਿਆ ਹੈ ਜਿਹੜੇ ਕਿ ਇਗਨੋਰੈਂਟ ਨੇ, ਅਨਅਵੇਅਰ ਨੇ, ਮਤਲਬ ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਜੋ ਅਗਿਆਨਤਾ ਦੇ ਹਨੇਰੇ ਦੇ ਵਿੱਚ ਜਕੜੇ ਬੈਠੇ ਨੇ। ਉਹਨਾਂ ਨੂੰ ਸਾਈਟ ਮਿਲੇਗੀ, ਉਹਨਾਂ ਨੂੰ ਚਾਨਣ ਮਿਲੇਗਾ। ਤਾਂ ਇੱਥੇ ਸਾਈਟ ਦਾ ਮਤਲਬ ਬੱਚਿਓ ਫੇਰ ਨੌਲੇਜ ਤੋਂ ਹੈ, ਤੇ ਪੂਰੇ ਜਿਹੜਾ ਫਰੇਜ਼ ਗੇਨ ਦੇਅਰ ਸਾਈਟ ਦਾ ਮਤਲਬ ਹੈ ਇਹ ਜਿਹੜੇ ਲੋਕ ਨੇ ਇਹ ਐਨਲਾਈਟਨਡ ਹੋ ਜਾਣਗੇ, ਇਹਨਾਂ ਨੂੰ ਸੋਝੀ ਹੋ ਜਾਏਗੀ ਅਤੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਕਿਉਂਕਿ ਹੁਣ ਤੱਕ ਤਾਂ ਉਹ ਅਗਿਆਨਤਾ ਦੇ ਹਨੇਰੇ ਦੇ ਵਿੱਚ ਫਸੇ ਹੋਏ ਨੇ, ਤਾਂ ਹੀ ਇੱਕ ਦੂਜੇ ਨਾਲ ਲੜਦੇ ਫਿਰਦੇ ਨਜ਼ਰ ਆ ਰਹੇ ਨੇ, ਨਫ਼ਰਤਾਂ ਨਾਲ ਭਰੇ ਹੋਏ ਸਾਨੂੰ ਨਜ਼ਰ ਆਉਂਦੇ ਨੇ। ਪਰ ਜਦੋਂ ਉਹਨਾਂ ਨੂੰ ਗਿਆਨ ਹੋ ਜਾਏਗਾ ਕਿ ਸੰਸਾਰ ਤਾਂ ਪਿਆਰ ਕਰਨ ਵਾਲੀ ਇੱਕ ਜਗ੍ਹਾ ਹੈ, ਇੱਥੇ ਨਫ਼ਰਤ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ, ਤਾਂ ਇਸ ਕਰਕੇ ਉਹਨਾਂ ਨੂੰ ਫਿਰ ਸੋਝੀ ਆ ਜਾਏਗੀ ਅਤੇ ਉਹ ਇਗਨੋਰੈਂਟ ਨਹੀਂ ਰਹਿਣਗੇ, ਉਹਨਾਂ ਨੂੰ ਅੰਡਰਸਟੈਂਡਿੰਗ ਆ ਜਾਏਗੀ। ਅਤੇ ਫਿਰ ਹੋਰ ਕੀ ਹੋਏਗਾ? ਲੈਟ ਲਾਈਫ ਕਮ ਟੂ ਦਾ ਸੋਲਸ ਦੈਟ ਆਰ ਡੈਡ। ਕਹਿੰਦੇ ਫਿਰ ਉਹਨਾਂ ਮਰੇ ਹੋਏ ਲੋਕਾਂ ਦੀਆਂ ਆਤਮਾਵਾਂ ਦੇ ਵਿੱਚ ਜੀਵਨ ਦਾ ਸੰਚਾਰ ਹੋ ਜਾਏਗਾ। ਇਹ ਤਾਂ ਇਹਦੇ ਸ਼ਾਬਦਿਕ ਅਰਥ ਹੋਏ, ਲੇਕਿਨ ਕਵੀ ਇਹ ਕਹਿ ਰਿਹਾ ਹੈ ਕਿ ਜਦੋਂ ਉਹ ਗਿਆਨ ਵਾਲੀ ਨਵੀਂ ਸਵੇਰ ਚੜ੍ਹੇਗੀ ਉਸ ਖੂਬਸੂਰਤੀ ਦੇ ਵਿੱਚ, ਸੋਲਸ ਦੈਟ ਆਰ ਡੈਡ, ਤਾਂ ਬੱਚਿਓ ਇਹ ਇੱਕ ਸਿੰਬਲ ਦੇ ਤੌਰ ਤੇ ਯੂਜ਼ ਹੋਇਆ ਹੈ। ਉਹਨਾਂ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਕਿ ਸਪਿਰਚੁਅਲੀ ਜਾਂ ਇਮੋਸ਼ਨਲੀ ਡੈਡ ਹੋ ਚੁੱਕੇ। ਹੁਣ ਸਪਿਰਚੁਅਲੀ ਜਾਂ ਇਮੋਸ਼ਨਲੀ ਡੈਡ ਦਾ ਮਤਲਬ ਇੱਥੇ ਇਹ ਹੈ ਬੱਚਿਓ ਜਿਨ੍ਹਾਂ ਲੋਕਾਂ ਦਾ ਪਰਮਾਤਮਾ ਵੱਲ ਧਿਆਨ ਹੀ ਨਹੀਂ ਹੈ, ਉਹਨਾਂ ਨੂੰ ਪਰਮਾਤਮਾ ਦਾ ਡਰ ਹੀ ਨਹੀਂ ਹੈ, ਤਾਂ ਹੀ ਫਿਰ ਉਹ ਇਸ ਸੰਸਾਰ ਦੇ ਵਿੱਚ ਨਫ਼ਰਤਾਂ ਨੂੰ ਫੈਲਾ ਰਹੇ ਨੇ। ਇੱਥੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਲੋਕ ਹੋਪ ਨੂੰ ਲੈਕ ਕਰਦੇ ਨੇ, ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਹੋਪ ਨਹੀਂ ਰਹੀ, ਕੋਈ ਪਰਪਸ ਨਹੀਂ ਰਿਹਾ ਇਹਨਾਂ ਲੋਕਾਂ ਦਾ, ਕੋਈ ਟੀਚਾ ਨਹੀਂ ਹੈ ਇਹਨਾਂ ਲੋਕਾਂ ਦਾ, ਅਤੇ ਕੋਈ ਕਨੈਕਸ਼ਨ ਨਹੀਂ ਹੈ। ਕਨੈਕਸ਼ਨ ਦਾ ਮਤਲਬ ਕਿ ਸੋਸਾਇਟੀ ਦੇ ਨਾਲ, ਬਾਕੀ ਲੋਕਾਂ ਦੇ ਨਾਲ ਉਹਨਾਂ ਦਾ ਕੋਈ ਕਨੈਕਸ਼ਨ ਨਹੀਂ ਹੈ, ਬਿਕੋਜ਼ ਉਹ ਆਪਣੇ ਆਪ 'ਚ ਹੀ ਸਵਾਰਥੀ ਇੰਨੇ ਹੋ ਚੁੱਕੇ। ਲੇਕਿਨ ਜਦੋਂ ਗਿਆਨ ਦਾ ਚਾਨਣ ਆਏਗਾ ਤੇ ਫਿਰ ਉਹਨਾਂ ਦੀ ਇਸ ਡੈਡ ਸੋਲ ਦੇ ਵਿੱਚ ਲਾਈਫ ਦਾ, ਇੱਕ ਨਵੀਂ ਲਾਈਫ ਦਾ ਸੰਚਾਰ ਹੋਏਗਾ। ਤੇ ਇੱਥੇ ਲਾਈਫ ਫਿਰ ਬੱਚਿਓ ਕਿਸ ਨੂੰ ਕਿਹਾ ਗਿਆ? ਨਿਊ ਫਾਊਂਡ ਵਿਜ਼ਡਮ, ਨਵਾਂ ਗਿਆਨ,
ਜੋ ਕਿ ਪਰਮਾਤਮਾ ਉਹਨਾਂ ਨੂੰ ਪ੍ਰਦਾਨ ਕਰੇਗਾ ਉਸ ਨੂੰ ਕਿਹਾ ਗਿਆ। ਜਦੋਂ ਉਹਨਾਂ ਨੂੰ ਸੋਝੀ ਆ ਗਈ ਤਾਂ ਉਹਨਾਂ ਦੀ ਡੈਡ ਸੋਲ ਦੇ ਵਿੱਚ ਇੱਕ ਵਾਰੀ ਫੇਰ ਲਾਈਫ ਆਏਗੀ, ਇੱਕ ਵਾਰੀ ਫੇਰ ਉਹ ਸੋਸਾਇਟੀ ਦੇ ਨਾਲ ਕਨੈਕਟ ਹੋਣਗੇ, ਉਹਨਾਂ ਦੀ ਜ਼ਿੰਦਗੀ ਦਾ ਕੋਈ ਪਰਪਸ ਹੋਏਗਾ, ਕੋਈ ਟੀਚਾ ਹੋਏਗਾ ਅਤੇ ਉਹ ਪਰਮਾਤਮਾ ਨਾਲ ਵੀ ਆਤਮਿਕ ਤੌਰ ਤੇ ਜੁੜਨਗੇ। ਇੱਕ ਤਰੀਕੇ ਨਾਲ ਆਪਾਂ ਬੱਚਿਓ ਕਹਿ ਸਕਦੇ ਹਾਂ ਕਿ ਜਿਹੜਾ ਸੋਲਸ ਦੈਟ ਆਰ ਡੈਡ ਵਾਲਾ ਜਿਹੜਾ ਫਰੇਜ਼ ਹੈ ਇਹ ਇੱਕ ਮੈਟਾਫੋਰ ਦੇ ਤੌਰ ਤੇ ਯੂਜ਼ ਹੋਇਆ ਹੈ, ਉਹਨਾਂ ਲੋਕਾਂ ਦੇ ਲਈ ਯੂਜ਼ ਹੋਇਆ ਹੈ ਜੋ ਕਿ ਸਪਿਰਚੁਅਲੀ ਜਾਂ ਇਮੋਸ਼ਨਲੀ ਡੈਡ ਹੋ ਚੁੱਕੇ ਨੇ ਅਤੇ ਉਸ ਨਵੀਂ ਸਵੇਰ ਦੇ ਵਿੱਚ ਉਹਨਾਂ ਦੇ ਅੰਦਰ ਲਾਈਫ ਆਏਗੀ। ਲਾਈਫ ਵੀ ਇੱਕ ਤਰੀਕੇ ਨਾਲ ਬੱਚਿਓ ਸਿੰਬਲ ਦੇ ਤੌਰ ਤੇ ਯੂਜ਼ ਹੋਇਆ ਹੈ। ਇੱਥੇ ਲਾਈਫ ਦਾ ਮਤਲਬ ਹੈ ਬੱਚਿਓ ਹੋਪ, ਪਰਪਸ ਜਾਂ ਕਨੈਕਸ਼ਨ, ਜਿਸ ਨੂੰ ਕਿ ਉਹ ਪਹਿਲਾਂ ਲੈਕ ਕਰ ਰਹੇ ਨੇ, ਜੋ ਉਹਨਾਂ ਦੇ ਵਿੱਚ ਨਹੀਂ ਹੈ। ਤਾਂ ਬੱਚਿਓ ਇਸ ਪੂਰੇ ਸਟੈਂਜ਼ੇ ਦੇ ਵਿੱਚ ਇਮੇਜਰੀ ਵੀ ਯੂਜ਼ ਹੋਈ ਹੈ। ਇਮੇਜਰੀ ਕਿਵੇਂ ਹੁੰਦੀ ਹੈ ਬੱਚਿਓ ਕਿ ਸਾਨੂੰ ਜਦੋਂ ਕੋਈ ਇੱਕ ਦ੍ਰਿਸ਼ ਸਾਡੇ ਧਿਆਨ 'ਚ ਆਉਂਦਾ ਹੈ, ਇੱਕ ਨਵੀਂ ਸਵੇਰ ਦਾ ਦ੍ਰਿਸ਼ ਧਿਆਨ 'ਚ ਸਾਡੇ ਆ ਰਿਹਾ ਹੈ ਜਿਸ ਨੂੰ ਕਿ ਅਸੀਂ ਸਪਲੈਂਡਰ ਆਫ ਆ ਨਿਊ ਸਨਰਾਈਜ਼ ਤੋਂ ਜਾਣਦੇ ਹਾਂ ਅਸੀਂ, ਇਸੇ ਤਰ੍ਹਾਂ ਤਾਂ ਲੈਟ ਲਾਈਫ ਕਮ ਤੋਂ ਵੀ ਸਾਨੂੰ ਇੱਕ ਵਿਵਿਡ ਇਮੇਜਰੀ ਦਾ ਧਿਆਨ ਆਉਂਦਾ ਹੈ। ਤਾਂ ਇਸ ਸਟੈਂਜ਼ੇ ਦੇ ਵਿੱਚ ਵੀ ਬੱਚਿਓ ਕਵੀ ਨੇ ਵਿਵਿਡ ਇਮੇਜਰੀ ਯੂਜ਼ ਕੀਤੀ ਹੈ, ਸਿੰਬਲਸ ਯੂਜ਼ ਕੀਤੇ ਨੇ, ਮੈਟਾਫੋਰਸ ਯੂਜ਼ ਕੀਤੇ ਨੇ, ਤਾਂ ਬਹੁਤ ਸਾਰੀਆਂ ਪੋਇਟੀਕਲ ਡਿਵਾਈਸਿਸ ਯੂਜ਼ ਕੀਤੀਆਂ ਨੇ। ਸਟੂਡੈਂਟ ਸਾਡੇ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਵਿੱਚ ਸਾਨੂੰ ਪਲੇਜ਼ ਅਤੇ ਨੋਵਲ ਦੇ ਵਿੱਚ ਆਪਸ਼ਨ ਹੈ। ਤਾਂ ਅਸੀਂ ਆਲਰੇਡੀ ਪ੍ਰਾਈਡ ਐਂਡ ਪ੍ਰੈਜੁਡਿਸ ਨੋਵਲ ਸਟਾਰਟ ਕੀਤਾ ਹੋਇਆ ਹੈ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੈਂ ਆਲਰੇਡੀ ਇਸ ਦੇ ਪਹਿਲੇ 5 ਚੈਪਟਰਸ ਦੀ ਸਟੱਡੀ ਤੁਹਾਨੂੰ ਕਰਵਾ ਚੁੱਕਿਆ ਹਾਂ। ਨੋਵਲ ਦੀ ਸਟੋਰੀ ਦੀ ਸਟੱਡੀ ਕਰਦੇ ਹੋਏ ਬਹੁਤ ਸਾਰੇ ਫਰੇਜ਼ਸ, ਇਡੀਅਮਸ ਅਤੇ ਡਿਫਿਕਲਟ ਵਰਡਸ ਆਏ ਨੇ ਬੱਚਿਓ। ਉਹਨਾਂ ਦੇ ਮੀਨਿੰਗ ਮੈਂ ਤੁਹਾਨੂੰ ਨਾਲ ਦੀ ਨਾਲ ਸਿੰਪਲ ਇੰਗਲਿਸ਼ ਦੇ ਵਿੱਚ ਤਾਂ ਲਿਖੇ ਹੀ ਹਨ ਅਤੇ ਨਾਲ ਹੀ ਉਹਨਾਂ ਨੂੰ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੈ। ਇਸ ਦੌਰਾਨ ਨਾਵਲ ਦੇ ਵਿੱਚ ਕੁਝ ਮੇਜਰ ਇਨਸੀਡੈਂਟਸ ਆਏ ਨੇ, ਉਹਨਾਂ ਇਨਸੀਡੈਂਟ ਤੇ ਬਣੇ ਹੋਏ ਮੈਂ ਤੁਹਾਨੂੰ ਐਸੇ ਟਾਈਪ ਕੁਐਸਚਨਸ ਵੀ ਸਮਝਾਏ ਨੇ ਅਤੇ ਇਸੇ ਤਰ੍ਹਾਂ ਨਾਵਲ ਦੇ ਵਿੱਚ ਆਏ ਜਿਹੜੇ ਸਾਡੇ ਮੇਨ ਕਰੈਕਟਰਸ ਨੇ, ਜਿਵੇਂ ਕਿ ਐਲਿਜ਼ਾਬੈਥ ਬੈਨਟ ਦਾ ਕਰੈਕਟਰ ਸਕੈਚ ਆਇਆ ਹੈ, ਉਸ ਦਾ ਕਰੈਕਟਰ ਸਕੈਚ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚਿਓ ਸਮਝਾਇਆ ਹੈ। ਇਸੇ ਤਰ੍ਹਾਂ ਨਾਵਲ ਦੇ ਇੱਕ ਹੋਰ ਮਹੱਤਵਪੂਰਨ ਪਾਤਰ ਮਿਸਟਰ ਡਾਰਸੀ ਦਾ ਕਰੈਕਟਰ ਸਕੈਚ ਵੀ ਅਸੀਂ ਬੜੇ ਹੀ ਵਧੀਆ ਤਰੀਕੇ ਨਾਲ ਪੜ੍ਹਿਆ ਹੈ। ਉਮੀਦ ਹੈ ਸਟੂਡੈਂਟਸ ਤੁਸੀਂ ਇਹ ਸਾਰੇ ਵੀਡੀਓਜ਼ ਵੀ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਨਾਵਲ ਦੀ ਸੀਰੀਜ਼ ਦਾ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਨਾਵਲ ਤੇ ਬਣੀ ਹੋਈ ਪਲੇਲਿਸਟ ਦਾ ਲਿੰਕ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਨਾਵਲ ਦੇ ਮੇਰੇ ਦੁਆਰਾ ਬਣਾਏ ਹੋਏ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਟੂਡੈਂਟਸ ਇਸ ਤੋਂ ਬਾਅਦ ਜਿਹੜੀਆਂ ਲਾਈਨਸ ਆਈਆਂ ਇਹ ਅਸੀਂ ਆਲਰੇਡੀ ਕਵਰ ਕਰ ਚੁੱਕੇ, ਇਹਨਾਂ ਲਾਈਨਸ ਨੂੰ ਦੁਬਾਰਾ ਅਸੀਂ ਨਹੀਂ ਕਰਾਂਗੇ। ਜੇਕਰ ਤੁਸੀਂ ਇਹਨਾਂ ਲਾਈਨਸ ਦੀ ਐਕਸਪਲੇਨੇਸ਼ਨ ਸਮਝਣੀ ਹੈ ਤਾਂ ਤੁਸੀਂ ਰਿਵਾਈਂਡ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ। ਨੈਕਸਟ ਸਟੈਂਜ਼ਾ ਹੈ ਜੀ, Man's heart is anguished with the fever of unrest, with the poison of self-seeking, with a thirst that knows no end. Man's heart is anguished. ਹੁਣ ਇਹਨਾਂ ਲਾਈਨਸ ਦੇ ਵਿੱਚ ਜੋ ਅੱਜ ਦੀ ਮਾਨਵਤਾ, ਹਿਊਮੈਨਿਟੀ ਜੋ ਸਫਰਿੰਗ, ਜੋ ਟਰਮੋਇਲ, ਜੋ ਪੀੜ ਦਰਦ ਐਕਸਪੀਰੀਅੰਸ ਕਰ ਰਹੀ ਹੈ, ਮਹਿਸੂਸ ਕਰ ਰਹੀ ਹੈ, ਉਹਨਾਂ ਬਾਰੇ ਦੱਸਿਆ ਗਿਆ। ਤਾਂ ਕਵੀ ਕਹਿੰਦਾ ਹੈ ਕਿ ਜਿਹੜਾ ਅਜੋਕਾ ਇਨਸਾਨ ਹੈ ਉਸ ਦਾ ਦਿਲ ਬਹੁਤ ਜ਼ਿਆਦਾ ਦੁਖੀ ਹੈ। ਐਂਗੁਇਸ਼ ਦਾ ਮਤਲਬ ਹੁੰਦਾ ਬੱਚਿਓ ਡੀਪਲੀ ਟਰਬਲਡ ਐਂਡ ਡਿਸਟ੍ਰੈਸਡ। ਬਹੁਤ ਹੀ ਜ਼ਿਆਦਾ ਕੋਈ ਇਨਸਾਨ ਦੁੱਖ ਤਕਲੀਫ 'ਚ ਹੋਵੇ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਜੀ ਐਂਗੁਇਸ਼ਡ। ਤਾਂ ਅੱਜ ਦਾ ਅਜੋਕਾ ਇਨਸਾਨ ਬਹੁਤ ਜ਼ਿਆਦਾ ਦੁਖੀ ਹੈ। ਕਿਵੇਂ? ਵਿਦ ਦਾ ਫੀਵਰ ਆਫ ਅਨਰੈਸਟ। ਨੋ, ਜਿਹੜਾ ਫੀਵਰ ਆਫ ਅਨਰੈਸਟ ਦਾ ਮਤਲਬ ਹੈ ਬੱਚਿਓ ਕਿ ਉਹ ਬਹੁਤ ਜ਼ਿਆਦਾ ਬੇਆਰਾਮ ਹੈ। ਅਨਰੈਸਟ ਦਾ ਮਤਲਬ ਹੁੰਦਾ ਬੱਚਿਓ ਜਦੋਂ ਕੋਈ ਇਨਸਾਨ ਰੈਸਟਲੈਸ ਹੋਵੇ, ਉਹ ਬਹੁਤ ਜ਼ਿਆਦਾ ਬੇਆਰਾਮੀ 'ਚ ਹੋਵੇ। ਪਰ ਇੱਥੇ ਫੀਵਰ ਆਫ ਅਨਰੈਸਟ ਇੱਕ ਤਰੀਕੇ ਦਾ ਮੈਟਾਫੋਰ ਯੂਜ਼ ਹੋਇਆ ਹੈ ਕਿਸ ਦੇ ਲਈ? ਅ ਸਟੇਟ ਆਫ ਐਂਗਜ਼ਾਇਟੀ, ਐਜੀਟੇਸ਼ਨ ਔਰ ਅਨਈਜ਼। ਜਦੋਂ ਬੰਦੇ ਨੂੰ ਬਹੁਤ ਜ਼ਿਆਦਾ ਚਿੰਤਾ ਲੱਗੀ ਰਹਿੰਦੀ ਹੈ, ਬਹੁਤ ਹੀ ਜ਼ਿਆਦਾ ਬੰਦਾ ਭਰਿਆ ਰਹਿੰਦਾ ਅੰਦਰੋਂ ਤਾਂ ਅਤੇ ਬਹੁਤ ਜ਼ਿਆਦਾ ਬੇਆਰਾਮੀ 'ਚ ਹੁੰਦਾ ਹੈ, ਤਾਂ ਉਹਦੇ ਲਈ ਇੱਥੇ ਇਹ ਵਾਲਾ ਫਰੇਜ਼ ਫੀਵਰ ਆਫ ਅਨਰੈਸਟ ਯੂਜ਼ ਹੋਇਆ ਹੋਇਆ ਹੈ। ਤਾਂ ਬੱਚਿਓ ਤੁਸੀਂ ਕਵੀ ਦੇ ਵਰਡ ਜੋ ਉਸਨੇ ਯੂਜ਼ ਕੀਤੇ ਆ ਉਹ ਦੇਖੋ, ਉਸਨੇ ਫੀਵਰ ਯੂਜ਼ ਕਰਿਆ। ਫੀਵਰ ਆਮ ਤੌਰ ਤੇ ਅਸੀਂ ਬੁਖਾਰ ਨੂੰ ਕਹਿੰਦੇ ਹਾਂ। ਤਾਂ ਜਦੋਂ ਬੁਖਾਰ ਹੁੰਦਾ ਹੈ ਤਾਂ ਅਸੀਂ ਇਮੋਸ਼ਨਲੀ ਉਹਨੇ ਸਟੇਬਲ ਨਹੀਂ ਰਹਿੰਦੇ। ਸਾਡੇ ਇਮੋਸ਼ਨਸ ਤੇ ਸਾਡੇ ਹਾਰਟ ਤੇ ਉਹ ਜਿਹੜੀ ਇਲਨੈਸ ਹੈ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ। ਬਿਲਕੁਲ ਇਸੇ ਤਰੀਕੇ ਨਾਲ ਜਿਹੜਾ ਅਜੋਕਾ ਇਨਸਾਨ ਹੈ ਉਹ ਇੰਨਾ ਜ਼ਿਆਦਾ ਦੁਖੀ ਹੈ, ਇੰਨਾ ਜ਼ਿਆਦਾ ਚਿੰਤਾ 'ਚ ਹੈ, ਭਰਿਆ ਹੋਇਆ ਹੈ, ਜਿਸ ਦੇ ਕਰਕੇ ਉਹ ਬਹੁਤ ਜ਼ਿਆਦਾ ਬੇਆਰਾਮ ਹੈ। ਫਿਰ ਅੱਗੇ ਕੀ ਹੈ ਜੀ? ਵਿਦ ਦਾ ਪੋਇਜ਼ਨ ਆਫ ਸੈਲਫ ਸੀਕਿੰਗ। ਪੋਇਜ਼ਨ ਦਾ ਮਤਲਬ ਬੱਚਿਓ ਜ਼ਹਿਰ ਹੁੰਦਾ ਹੈ। ਦੇਖੋ ਪਹਿਲਾਂ ਵਰਡ ਯੂਜ਼ ਹੋਇਆ ਫੀਵਰ, ਹੁਣ ਹੋਇਆ ਪੋਇਜ਼ਨ। ਸੈਲਫ ਸੀਕਿੰਗ ਦਾ ਮਤਲਬ ਇੱਥੇ ਹੈ ਸੈਲਫਿਸ਼ਨੈਸ। ਜਦੋਂ ਇਨਸਾਨ ਸਿਰਫ ਆਪਣੀਆਂ ਡਿਜ਼ਾਇਰਸ ਅਤੇ ਇੰਟਰਸਟ ਦੇ ਵਿੱਚ ਜਕੜਿਆ ਰਹਿੰਦਾ ਹੈ, ਸਿਰਫ ਉਸ ਨੂੰ ਆਪਣਾ ਹੀ ਸਵਾਰਥ ਦਿਖਦਾ ਹੈ, ਕਿਸੇ ਹੋਰ ਬਾਰੇ ਸੋਚਦਾ ਹੀ ਨਹੀਂ,
ਤਾਂ ਅਸੀਂ ਕਹਿੰਦੇ ਆ ਕਿ ਉਹ ਇਨਸਾਨ ਪੋਇਜ਼ਨ ਆਫ ਸੈਲਫ ਸੀਕਿੰਗ ਦਾ ਸ਼ਿਕਾਰ ਹੈ। ਜਿਵੇਂ ਪੋਇਜ਼ਨ ਇੱਕ ਬੱਚਿਓ ਟੌਕਸਿਕ ਹੈ, ਇੱਕ ਅਜਿਹੀ ਜ਼ਹਿਰ ਹੈ ਜਿਸ ਦੇ ਨਾਲ ਕਿਸੇ ਵੀ ਇਨਸਾਨ ਦੀ ਜਾਂ ਸੋਸਾਇਟੀ ਦੀ ਇਮੋਸ਼ਨਲ ਹੈਲਥ ਹੈ ਉਹ ਡਿਟੀਰੀਏਟ ਹੋ ਜਾਂਦੀ ਹੈ, ਖਰਾਬ ਹੋ ਜਾਂਦੀ ਹੈ। ਬਿਲਕੁਲ ਇਸੇ ਤਰੀਕੇ ਦੇ ਨਾਲ ਜਿਹੜਾ ਇਨਸਾਨ ਹੈ ਉਹ ਇੰਨਾ ਜ਼ਿਆਦਾ ਸਵਾਰਥੀ ਹੋ ਚੁੱਕਿਆ ਕਿ ਹੁਣ ਉਹ ਇਮੋਸ਼ਨਲੀ ਹਰਟ ਹੋ ਰਿਹਾ ਹੈ ਅਤੇ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਇਸ ਗੱਲ ਦਾ। ਫਿਰ ਹੈ ਜੀ ਵਿਦ ਅ ਥਰਸਟ ਦੈਟ ਨੋਜ਼ ਨੋ ਐਂਡ। ਉਸ ਦੇ ਅੰਦਰ ਇੱਕ ਅਜਿਹੀ ਪਿਆਸ ਹੈ, ਥਰਸਟ ਦਾ ਮਤਲਬ ਪਿਆਸ ਹੁੰਦਾ ਹੈ ਵੈਸੇ, ਜਿਸ ਦਾ ਕੋਈ ਟਿਕਾਣਾ ਹੀ ਨਹੀਂ, ਜਿਸ ਦਾ ਕੋਈ ਅੰਤ ਹੀ ਨਹੀਂ। ਇੱਥੇ ਥਰਸਟ ਦਾ ਮਤਲਬ ਹੈ ਬੱਚਿਓ ਐਨ ਇਨਸੈਸੀਏਬਲ ਡਿਜ਼ਾਇਰ ਔਰ ਲੌਂਗਿੰਗ, ਇੱਕ ਅਜਿਹੀ ਇੱਛਾ ਜਿਹੜੀ ਕਿ ਕਦੇ ਸਾਡੀ ਖਤਮ ਹੀ ਨਹੀਂ ਹੁੰਦੀ। ਹੁਣ ਕੋਈ ਇਨਸਾਨ ਸਪੋਜ਼ ਕਰੋ ਬੱਚਿਓ ਕਹਿੰਦਾ ਮੇਰੇ ਕੋਲੇ ਧਨ ਦੌਲਤ ਹੋਵੇ, ਉਹਨੂੰ ਮਿਲ ਵੀ ਜਾਂਦਾ ਧਨ ਦੌਲਤ, ਲੇਕਿਨ ਫਿਰ ਹੋਰ ਮੰਗਦਾ ਮੈਨੂੰ ਹੋਰ ਮਿਲੇ। ਤਾਂ ਇਹੀ ਥਰਸਟ ਦੀ ਗੱਲ ਇੱਥੇ ਬੱਚਿਓ ਕੀਤੀ ਗਈ ਹੈ ਕਿ ਇਨਸੈਸੀਏਬਲ ਦਾ ਮਤਲਬ ਜੋ ਕਿ ਕਦੇ ਬੁਝਦੀ ਹੋ ਨਹੀਂ ਹੈ ਪਿਆਸ। ਤਾਂ ਉਸ ਨੂੰ ਧਨ ਦੌਲਤ ਦੀ, ਪਾਵਰ ਦੀ, ਮਟੀਰੀਅਲ ਥਿੰਗਸ ਦੀ ਜਿਹੜੀ ਪਿਆਸ ਹੈ ਉਸ ਦੀ ਕਦੇ ਖਤਮ ਹੀ ਨਹੀਂ ਹੁੰਦੀ। ਅਤੇ ਇਸੇ ਐਂਡਲੈਸ ਥਰਸਟ ਕਰਕੇ ਉਸ ਦੇ ਅੰਦਰ ਜਿਹੜੀ ਸੈਲਫ ਸੀਕਿੰਗ ਵਾਲੀ ਭਾਵਨਾ ਆਈ ਜਾਂਦੀ ਹੈ ਅਤੇ ਉਹ ਹੋਰ ਜ਼ਿਆਦਾ ਅਨਈਜ਼ੀਨੈਸ ਦਾ ਸ਼ਿਕਾਰ ਹੁੰਦਾ ਹੈ। ਉਸ ਦੇ ਅੰਦਰ ਐਂਗਜ਼ਾਇਟੀ ਵਧੀ ਜਾਂਦੀ ਹੈ ਅਤੇ ਹਮੇਸ਼ਾ ਉਹ ਅੰਦਰੋਂ ਬਹੁਤ ਜ਼ਿਆਦਾ ਦੁਖੀ ਰਹਿੰਦਾ ਹੈ। ਤਾਂ ਬੱਚਿਓ ਇਸ ਸਟੈਂਜ਼ੇ ਦੇ ਵਿੱਚ ਮੈਂ ਦੱਸਿਆ ਕਿ ਮੈਟਾਫੋਰਸ ਵੀ ਯੂਜ਼ ਹੋਏ ਹੈ ਤੇ ਮੈਟਾਫੋਰਸ ਦੇ ਨਾਲ ਪਰਸੋਨੀਫਿਕੇਸ਼ਨ ਵੀ ਯੂਜ਼ ਹੋਈ ਹੈ। ਜਿਵੇਂ ਪਹਿਲੀ ਲਾਈਨ ਦੇ ਵਿੱਚ ਦੇਖੋ ਬੱਚਿਓ, ਮੈਨਸ ਹਾਰਟ ਇਜ਼ ਐਂਗੁਇਸ਼ਡ। ਆਮ ਤੌਰ ਤੇ ਇਨਸਾਨ ਦੁਖੀ ਹੁੰਦਾ ਹੈ ਨਾ, ਲੇਕਿਨ ਇੱਥੇ ਹਾਰਟ ਨੂੰ ਕਿਹਾ ਗਿਆ ਹੈ ਕਿ ਦਿਲ ਬਹੁਤ ਜ਼ਿਆਦਾ ਦੁਖੀ ਹੈ। ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਸ ਵਾਲੀ ਲਾਈਨ ਦੇ ਵਿੱਚ ਕਿਉਂਕਿ ਦਿਲ ਦੇ ਲਈ ਮਨੁੱਖੀ ਭਾਵਨਾਵਾਂ ਯੂਜ਼ ਕੀਤੀਆਂ ਗਈਆਂ, ਤਾਂ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਪਰਸੋਨੀਫਿਕੇਸ਼ਨ ਯੂਜ਼ ਹੋਈ ਹੈ। ਤੇ ਇਸੇ ਤਰ੍ਹਾਂ ਬੱਚਿਓ ਸੈਲਫ ਸੀਕਿੰਗ ਵਾਲਾ ਤੁਸੀਂ ਫਰੇਜ਼ ਦੇਖੋ, ਇਸ ਦੇ ਵਿੱਚ ਜਿਹੜੀ ਕੌਨਸੋਨੈਂਟ ਆਵਾਜ਼ ਸ ਦੀ ਆਵਾਜ਼ ਹੈ ਬਾਰ-ਬਾਰ ਆ ਰਹੀ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਇੱਥੇ ਐਲੀਟ੍ਰੇਸ਼ਨ ਵੀ ਯੂਜ਼ ਹੋਈ ਹੈ। ਤਾਂ ਇਹ ਪੂਰੇ ਸਟੈਂਜ਼ੇ ਦੇ ਵਿੱਚ ਬੱਚਿਓ ਇੱਕ ਹਿਊਮੈਨਿਟੀ ਦੀ ਪਿਕਚਰ ਇਸ ਤਰ੍ਹਾਂ ਪੇਂਟ ਕੀਤੀ ਹੈ ਕਵੀ ਨੇ ਕਿ ਇਹ ਜਿਹੜੀ ਹਿਊਮੈਨਿਟੀ ਹੈ ਜੋ ਕਿ ਇਹ ਟ੍ਰੈਪ ਹੋਈ ਹੈ ਸੈਲਫਿਸ਼ਨੈਸ ਦੇ ਵਿੱਚ, ਆਪਣੀਆਂ ਅਨਐਂਡਿੰਗ ਡਿਜ਼ਾਇਰਸ ਦੇ ਵਿੱਚ ਜੋ ਕਿ ਕਦੇ ਖਤਮ ਹੀ ਨਹੀਂ ਹੋ ਰਹੀਆਂ, ਤੇ ਜਿਸ ਕਰਕੇ ਉਹ ਅਨਈਜ਼ੀਨੈਸ ਦਾ ਵੀ ਸ਼ਿਕਾਰ ਹੈ। ਨੈਕਸਟ ਸਟੈਂਜ਼ਾ ਕਰਦੇ ਹਾਂ ਜੀ। Countries far and wide flaunt on their foreheads the blood red mark of hatred. Touch them with thy right hand, make them one in spirit, bring harmony into their life, bring rhythm of beauty. ਹੁਣ ਇਸ ਸਟੈਂਜ਼ੇ ਦੇ ਵਿੱਚ ਬੱਚਿਓ ਕਵੀ ਪਰਮਾਤਮਾ ਨੂੰ ਇੱਕ ਵਾਰੀ ਫੇਰ ਇੱਕ ਅਜਿਹੇ ਸੰਸਾਰ ਦੇ ਵਿੱਚ ਬਦਲਣ ਦੀ ਅਪੀਲ ਕਰ ਰਿਹਾ ਹੈ ਜਿਸ ਦੇ ਵਿੱਚ ਹੇਟਰਡ ਨਾ ਹੋਵੇ, ਕੌਨਫਲਿਕਟਸ ਨਾ ਹੋਣ, ਨਫ਼ਰਤ ਝਗੜੇ ਨਾ ਹੋਣ, ਸਗੋਂ ਪੀਸ ਅਤੇ ਲਵ ਹੋਵੇ। ਤਾਂ ਪਹਿਲੀ ਲਾਈਨ ਹੈ ਜੀ ਕਿ ਕੰਟਰੀਜ਼ ਫਾਰ ਐਂਡ ਵਾਈਡ ਫਲੌਂਟ ਔਨ देयर ਫੋਰਹੈਡਸ ਦ ਬਲੱਡ ਰੈਡ ਮਾਰਕ ਆਫ ਹੇਟਰਡ। ਇੱਥੇ ਸਾਰੇ ਸੰਸਾਰ ਦੇ ਦੇਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਸੰਸਾਰ ਦੇ ਜਿਹੜੇ ਦੇਸ਼ ਨੇ, ਫਾਰ ਐਂਡ ਵਾਈਡ ਬੱਚਿਓ ਇੱਕ ਫਰੇਜ਼ ਹੈ, ਇਸ ਦਾ ਮਤਲਬ ਹੁੰਦਾ ਹੈ ਓਵਰ ਅ ਲਾਰਜ ਏਰੀਆ। ਪਰ ਇੱਥੇ ਤੁਸੀਂ ਸਾਰੇ ਸੰਸਾਰ ਦੀ ਗੱਲ ਕਰ ਸਕਦੇ ਹੋ ਕਿ ਸਾਰੇ ਸੰਸਾਰ ਦੇ ਜਿੰਨੇ ਵੀ ਦੇਸ਼ ਨੇ ਫਲੌਂਟ ਔਨ देयर ਫੋਰਹੈਡਸ। ਫਲੌਂਟ ਵਰਡ ਬੱਚਿਓ ਤੁਹਾਡੇ ਗਲੋਸਰੀ 'ਚ ਵੀ ਹੈ। ਜਦੋਂ ਬਹੁਤ ਜ਼ਿਆਦਾ ਫਿਜ਼ੀਕਲ ਮੈਂਟਲ ਪੇਨ ਕੋਈ ਫੀਲ ਕਰੇ, ਐਕਸਪੀਰੀਅੰਸ ਕਰੇ, ਉਸ ਨੂੰ ਐਂਗੁਇਸ਼ ਕਹਿੰਦੇ ਹਾਂ, ਅਸੀਂ ਪਹਿਲਾਂ ਕਰ ਚੁੱਕੇ। ਫਲੌਂਟ ਦਾ ਮਤਲਬ ਹੈ ਜੀ ਮੇਕ ਅ ਸ਼ੋ ਆਫ ਸਮਥਿੰਗ ਯੂਜ਼ਡ ਇਨ ਅ ਡੈਰੋਗੇਟਰੀ ਸੈਂਸ। ਡੈਰੋਗੇਟਰੀ ਦਾ ਮਤਲਬ ਹੁੰਦਾ ਹੈ ਨਾ ਪੱਖੀ, ਜਿਸ ਨੂੰ ਆਪਾਂ ਪਸੰਦ ਨਾ ਕਰੀਏ। ਤਾਂ ਫਲੌਂਟ ਦਾ ਮਤਲਬ ਹੁੰਦਾ ਹੈ ਜੀ ਸ਼ੋਅ ਕਰਨਾ, ਵਿਖਾਵਾ ਕਰਨਾ, ਕਿ ਜਿੰਨੇ ਵੀ ਦੁਨੀਆ ਦੇ ਦੇਸ਼ ਨੇ ਉਹ ਵਿਖਾਵਾ ਕਰ ਰਹੇ ਨੇ ਕਿਵੇਂ ਔਨ देयर ਫੋਰਹੈਡਸ, ਆਪਣੇ ਮੱਥੇ ਉੱਤੇ ਮੌਜੂਦ ਹੇਟਰਡ ਦੇ ਜਿਹੜੇ ਬਲੱਡ ਰੈਡ ਮਾਰਕਸ ਨੇ ਉਹਨਾਂ ਦਾ ਵਿਖਾਵਾ ਕਰਦੇ। ਹੁਣ ਇੱਥੇ ਬੱਚਿਓ ਦਾ ਬਲੱਡ ਰੈਡ ਮਾਰਕ ਆਫ ਹੇਟਰਡ ਇੱਕ ਮੈਟਾਫੋਰ ਹੈ ਜਿਸ ਨੂੰ ਕਿ ਯੂਜ਼ ਕੀਤਾ ਹੈ ਕਵੀ ਨੇ ਵਾਇਲੈਂਸ, ਐਂਗਰ ਅਤੇ ਹੋਸਟਿਲਿਟੀ ਲਈ। ਇਹਨਾਂ ਸਾਰੇ ਸ਼ਬਦਾਂ ਦਾ ਮਤਲਬ ਬੱਚਿਓ ਨਫ਼ਰਤ ਤੇ ਹਿੰਸਾ ਨੂੰ ਕਿਹਾ ਜਾਂਦਾ ਹੈ ਕਿ ਸਾਰੇ ਸੰਸਾਰ ਦੇ ਦੇਸ਼ ਇੱਕ ਦੂਜੇ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਨੇ ਅਤੇ ਇੱਕ ਦੂਜੇ ਤੇ ਹਿੰਸਾ ਕਰਦੇ ਨੇ ਅਤੇ ਇਸ ਗੱਲ ਦਾ ਉਹ ਵਿਖਾਵਾ ਕਰਦੇ ਨੇ, ਮਤਲਬ ਕਿ ਲੁਕ ਛਿਪ ਕੇ ਨਹੀਂ ਕਰਦੇ। ਮਤਲਬ ਇੱਕ ਤਾਂ ਹੁੰਦਾ ਨਾ ਕਿ ਜਦੋਂ ਆਪਾਂ ਕਿਸੇ ਨਾਲ ਨਫ਼ਰਤ ਕਰੀਏ ਤਾਂ ਆਪਾਂ ਓਪਨਲੀ ਨਾ ਕਰੀਏ, ਮਨ 'ਚ ਰੱਖੀਏ, ਲੇਕਿਨ ਇੱਥੇ ਜਿਹੜੀਆਂ ਕੰਟਰੀਜ਼ ਨੇ ਉਹ ਆਪਣੀ ਸ਼ੋਭਾ ਸਮਝਦੀਆਂ ਨੇ ਕਿ ਜੇਕਰ ਅਸੀਂ ਕਿਸੇ ਦੂਸਰੀ ਕੰਟਰੀ ਦੇ ਉੱਪਰ ਹਿੰਸਾ ਕਰਾਂਗੇ ਜਾਂ ਕਿਸੇ ਦੂਸਰੇ ਦੇਸ਼ ਦੇ ਉੱਪਰ ਅਸੀਂ ਵਾਇਲੈਂਸ ਕਰਾਂਗੇ ਤਾਂ ਇਸ 'ਚ ਸਾਡੀ ਸ਼ਾਨ ਹੈ। ਤਾਂ ਇਸ ਤਰੀਕੇ ਦੀ ਅੱਜ ਜਿਹੜੀ ਹੈ ਦੇਸ਼ਾਂ ਦੀ ਮੈਂਟੈਲਿਟੀ ਹੋ ਚੁੱਕੀ ਅਤੇ ਇਹ ਉਹਨਾਂ ਦਾ ਇੱਕ ਪ੍ਰੋਮੀਨੈਂਟ ਤੇ ਡਿਫਾਈਨਿੰਗ ਫੀਚਰ ਬਣ ਚੁੱਕਿਆ। ਜਿੰਨਾ ਕੋਈ ਦੇਸ਼ ਜ਼ਿਆਦਾ ਹਿੰਸਾ ਕਰਦਾ ਹੈ ਉਨਾ ਜ਼ਿਆਦਾ ਉਹ ਦੇਸ਼ ਇਹ ਸਮਝਦਾ ਹੈ ਕਿ ਮੈਂ ਆਪਣੀ ਧੌਂਸ ਜਮਾ ਰਿਹਾ ਪੂਰੇ ਸੰਸਾਰ ਦੇ ਉੱਪਰ। ਤਾਂ ਬੱਚਿਓ ਇਸ ਲਾਈਨ ਦੇ ਵਿੱਚ ਵੀ ਦੇਖੋ ਇਮੇਜਰੀ ਯੂਜ਼ ਹੋਈ ਹੈ ਨਾ ਕਿ ਫੋਰਹੈਡ ਦੇ ਉੱਪਰ ਜਦੋਂ ਬਲੱਡ ਰੈਡ ਮਾਰਕਸ ਹੋਣ ਤਾਂ ਉਹ ਦ੍ਰਿਸ਼ ਸਾਡੇ ਧਿਆਨ 'ਚ ਆਉਂਦਾ। ਤਾਂ ਇਸ ਜਗ੍ਹਾ ਤੇ ਫਿਰ ਇਮੇਜਰੀ ਯੂਜ਼ ਹੋਈ ਹੈ
ਤੇ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਦਾ ਬਲੱਡ ਰੈਡ ਮਾਰਕ ਆਫ ਹੇਟਰਡ ਇੱਕ ਮੈਟਾਫੋਰ ਦੇ ਤੌਰ ਤੇ ਵੀ ਯੂਜ਼ ਹੋਇਆ ਹੈ। ਤੇ ਬੱਚਿਓ ਇਸ ਲਾਈਨ ਦੇ ਵਿੱਚ ਪਰਸੋਨੀਫਿਕੇਸ਼ਨ ਵੀ ਯੂਜ਼ ਹੋਈ ਹੈ। ਪਰਸੋਨੀਫਿਕੇਸ਼ਨ ਕਿਵੇਂ ਯੂਜ਼ ਹੋਈ ਹੈ ਬੱਚਿਓ? ਕਿਉਂਕਿ ਆਮ ਤੌਰ ਤੇ ਮਨੁੱਖ ਵਿਖਾਵਾ ਕਰਦਾ ਹੈ, ਉਹ ਆਪਣੀ ਡਰੈਸ ਦਾ ਕਰੇ, ਆਪਣੇ ਗਿਆਨ ਦਾ ਕਰੇ, ਆਪਣੇ ਗੱਲਬਾਤ ਕਰਨ ਦੇ ਸਲੀਕੇ ਦਾ ਕਰੇ, ਕਿਸੇ ਵੀ ਕੁਆਲਿਟੀ ਦਾ ਵਿਖਾਵਾ ਕਰਨ ਦੀ ਕੋਸ਼ਿਸ਼ ਕਰੇ ਤਾਂ ਮਨੁੱਖ ਕਰਦਾ ਹੈ। ਲੇਕਿਨ ਇੱਥੇ ਵਿਖਾਵਾ ਕੌਣ ਕਰ ਰਹੀਆਂ ਨੇ ਜੀ? ਕੰਟਰੀਜ਼ ਕਰ ਰਹੀਆਂ, ਦੇਸ਼ ਕਰ ਰਹੇ ਨੇ ਵਿਖਾਵੇ। ਤੇ ਕਿਉਂਕਿ ਮਨੁੱਖੀ ਫੀਲਿੰਗਸ ਦੇਸ਼ਾਂ ਦੇ ਲਈ ਯੂਜ਼ ਹੋਈ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਪਰਸੋਨੀਫਿਕੇਸ਼ਨ ਯੂਜ਼ ਹੋਈ ਹੈ। ਹੁਣ ਇਹਨਾਂ ਦੇਸ਼ਾਂ ਦੇ ਲਈ ਕਵੀ ਪਰਮਾਤਮਾ ਤੋਂ ਕੀ ਦੁਆ ਮੰਗ ਰਿਹਾ? ਉਹ ਕਹਿੰਦਾ ਹੈ ਕਿ ਟੱਚ them with thy right hand, ਕਿ ਤੂੰ ਇਹਨਾਂ ਦੇਸ਼ਾਂ ਨੂੰ ਟੱਚ ਕਰ, ਛੂ। ਕਿਵੇਂ? ਆਪਣੇ ਸੱਜੇ ਹੱਥ ਦੇ ਨਾਲ। ਦਾਏ ਸ਼ਬਦ ਬਾਰ-ਬਾਰ ਆਇਆ ਇਸ ਪੋਇਮ ਦੇ ਵਿੱਚ। ਮੈਂ ਕਿਹਾ ਤੁਹਾਨੂੰ ਕਿ ਇਹ ਇੱਕ ਆਰਕਾਇਕ ਵਰਡ ਹੈ ਤੇ ਇਸ ਦਾ ਮਤਲਬ ਹੁੰਦਾ ਯੂਅਰਸ, ਕਿ ਤੂੰ ਆਪਣੇ ਰਾਈਟ ਹੈਂਡ ਦੇ ਨਾਲ ਇਹਨਾਂ ਨੂੰ ਛੂ। ਹੁਣ ਇੱਥੇ ਟੱਚ ਦਾ ਮਤਲਬ ਬੱਚਿਓ ਫਿਜ਼ੀਕਲੀ ਟੱਚ ਨਹੀਂ ਹੈ, ਇੱਥੇ ਟੱਚ ਦਾ ਮਤਲਬ ਹੈ ਬਲੈਸਿੰਗ, ਕਿ ਇਹਨਾਂ ਤੇ ਤੂੰ ਕਿਰਪਾ ਕਰ। ਕਿਵੇਂ? ਆਪਣੇ ਰਾਈਟ ਹੈਂਡ ਦੇ ਨਾਲ, ਸੱਜੇ ਹੱਥ ਦੇ ਨਾਲ। ਤਾਂ ਬੱਚਿਓ ਰਾਈਟ ਹੈਂਡ ਇੱਕ ਸਿੰਬਲ ਹੈ। ਰਾਈਟ ਹੈਂਡ ਸਿੰਬਲ ਹੈ ਬੱਚਿਓ ਪਾਵਰ ਦਾ, ਅਥਾਰਟੀ ਦਾ ਅਤੇ ਸੱਚਾਈ ਦਾ। ਕਈ ਦੇਸ਼ਾਂ ਦੇ ਕਲਚਰ ਦੇ ਵਿੱਚ ਬੱਚਿਓ ਰਾਈਟ ਹੈਂਡ ਨੂੰ ਇਸ ਤਰੀਕੇ ਦੇ ਨਾਲ ਦਰਸਾਇਆ ਜਾਂਦਾ ਹੈ ਕਿ ਰਾਈਟ ਹੈਂਡ ਨਿਆਂ ਨੂੰ ਪ੍ਰਦਾਨ ਕਰਦਾ ਹੈ, ਐਗਜ਼ੀਕਿਊਸ਼ਨ ਆਫ ਜਸਟਿਸ ਇੱਕ ਪਾਵਰ ਤੇ ਅਥਾਰਟੀ ਦਾ ਸਿੰਬਲ ਮੰਨਿਆ ਜਾਂਦਾ ਹੈ। ਤਾਂ ਇੱਥੇ ਰਾਈਟ ਹੈਂਡ ਇੱਕ ਸਿੰਬਲ ਦੇ ਤੌਰ ਤੇ ਯੂਜ਼ ਕੀਤਾ ਗਿਆ। ਇਸੇ ਕਰਕੇ ਪਰਮਾਤਮਾ ਨੂੰ ਕਿਹਾ ਗਿਆ ਹੈ, ਪ੍ਰੇਅਰ ਕੀਤੀ ਗਈ ਹੈ ਕਿ ਤੂੰ ਆਪਣੇ ਰਾਈਟ ਹੈਂਡ ਦੇ ਨਾਲ ਇਹਨਾਂ ਦੇਸ਼ਾਂ ਨੂੰ ਬਲੈਸਿੰਗ ਦੇ। ਕਾਦੀ ਬਲੈਸਿੰਗ ਦੇ? ਮੇਕ them one in spirit, ਕਿ ਉਹ ਸਪਿਰਿਟ ਦੇ ਵਿੱਚ, ਭਾਵਨਾ ਦੇ ਵਿੱਚ ਇੱਕ ਹੋ ਜਾਣ। ਮੇਕ them one, ਉਹਨਾਂ ਨੂੰ ਇੱਕ ਕਰ ਦੇ। ਇਹ ਸਾਰੇ ਦੇਸ਼ ਜਿਹੜੇ ਵੱਖੋ ਵੱਖਰੇ ਹੋਏ ਹੋਏ ਨੇ ਇਹਨਾਂ ਨੂੰ ਇੱਕ ਕਰ ਦੇ। ਇੱਥੇ ਇੱਕ ਕਰਨ ਦਾ ਮਤਲਬ ਬੱਚਿਓ ਇਹ ਨਹੀਂ ਹੈ ਕਿ ਉਹਨਾਂ ਦੇ ਪੋਲੀਟੀਕਲ ਅਲਾਈਐਂਸਿਸ ਹੋ ਜਾਣ, ਕਿ ਉਹ ਇੱਕੋ ਹੀ ਦੇਸ਼ ਬਣ ਜਾਣ, ਇਹੋ ਜਿਹੀ ਕੋਈ ਗੱਲ ਨਹੀਂ ਹੋ ਰਹੀ। ਇੱਥੇ one in spirit ਪੂਰੇ ਫਰੇਜ਼ ਨੂੰ ਸਾਨੂੰ ਦੇਖਣਾ ਪਏਗਾ ਕਿ one in spirit ਦਾ ਮਤਲਬ ਹੈ ਕਿ ਉਹਨਾਂ ਦੇ ਵਿੱਚ ਯੂਨਿਟੀ ਆ ਜੇ। ਹੁਣ ਇਹ ਯੂਨਿਟੀ ਦਾ ਮਤਲਬ ਇਹ ਹੋਇਆ ਕਿ ਉਹ ਸ਼ੇਅਰ ਕਰਨ, ਸੇਮ ਵੈਲਿਊਜ਼ ਸ਼ੇਅਰ ਕਰਨ, ਸੇਮ ਡਿਜ਼ਾਇਰ ਸ਼ੇਅਰ ਕਰਨ। ਹੁਣ ਇਹ ਡਿਜ਼ਾਇਰਸ ਕਾਹਦੀਆਂ ਹੋਣਗੀਆਂ, ਇੱਛਾਵਾਂ ਕਾਹਦੀਆਂ ਹੋਣਗੀਆਂ ਜੀ? ਪੀਸ ਤੇ ਲਵ ਦੀਆਂ, ਕਿ ਉਹ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਨਾਲ ਰਹਿਣ, ਸ਼ਾਂਤੀ ਨਾਲ ਰਹਿਣ। ਇਸ ਚੀਜ਼ ਦੇ ਲਈ ਉਹਨਾਂ ਨੂੰ ਤੂੰ ਇੱਕ ਕਰ ਦੇ। ਇੱਥੇ ਇਨ ਸਪਿਰਿਟ ਦਾ ਮਤਲਬ ਬੱਚਿਓ ਇਸੇ ਗੱਲ ਤੋਂ ਹੈ ਕਿ ਸਾਰੇ ਦੇਸ਼ਾਂ ਨੂੰ ਤੂੰ ਇੱਕ ਹੋ ਕੇ ਰਹਿਣ ਦੀ ਬਲੈਸਿੰਗ ਦੇ, ਤਾਂ ਕਿ ਉਹ ਪਿਆਰ ਮੁਹੱਬਤ ਨਾਲ, ਸ਼ਾਂਤੀ ਨਾਲ ਇੱਕ ਦੂਜੇ ਨਾਲ ਰਹਿ ਸਕਣ। ਇਹਦੇ ਨਾਲ ਕੀ ਹੋਏਗਾ? ਬ੍ਰਿੰਗ ਹਾਰਮਨੀ ਇਨਟੂ देयर ਲਾਈਫ, ਇਹਨਾਂ ਦੀ ਲਾਈਫ ਦੇ ਵਿੱਚ ਇੱਕ ਹਾਰਮਨੀ ਆ ਜਾਏਗੀ। ਹਾਰਮਨੀ ਦਾ ਮਤਲਬ ਹੁੰਦਾ ਬੱਚਿਓ ਇਕਸਾਰਤਾ, ਬੈਲੈਂਸ ਆ ਜਾਏਗਾ ਇਹਨਾਂ ਦੀ ਲਾਈਫ 'ਚ। ਕੋਆਪਰੇਸ਼ਨ ਵੀ ਕਹਿ ਸਕਦੇ ਹਾਂ ਬੱਚਿਓ, ਅਤੇ ਪੀਸ ਤੋਂ ਵੀ ਮਤਲਬ ਹੋ ਸਕਦਾ ਹੈ ਕਿ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਇੱਕ ਬੈਲੈਂਸ ਆ ਜਾਏਗਾ, ਕੋਆਪਰੇਸ਼ਨ ਆ ਜਾਏਗੀ, ਸਹਿਯੋਗ ਦੀ ਭਾਵਨਾ ਆ ਜਾਏਗੀ ਅਤੇ ਇਸ ਦੇ ਨਾਲ ਉਹ ਸ਼ਾਂਤੀ ਨਾਲ ਰਹਿ ਪਾਣਗੇ। ਅਤੇ ਜਦੋਂ ਉਹਨਾਂ ਦੀ ਲਾਈਫ 'ਚ ਹਾਰਮਨੀ ਆ ਗਈ ਫਿਰ ਕੀ ਹੋਏਗਾ? ਬ੍ਰਿੰਗ ਰਿਦਮ ਆਫ ਬਿਊਟੀ। ਜਿਸ ਤਰ੍ਹਾਂ ਬੱਚਿਓ ਪੋਇਟਰੀ ਸਾਨੂੰ ਰਿਦਮ ਦੇਖਣ ਨੂੰ ਮਿਲਦਾ ਹੈ। ਰਿਦਮ ਕੀ ਹੁੰਦਾ ਬੱਚਿਓ? ਰਿਪੀਟਿਡ ਪੈਟਰਨ ਆਫ ਸਾਊਂਡਸ ਹੈ, ਜਿਹੜੀ ਕਿ ਸਾਨੂੰ ਮਿਊਜ਼ਿਕ, ਪੋਇਟਰੀ ਤੇ ਨੇਚਰ 'ਚ ਵੀ ਦਿਖਦੀ ਹੈ। ਤਾਂ ਇਸ ਦੇ ਨਾਲ ਇਹਨਾਂ ਦੀ ਲਾਈਫ ਦੇ ਵਿੱਚ ਇੱਕ ਨੈਚੁਰਲ ਫਲੋ ਆਏਗਾ। ਕਾਹਦਾ? ਆਰਡਰ ਆਫ ਥਿੰਗਸ ਦਾ। ਇਹਨਾਂ ਲੋਕਾਂ ਦੀ ਲਾਈਫ ਇੱਕ ਆਰਡਰਲੀ ਹੋ ਜਾਏਗੀ ਤੇ ਫਿਰ ਬਹੁਤ ਹੀ ਜ਼ਿਆਦਾ ਬਿਊਟੀਫੁਲ ਅਤੇ ਫੁੱਲਫਿਲਿੰਗ ਹੋ ਜਾਏਗੀ। ਤਾਂ ਪੂਰੇ ਸਟੈਂਜ਼ੇ ਦਾ ਮਤਲਬ ਬੱਚਿਓ ਇਹ ਹੈ ਕਿ ਜਦੋਂ ਪਰਮਾਤਮਾ ਇਸ ਸੰਸਾਰ ਦੇ ਸਾਰੇ ਲੋਕਾਂ ਨੂੰ ਬਲੈਸਿੰਗ ਦੇਗਾ ਤੇ ਉਹਨਾਂ ਦੇ ਅੰਦਰ ਜਿਹੜੇ ਕੌਨਫਲਿਕਟ ਚੱਲ ਰਹੇ ਨੇ, ਝਗੜੇ ਚੱਲ ਰਹੇ ਨੇ, ਹੇਟਰਡ ਚੱਲ ਰਹੀ ਹੈ, ਨਫ਼ਰਤ ਚੱਲ ਰਹੀ ਹੈ, ਇਹ ਸਾਰੀਆਂ ਚੀਜ਼ਾਂ ਰਿਪਲੇਸ ਹੋ ਜਾਣਗੀਆਂ। ਕਿਹਦੇ 'ਚ? ਪੀਸ ਅਤੇ ਯੂਨਿਟੀ ਦੇ ਵਿੱਚ, ਲਵ ਦੇ ਵਿੱਚ। ਉਹਨਾਂ ਦੇ ਅੰਦਰ ਪਿਆਰ ਮੁਹੱਬਤ ਦਾ ਸੰਚਾਰ ਹੋਏਗਾ ਅਤੇ ਇਹਨਾਂ ਲੋਕਾਂ ਦੀ ਲਾਈਫ ਬਹੁਤ ਹੀ ਕੰਸਿਸਟੈਂਟ ਹੋ ਜਾਏਗੀ ਅਤੇ ਇਸ ਤਰੀਕੇ ਦੇ ਨਾਲ ਪੂਰਾ ਸੰਸਾਰ ਇੱਕ ਆਈਡੀਅਲ ਵਰਲਡ, ਆਦਰਸ਼ ਸੰਸਾਰ ਬਣ ਜਾਏਗਾ, ਕਿਉਂਕਿ ਇਸ ਸੰਸਾਰ ਦੇ ਵਿੱਚ ਕਦੇ ਕੋਈ ਨਫ਼ਰਤ ਨਹੀਂ ਹੋਏਗੀ ਅਤੇ ਕੋਈ ਝਗੜਾ ਨਹੀਂ ਹੋਏਗਾ। ਤਾਂ ਬੱਚਿਓ ਜਿਹੜੀ ਲਾਈਨ ਆਈ ਹੈ ਟੱਚ them with thy right hand, ਕਿਉਂਕਿ ਇੱਥੇ ਪਰਮਾਤਮਾ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ ਕਵੀ ਵੱਲੋਂ, ਤਾਂ ਇੱਥੇ ਵੀ ਅਸੀਂ ਕਹਿ ਸਕਦੇ ਹਾਂ ਕਿ ਐਪੋਸਟ੍ਰੋਫੀ ਯੂਜ਼ ਹੋਈ ਹੈ। ਤਾਂ ਸਟੂਡੈਂਟ ਸਾਡੇ ਲਾਸਟ ਦੇ ਵਿੱਚ ਫੇਰ ਸਟੈਂਜ਼ਾ ਰਿਪੀਟ ਹੋਇਆ ਹੈ। ਓ ਸੀਰੀਨ, ਓ ਫ੍ਰੀ, in thine immeasurable mercy and goodness wipe away all dark stains from the heart of this earth। ਤਾਂ ਅਸੀਂ ਇਹ ਲਾਈਨਸ ਆਲਰੇਡੀ ਬੱਚਿਓ ਕਵਰ ਕਰ ਚੁੱਕੇ। ਜੇਕਰ ਤੁਸੀਂ ਦੁਬਾਰਾ ਦੇਖਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਨੂੰ ਰਿਵਾਈਂਡ ਕਰ ਸਕਦੇ ਹੋ। ਤਾਂ ਇਸ ਦੇ ਨਾਲ ਹੀ ਸਟੂਡੈਂਟਸ ਸਾਡੀ ਅੱਜ ਦੀ ਸਾਰੀ ਪੋਇਮ ਕਵਰ ਹੁੰਦੀ ਹੈ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੀ ਪੋਇਮ ਦੀ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਫਿਰ ਵੀ ਜੇਕਰ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪਾ ਕੇ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ, ਮੈਂ ਇਸ ਦਾ ਆਨਸਰ ਡੈਫੀਨੇਟਲੀ ਦੇਵਾਂਗਾ।
ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ ਹੋਰ ਬਹੁਤ ਸਾਰੇ ਇੰਗਲਿਸ਼ ਇਲੈਕਟਿਵ +2 ਕਲਾਸ ਦੇ ਵੀਡੀਓਜ਼ ਉਹਨਾਂ ਦੇ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਪੋਇਮ ਦੇ ਜਿਹੜੇ ਟੈਕਸਚੁਅਲ ਐਕਸਰਸਾਈਜ਼ਸ ਨੇ, ਕੁਐਸਚਨ ਆਨਸਰਸ ਨੇ, ਉਹਨਾਂ ਨੂੰ ਕਵਰ ਕਰਾਂਗੇ। ਫੇਰ ਮਿਲਦੇ ਹਾਂ ਜੀ, ਧੰਨਵਾਦ।